ਹਾਂਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਪੱਛਮੀ ਸਾਹਿਤ ਚਿੰਤਨ ਦੇ ਬਾਰੇ ਜਾਣਕਾਰੀ ਲਵਾਂਗੇ। ਪੱਛਮੀ ਸਾਹਿਤ ਚਿੰਤਨ ਦੇ ਨਾਲ ਜੁੜਿਆ ਹੋਇਆ ਪੱਛਮ ਦੇ ਵਿੱਚ ਸਾਹਿਤ ਸਿਧਾਂਤ, ਪੱਛਮ ਦੇ ਵਿੱਚ ਸਾਹਿਤ ਅਧਿਐਨ ਵਿਧੀਆਂ, ਪੱਛਮ ਦੇ ਵਿੱਚ ਸਾਹਿਤ ਆਲੋਚਨਾ ਪ੍ਰਣਾਲੀਆਂ ਦਾ ਅਧਿਐਨ ਹੈ। ਜਿਵੇਂ ਅਸੀਂ ਭਾਰਤੀ ਕਾਵਿ ਸ਼ਾਸਤਰ ਦੇ ਵਿੱਚ ਭਾਰਤ ਦੇ ਨਾਲ ਸੰਬੰਧਿਤ ਸਾਹਿਤ ਸਿਧਾਂਤਾਂ ਦੀ ਗੱਲ ਕੀਤੀ ਸੀ, ਅੱਜ ਸਾਡਾ ਜਿਹੜਾ ਮੁੱਖ ਵਿਸ਼ਾ ਹੋਏਗਾ ਉਹ ਪੱਛਮ ਦੇ ਵਿੱਚ ਪੈਦਾ ਹੋਏ ਸਾਹਿਤ ਸਿਧਾਂਤਾਂ ਦਾ ਚਿੰਤਨ, ਉਹਨਾਂ ਦੇ ਉੱਪਰ ਵਿਚਾਰ ਕਰਨਾ ਹੋਏਗਾ। ਘੰਟਿਆਂ ਬੱਧੀ ਦਾ ਕੰਮ ਹੈ, ਲੇਕਿਨ ਥੋੜੇ ਜਿਹੇ ਇਸ ਵਕਫੇ ਦੇ ਵਿੱਚ, ਇਸ ਸਮੇਂ ਦੇ ਵਿੱਚ ਪੂਰੀ ਕੋਸ਼ਿਸ਼ ਰਹੇਗੀ ਕਿ ਤੁਹਾਨੂੰ ਇਹਨਾਂ ਪ੍ਰਣਾਲੀਆਂ ਦੇ ਬਾਰੇ, ਤੁਹਾਨੂੰ ਇਹਨਾਂ ਅਧਿਐਨ ਦੇ ਬਾਰੇ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੋਂ ਇੱਕ ਸੇਧ ਦੇ ਦਿੱਤੀ ਜਾਏ, ਤਾਂ ਕਿ ਤੁਸੀਂ ਜਿਹੜਾ ਹੈ ਇਸ ਸੰਬੰਧ ਦੇ ਵਿੱਚ ਆਪਣੀ ਜਿਹੜੀ ਤਿਆਰੀ ਹੈ ਉਹ ਇਸ ਦਿਸ਼ਾ ਦੇ ਵਿੱਚ ਕਰ ਸਕੋ। ਪੱਛਮੀ ਸਾਹਿਤ ਚਿੰਤਨ ਦੇ ਵਿੱਚ ਅਸੀਂ ਰੂਪਵਾਦ, ਮਾਰਕਸਵਾਦ, ਸੰਰਚਨਾਵਾਦ, ਮਨੋਵਿਗਿਆਨ, ਚਿਹਨ ਵਿਗਿਆਨ, ਵਿਰਚਨਾ ਸਾਹਿਤ ਸਿਧਾਂਤ, ਨਾਰੀ ਚਿੰਤਨ, ਦਲਿਤ ਚਿੰਤਨ, ਉੱਤਰ ਆਧੁਨਿਕ ਸਾਹਿਤ ਸਿਧਾਂਤਾਂ ਦੀ ਗੱਲ ਕਰਾਂਗੇ। ਤੇ ਇਹਦੇ ਨਾਲ ਹੀ ਅਸੀਂ ਆਪਣੇ ਜੋ ਪ੍ਰਮੁੱਖ ਭਾਰਤੀ ਪੰਜਾਬੀ ਸਾਹਿਤ ਆਲੋਚਕ ਹਨ ਉਹਨਾਂ ਦੀ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਜਿਹੜੀ ਗੱਲ ਹੈ ਉਹ ਰੂਸੀ ਰੂਪਵਾਦ ਤੋਂ ਸ਼ੁਰੂ ਹੋਏਗੀ। ਰੂਸੀ ਰੂਪਵਾਦ ਤੇ ਇਹਦੇ ਨਾਲ ਜੁੜਿਆ ਹੋਇਆ ਅਮਰੀਕੀ ਨਵ ਆਲੋਚਨਾ 1914 ਤੋਂ 1930 ਦੇ ਵਿੱਚ ਮਾਸਕੋ ਦੇ ਵਿੱਚ ਪੈਦਾ ਹੋਇਆ। ਇਹ ਆਲੋਚਨਾ, ਇਹ ਪ੍ਰਣਾਲੀ, ਇਹ ਅਧਿਐਨ ਇੱਕ ਬਹੁਤ ਪ੍ਰਭਾਵਸ਼ਾਲੀ ਸੰਪਰਦਾ ਸੀ। ਜੇ ਇਹਦੇ ਨਾਲ ਜੁੜੇ ਹੋਏ ਮੁੱਖ ਚਿੰਤਕਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚੋਂ ਵਿਕਟਰ ਸਕਲੋਵੋਸਕੀ, ਰੋਮਨ ਜੈਕਬਸਨ, ਬੋਰਿਸ ਤੋਮਾਵੇਸਕੀ, ਯੂਰੀ ਤਿਆਨੀਗੋਫ, ਵਲਾਦੀਮੀਰ ਤੇ ਬੋਰਿਸ ਇਖਨਬਾਬ ਕਈ ਅਜਿਹੇ ਨਾਮ ਨੇ ਜਿਨ੍ਹਾਂ ਨੇ ਰੂਸੀ ਰੂਪਵਾਦ ਦੇ ਵਿੱਚ ਨਿੱਠ ਕੇ ਕੰਮ ਕੀਤਾ। ਸੋ 1914 ਤੋਂ 1930 ਦੇ ਦਰਮਿਆਨ ਮਾਸਕੋ ਦੇ ਵਿੱਚ ਪੈਦਾ ਹੋਣ ਵਾਲਾ ਰੂਪ ਨੂੰ ਲੈ ਕੇ, ਰੂਪ ਦੇ ਉੱਪਰ ਜ਼ੋਰ ਦੇ ਕੇ ਕਾਵਿ ਭਾਸ਼ਾ ਤੇ ਸਾਹਿਤ ਦੀ ਖਾਸੀਅਤ, ਸਾਹਿਤ ਨੂੰ ਖੁਦ ਮੁਖਤਿਆਰੀ ਸਥਾਪਿਤ ਕਰਨ ਦੇ ਵਿੱਚ ਇਸ ਰੂਸੀ ਰੂਪਵਾਦ ਨੇ ਇਨਕਲਾਬ ਲੈ ਆਂਦਾ ਸੀ। ਰੂਸੀ ਰੂਪਵਾਦ ਜਿਹੜਾ ਮੁੱਖ ਰੂਪ ਦੇ ਵਿੱਚ ਸਾਨੂੰ ਇਹ ਦੱਸਦਾ ਹੈ ਕਿ ਜਿਹੜੀ ਸਾਹਿਤ ਦੀ ਸਾਹਿਤਿਕਤਾ ਹੈ ਨਾ, ਉਹਨੂੰ ਜੇ ਸਮਝਣਾ ਹੋਏ ਤਾਂ ਸਮਝਣਾ ਪਏਗਾ ਕਿ ਸਾਹਿਤ ਦਾ ਜਿਹੜਾ ਸੰਸਾਰ ਹੈ ਉਹ ਵਿਭਿੰਨ ਪ੍ਰਕਾਰ ਦੀਆਂ ਵਿਧੀਆਂ ਤੇ ਜੁਗਤਾਂ ਦੇ ਮਾਧਿਅਮ ਦੇ ਰਾਹੀਂ ਰਚਿਆ ਹੋਇਆ ਸੰਸਾਰ ਹੈ। ਉਹ ਜਿਹੜੀਆਂ ਵਿਭਿੰਨ ਵਿਧੀਆਂ ਨੇ, ਉਹ ਜਿਹੜੀਆਂ ਜੁਗਤਾਂ ਨੇ, ਉਹਨਾਂ ਦੇ ਅਧਿਐਨ ਦੇ ਨਾਲ ਹੀ ਵਸਤੂ ਤੇ ਰੂਪ ਦੋ ਚੀਜ਼ਾਂ ਸਾਹਮਣੇ ਆਉਂਦੀਆਂ ਨੇ, ਤੇ ਜਿਹਦੇ ਵਿੱਚੋਂ ਵਸਤੂ ਦੇ ਨਾਲੋਂ ਰੂਪ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ ਤੇ ਰੂਪ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਣਾ ਚਾਹੀਦਾ ਹੈ। ਇਹ ਇਸ ਪ੍ਰਣਾਲੀ ਦਾ ਮੁੱਖ ਆਧਾਰ ਸੀਗਾ। ਇਹ ਸਾਹਿਤਿਕ ਰਚਨਾਵਾਂ ਵਿਚਲੀ ਵਸਤੂ, ਜਿਹੜੀ ਵਸਤੂ ਹੈ, ਵਿਚਾਰ ਨੇ, ਜਿਹੜੇ ਭਾਵ ਨੇ, ਉਹ ਉਹਨਾਂ ਨੂੰ ਨਿਰੋਲ ਅਮੂਰਤ ਵਸਤੂ ਨਹੀਂ ਸਗੋਂ ਰੂਪਮਾਨ ਹੋਈ ਵਸਤੂ ਵਜੋਂ ਵੇਖਦੇ ਨੇ। ਮਤਲਬ ਕਹਿਣ ਦਾ ਇਹ ਕਿ ਵਸਤੂ ਰੂਪ ਜਿਹਦੇ ਵਿੱਚ ਵਸਤੂ ਸ਼ਾਮਿਲ ਹੈ, ਰੂਪ ਦੀ ਜਿਹੜੀ ਚਰਚਾ ਹੈ ਉਹ ਮੁੱਖ ਰੂਪ ਦੇ ਵਿੱਚ ਜਿਹੜੀ ਹੈ ਉਹ ਕੀਤੀ ਗਈ ਹੈ। ਵਸਤੂ ਨਾਲੋਂ ਰੂਪ ਨੂੰ ਮਹੱਤਵ ਦਿੱਤਾ ਗਿਆ ਹੈ। ਸਾਹਿਤ ਵਿੱਚ ਵਰਤੀਆਂ ਗਈਆਂ ਜਿਹੜੀਆਂ ਵਿਧੀਆਂ ਨੇ, ਜਿਹੜੀਆਂ ਜੁਗਤੀਆਂ ਨੇ, ਉਹ ਸਾਡੀ ਪ੍ਰਤੱਖਣ ਵਿਧੀ ਨੂੰ, ਸਾਡੀ ਪਰਸੈਪਸ਼ਨ ਨੂੰ ਪ੍ਰਭਾਵਿਤ ਕਰਦੀਆਂ ਨੇ, ਸਾਡੀ ਯਥਾਰਥ ਬੋਧ ਨੂੰ ਸਜਰਾਪਨ ਬਖਸ਼ਦੀਆਂ ਨੇ। ਸਾਡੀ ਜਿਹੜੀ ਅਸੀਂ ਜੋ ਰਿਐਲਿਟੀ ਨੂੰ ਅੰਡਰਸਟੈਂਡ ਕਰਦੇ ਹਾਂ, ਜੋ ਸਾਨੂੰ ਅਨੁਭੂਤੀ ਹੁੰਦੀ ਹੈ, ਜੋ ਮਹਿਸੂਸ ਹੁੰਦਾ ਵੈ, ਉਹ ਸਿਰਫ ਤੇ ਸਿਰਫ ਰੂਪ ਕਰਕੇ ਹੁੰਦਾ ਵੈ। ਇਹ ਰੂਸੀ ਰੂਪਵਾਦ ਵਾਲਿਆਂ ਦਾ ਮੰਨਣਾ ਸੀਗਾ। ਇਸਨੇ ਸਾਹਿਤ ਦੀ ਹੋਂਦ ਵਿਧੀ ਦਾ ਜਿਹੜਾ ਰਹੱਸ ਹੈ, ਜਿਹੜੀ ਉਹ ਟੈਕਨੀਕ ਜਾਂ ਸ਼ਿਲਪ ਦੇ ਵਿੱਚ ਤਲਾਸ਼ ਕਰਨ ਦਾ ਉਪਰਾਲਾ ਕੀਤਾ ਹੈ ਕਿ ਇਹ ਪ੍ਰਣਾਲੀ ਪੂਰੀ ਤਰ੍ਹਾਂ ਦੇ ਨਾਲ ਟੈਕਨੀਕ ਤੇ ਸ਼ਿਲਪ ਦੇ ਉੱਪਰ ਬੇਸ ਸੀ। ਜੇ ਅਸੀਂ ਗੱਲ ਕਰੀਏ ਕੁੱਲ ਮਿਲਾ ਕੇ ਤਾਂ ਆਧੁਨਿਕ ਸਾਹਿਤ ਚਿੰਤਨ ਵਾਂਗੀ ਰੂਸੀ ਰੂਪਵਾਦ ਵੀ ਸਾਹਿਤ ਵਿਦਿਆ ਦੀ ਨਿਵੇਕਲੀ ਤੇ ਸੁਤੰਤਰ ਹੋਂਦ ਉੱਪਰ ਜ਼ੋਰ ਦਿੰਦਾ ਹੈ। ਸਭ ਤੋਂ ਵੱਡੀ ਗੱਲ ਜਿਹੜੀ ਇਹਦੇ ਬਾਰੇ ਪੁੱਛੀ ਜਾ ਸਕਦੀ ਹੈ ਕਿ ਸਾਹਿਤ ਵਿਦਿਆ ਦੀ ਨਿਵੇਕਲੀ ਤੇ ਸੁਤੰਤਰ ਹੋਂਦ, ਕਿ ਸਾਹਿਤ ਆਪਣੇ ਆਪ ਦੇ ਵਿੱਚ ਸੁਤੰਤਰ ਹੈ, ਬਿਲਕੁਲ ਨਿਖੜਵਾ ਹੈ, ਬਿਲਕੁਲ ਅਲੱਗ ਹੈ, ਇੰਡੀਪੈਂਡੈਂਟ ਹੈ। ਸੰਖੇਪ ਵਿੱਚ ਸਾਹਿਤ ਵਿਗਿਆਨ ਦੇ ਰਾਹੀਂ ਅਜਿਹੇ ਤੱਤਾਂ ਦੀ, ਅਜਿਹੇ ਗੁਣਾਂ ਦੀ, ਅਜਿਹੇ ਲੱਛਣਾਂ ਦੀ ਅਸੀਂ ਜਾਣਕਾਰੀ ਲੈਣੀ ਹੈ, ਅਜਿਹੇ ਲੱਛਣਾਂ ਦਾ ਅਸੀਂ ਅਧਿਐਨ ਕਰਨਾ ਹੈ ਜਿਹਦੇ ਨਾਲ ਸਾਨੂੰ ਜਿਹੜੀ ਉਹ ਸਾਹਿਤ ਸਮੱਗਰੀ ਹੈ, ਉਹ ਜੋ ਸਾਹਿਤਿਕ ਰਚਨਾ ਹੈ, ਉਹ ਬਿਲਕੁਲ ਨਿਵੇਕਲੀ ਤੇ ਨਿਖੜਵੀਂ ਰੂਪ ਦੇ ਵਿੱਚ ਸਮਝ ਆ ਸਕੇ। ਜੋ ਕੁਐਸਚਨ ਬਹੁਤ ਜ਼ਿਆਦਾ ਪੁੱਛੇ ਜਾਂਦੇ ਨੇ, ਪੁੱਛੇ ਜਾ ਸਕਣ ਦੀ ਪੂਰੀ ਉਮੀਦ ਹੈ, ਉਹ ਕਿ ਰੂਸੀ ਰੂਪਵਾਦ ਦੇ ਮੁੱਖ ਚਿੰਤਕ ਕਿਹੜੇ ਹੋਏ। ਤਾਂ ਅਸੀਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਰੋਮਨ ਜੈਕਬਸਨ ਦੀ। ਇਹ ਰੂਸੀ ਰੂਪਵਾਦ ਦਾ ਆਰੰਭਕਰਤਾ ਮੰਨਿਆ ਜਾਂਦਾ ਹੈ।
1915 ਦੇ ਵਿੱਚ ਰੋਮਨ ਜੈਕਪਰਸਨ ਨੇ ਮਾਸਕੋ ਲਿੰਗੁਇਸਟਿਕ ਸਰਕਲ ਦੀ ਸਥਾਪਨਾ ਕੀਤੀ ਸੀ। 1915 ਮਾਸਕੋ ਲਿੰਗੁਇਸਟਿਕ ਸਰਕਲ। ਇਸ ਤੋਂ ਬਾਅਦ ਵਿੱਚੋਂ ਪੀਟਰ ਬੁਗਾਟਿਵ ਦਾ ਨਾਮ ਲਿਆ ਜਾਂਦਾ ਹੈ, ਜੋ ਕਿ ਇਸੇ ਗਰੁੱਪ ਵਿੱਚ ਸੀਗੇ, ਤੇ ਫਿਰ ਉਹਨਾਂ ਨੇ ਚੈਕਸਲੋਵਾਕੀਆ ਦੇ ਵਿੱਚ ਸ਼ਹਿਰ ਪ੍ਰਾਗ ਵਿਖੇ ਇੱਕ ਪ੍ਰਾਗ ਸਕੂਲ ਦੀ ਸਥਾਪਨਾ ਕੀਤੀ ਸੀ। ਇਹ ਨਾਮ ਵੀ ਯਾਦ ਰੱਖਾਂਗੇ। ਤੇ 1916 ਦੇ ਵਿੱਚ ਵਿਕਟਰ ਸਕਲੋਵੋਸਕੀ ਨੇ ਦੀ ਸੋਸਾਇਟੀ ਫॉर ਦੀ ਸਟੱਡੀ ਆਫ ਪੋਇਟਿਕ ਲੈਂਗੁਏਜ ਦੀ ਸਥਾਪਨਾ ਕੀਤੀ। ਬਹੁਤ ਵੱਡਾ ਰੂਸੀ ਸਕਲੋਵੋਸਕੀ, ਵਿਕਟਰ ਸਕਲੋਵੋਸਕੀ, 1916 ਸੋਸਾਇਟੀ ਫॉर ਦੀ ਸਟੱਡੀ ਆਫ ਪੋਇਟਿਕ ਲੈਂਗੁਏਜ। ਇਹ ਕੁਐਸਚਨ ਸਾਡੇ ਪੁੱਛੇ ਜਾ ਸਕਦੇ ਨੇ। ਇਸ ਨੂੰ ਓਪੋਜ਼ੋਸ ਕਿਹਾ ਜਾਂਦਾ ਹੈ, ਠੀਕ ਹੈ। ਇਹਦੇ ਗਰੁੱਪ ਦੇ ਵਿੱਚ ਬੋਰਿਸ ਟੋਮੇਸਕੀ, ਤਿਆਜ਼ੋਨੋਵ ਆਦਿ ਚਿੰਤਕ ਜਿਹੜੇ ਸੀ ਸ਼ਾਮਿਲ ਨੇ। ਸੋ ਰੋਮਨ ਜੈਕਪਰਸਨ ਦੇ ਬਾਰੇ, ਪੀਟਰ ਬੁਗਾਟਿਵ ਦੇ ਬਾਰੇ, ਵਿਕਟਰ ਸਕਲੋਵੋਸਕੀ ਦੇ ਬਾਰੇ ਤੇ ਉਹਨਾਂ ਦੇ ਸਕੂਲਸ ਮਾਸਕੋ ਲਿੰਗੁਇਸਟਿਕ ਸਰਕਲ, ਪ੍ਰਾਗ ਸਕੂਲ ਤੇ ਸੋਸਾਇਟੀ ਫॉर ਦੀ ਸਟੱਡੀ ਆਫ ਲੈਂਗੁਏਜ, ਇਹ ਸਾਨੂੰ ਬਿਲਕੁਲ ਯਾਦ ਹੋਣੇ ਚਾਹੀਦੇ ਨੇ, ਇਹ ਜਿਹੜੇ ਚਿੰਤਕ ਨੇ। ਜੇ ਅਸੀਂ ਪੈਟਰੋਗ੍ਰਾਡ ਰੂਪਵਾਦ ਦੀ ਗੱਲ ਕਰੀਏ ਤਾਂ ਮੈਂ ਤੁਹਾਨੂੰ ਛੋਟੀ ਜਿਹੀ ਜਿਹੜੀ ਗੱਲ ਦੱਸਦਾ ਕਿ ਮਾਸਕੋ ਲਿੰਗੁਇਸਟਿਕ ਸਰਕਲ ਤੇ ਓਪੋਜ਼ੋਸ ਸੋਸਾਇਟੀ ਫॉर ਦੀ ਸਟੱਡੀ ਆਫ ਲੈਂਗੁਏਜ ਤੋਂ ਬਾਅਦ ਵਿੱਚੋਂ ਤੀਜੀ ਜਿਹੜੀ ਸੰਸਥਾ ਸੀ ਉਹ ਬਹੁਤ ਮਹੱਤਵਪੂਰਨ 1920 ਦੇ ਵਿੱਚ ਪੈਟਰੋਗ੍ਰਾਦ ਦੇ ਵਿੱਚ ਸਥਾਪਿਤ ਹੋਈ। ਪੈਟਰੋਗ੍ਰਾਦ ਵਿਖੇ ਸਾਹਿਤਿਕ ਇਤਿਹਾਸਿਕ ਵਿਭਾਗ ਸੀ। ਇਸ ਵਿਭਾਗ ਪੈਟਰੋਗ੍ਰਾਦ ਵਿਖੇ ਇੰਸਟੀਚਿਊਟ ਆਫ ਹਿਸਟਰੀ ਜੋ ਸੀ ਉਹ ਬਣਾਇਆ ਗਿਆ। ਪੈਟਰੋਗ੍ਰਾਦ ਦੇ ਇਸ ਨਵੇਂ ਕੇਂਦਰ ਵਿੱਚ ਵਿਕਟਰ ਜਰਮਨਸਕੀ, ਇਖਨਬਾਵ, ਸਕਲੋਵੋਸਕੀ, ਟੋਮਵਸਕੀ ਆਦਿ ਸਾਰੇ ਰੂਪਸੀ ਰੂਪਵਾਦ ਜਿਹੜੇ ਸੀ ਉਹ ਇਕੱਠੇ ਹੋ ਗਏ। ਇਸ ਪ੍ਰਕਾਰ ਮਾਸਕੋ ਤੇ ਪੀਟਰਬਰਗ ਤੋਂ ਬਾਅਦ ਪੈਟਰੋਗ੍ਰਾਦ ਰੂਪਵਾਦ ਨੇ ਇੱਕ ਸ਼ਕਤੀਸ਼ਾਲੀ ਕੇਂਦਰ ਵਜੋਂ ਆਪਣੀ ਸਥਾਪਨਾ ਰੱਖੀ। ਰੂਪਵਾਦ ਦੇ ਇਹ ਬਹੁਤ ਹੀ ਜੋਬਨ ਦੇ ਵਰੇ ਕਹੇ ਜਾ ਸਕਦੇ ਸੀ। ਪੂਰੇ ਰੂਸੀ ਜਿਹੜੇ ਸੀਗੇ ਉਹ ਇੱਥੇ ਆ ਕੇ ਇਕੱਠੇ ਹੋ ਗਏ ਤੇ ਨਿਯਮਿਤ ਰੂਪ ਦੇ ਵਿੱਚ ਉਹ ਆਪਣੀ ਵਿਚਾਰ ਚਰਚਾ ਕਰਨ ਲੱਗੇ, ਜਿਸ ਨਾਲ ਰੂਸੀ ਰੂਪਵਾਦ ਦਾ ਜਿਹੜਾ ਚਿੰਤਨ ਸੀਗਾ ਉਹ ਦਿਨ ਪ ਦਿਨ ਨਿਖਰਨ ਲੱਗਾ। ਜੇ ਹੁਣ ਅਸੀਂ ਗੱਲ ਕਰੀਏ ਕਿ ਰੂਸੀ ਰੂਪਵਾਦ ਜਿਹੜੇ ਨੇ ਉਹ ਕਾਵਿ ਦੇ ਉੱਪਰ, ਕਲਾ ਦੇ ਉੱਪਰ, ਰੂਪ ਦੇ ਉੱਪਰ ਜ਼ੋਰ ਦਿੰਦੇ ਨੇ, ਤਾਂ ਉਹਨਾਂ ਦੀ ਕਸਵਟੀਆਂ ਕਿਹੜੀਆਂ ਨੇ, ਮੁੱਖ ਰੂਪ ਦੇ ਵਿੱਚ ਉਹ ਕਿਸ ਐਂਗਲਸ ਦੇ ਉੱਪਰ ਜ਼ੋਰ ਦਿੰਦੇ ਨੇ, ਤਾਂ ਸਭ ਤੋਂ ਪਹਿਲੀ ਜਿਹੜੀ ਗੱਲ ਹੈ ਜਿਹਦੇ ਉੱਪਰ ਉਹ ਫੋਕਸ ਕਰਦੇ ਨੇ ਉਹ ਹੈ ਕਾਵਿ ਭਾਸ਼ਾ। ਰੂਸੀ ਰੂਪਵਾਦੀਆਂ ਦੇ ਜੋ ਚਿੰਤਨ ਦਾ ਆਰੰਭ ਬਿੰਦੂ ਹੈ ਉਹ ਕਾਵਿ ਭਾਸ਼ਾ ਹੈ। ਉਹ ਚਾਰ ਚੀਜ਼ਾਂ ਪੁੱਛੀਆਂ ਜਾ ਸਕਦੀਆਂ, ਉਹਦੇ ਵਿੱਚ ਤੁਸੀਂ ਦੱਸੋਗੇ ਕਿ ਇਹ ਉਹਨਾਂ ਦੀ ਜਿਹੜੀ ਆਲੋਚਨਾ, ਉਹਨਾਂ ਦੇ ਅਧਿਐਨ ਦਾ ਮੁੱਖ ਨੁਕਤਾ ਹੈ, ਜਿਹਦੇ ਵਿੱਚ ਉਹ ਇਹ ਦੇਖਦੇ ਨੇ ਕਿ ਜਿਹੜੀ ਕਾਵਿ ਭਾਸ਼ਾ ਹੈ ਉਹਦੀ ਸਾਹਿਤਿਕਤਾ ਕਿੰਨੀ ਕੁ ਹੈ। ਉਹ ਸਾਹਿਤ ਭਾਸ਼ਾ ਤੇ ਵਿਹਾਰ ਭਾਸ਼ਾ ਨਾਲੋਂ ਆਪਸ ਦੇ ਵਿੱਚ ਨਿਖੇੜਾ ਸਥਾਪਿਤ ਕਰਦੇ ਨੇ, ਕਿਉਂਕਿ ਸਾਹਿਤ ਦਾ ਸਾਹਿਤ ਵਜੋਂ ਅਧਿਐਨ ਉਹ ਕਹਿੰਦੇ ਨੇ ਕਿ ਮੁੱਖ ਰੂਪ ਦੇ ਵਿੱਚ ਭਾਸ਼ਾ ਦਾ ਅਧਿਐਨ ਹੈ, ਤੇ ਭਾਸ਼ਾ ਜਿਹੜੀ ਹੈ ਉਹ ਵਿਵਹਾਰਿਕ ਭਾਸ਼ਾ ਨਾਲੋਂ, ਵਾਰਤਿਕ ਨਾਲੋਂ, ਵਿਗਿਆਨਿਕ ਭਾਸ਼ਾ ਨਾਲੋਂ ਕਿਸ ਤਰ੍ਹਾਂ ਨਿਵੇਕਲੀ ਹੈ ਉਹ ਇਹਦੇ ਵਿੱਚ ਦੇਖਿਆ ਜਾ ਸਕਦਾ ਹੈ। ਵਿਹਾਰਿਕ ਭਾਸ਼ਾ ਸੰਚਾਰ ਸਾਧਨ ਦਾ ਕੰਮ ਕਰਦੀ ਹੈ, ਉਸਦਾ ਕੋਈ ਹੋਰ ਸੁਤੰਤਰ ਮੁੱਲ ਨਹੀਂ, ਪਰ ਕਾਵਿ ਭਾਸ਼ਾ ਦੇ ਵਿੱਚ ਜਿਹੜਾ ਸੰਚਾਰ ਹੈ ਉਹ ਵਿਹਾਰਿਕ ਪ੍ਰਯੋਜਨ ਸ਼ਾਮਿਲ ਹੈ, ਪਰ ਉਹ ਪਿੱਠ ਭੂਮੀ ਵਿੱਚ ਚਲਾ ਜਾਂਦਾ ਹੈ ਇਹਨਾਂ ਦੇ ਅਕੋਰਡਿੰਗਲੀ, ਕਿ ਕਾਵਿ ਭਾਸ਼ਾ ਵਿੱਚ ਸੰਚਾਰ ਤਾਂ ਹੁੰਦਾ ਵੈ ਬਟ ਉਹ ਪਿੱਠ ਭੂਮੀ ਵਿੱਚ ਚਲਾ ਜਾਂਦਾ ਵੈ। ਇਹਦੇ ਵਿੱਚ ਜਿਹੜੀਆਂ ਭਾਸ਼ਿਕ ਜਿਹੜੇ ਰੂਪ ਨੇ, ਉਹ ਵਿਧੀਆਂ ਨੇ, ਉਹ ਅੱਗੇ ਆ ਜਾਂਦੀਆਂ ਨੇ, ਉਹ ਸੁਤੰਤਰ ਮੂਲ ਦੇ ਰੂਪ ਦੇ ਵਿੱਚ ਅੱਗੇ ਆ ਕੇ ਸਥਾਪਿਤ ਹੋ ਜਾਂਦੀਆਂ ਨੇ। ਇਸ ਨੂੰ ਰੂਸੀ ਰੂਪਵਾਦ ਵਾਲੇ ਅਗਰ ਭੂਮੀ ਦਾ ਸੰਕਲਪ ਕਹਿੰਦੇ ਨੇ। ਸੋ ਅਗਰ ਭੂਮੀ ਦਾ ਸੰਕਲਪ ਕਿਸ ਵਿਚਾਰਧਾਰਾ ਦੇ ਨਾਲ ਜੁੜਿਆ ਹੋਇਆ ਹੈ? ਅਗਰ ਭੂਮੀ ਦਾ ਸੰਕਲਪ ਰੂਸੀ ਰੂਪਵਾਦ ਦੇ ਨਾਲ ਜੁੜਿਆ ਹੋਇਆ ਹੈ, ਜੋ ਇਹ ਕਹਿੰਦੇ ਨੇ ਕਿ ਸਾਹਿਤ ਦੀ ਭਾਸ਼ਾ ਸੰਚਾਰ ਦਾ ਕੰਮ ਤਾਂ ਕਰਦੀ ਹੈ, ਪਰ ਇਹਦੇ ਵਿੱਚ ਉਹਦੇ ਨਾਲੋਂ ਜ਼ਿਆਦਾ ਜਿਹੜੇ ਭਾਸ਼ਿਕ ਰੂਪ ਨੇ ਉਹਨਾਂ ਦਾ ਜਿਹੜਾ ਸੁਤੰਤਰ ਮੁੱਲ ਹੈ ਉਹ ਜ਼ਿਆਦਾ ਮਹੱਤਵ ਰੱਖਦਾ ਵੈ, ਉਹ ਅੱਗੇ ਆ ਜਾਂਦਾ ਵੈ। ਇਸ ਥਿਊਰੀ ਨੂੰ ਉਹ ਫੋਰਗਰਾਊਂਡਿੰਗ ਥਿਊਰੀ, ਅਗਰ ਭੂਮੀ ਦਾ ਸੰਕਲਪ ਕਹਿੰਦੇ ਨੇ। ਇਸ ਤੋਂ ਬਾਅਦ ਵਿੱਚ ਜੇ ਅਸੀਂ ਰੂਪ ਦੇ ਸੰਕਲਪ ਦੀ ਗੱਲ ਕਰੀਏ ਕਿ ਰੂਪ, ਉਹਨਾਂ ਨੇ ਰੂਪ ਉੱਪਰ ਜ਼ੋਰ ਦਿੱਤਾ, ਤਾਂ ਉਹਨਾਂ ਦੇ ਨਜ਼ਰੀਏ ਦੇ ਵਿੱਚ ਰੂਪ ਕੀ ਸੀਗਾ? ਤਾਂ ਇਹਦੇ ਵਿੱਚ ਉਹਨਾਂ ਦੀ ਟੱਕਰ ਸਭ ਤੋਂ ਪਹਿਲਾਂ ਪ੍ਰਤੀਕਵਾਦੀਆਂ ਦੇ ਨਾਲ ਹੋਈ। ਪ੍ਰਤੀਕਵਾਦੀ ਜਿਹੜੇ ਸੀਗੇ ਉਸ ਸਮੇਂ ਇਹ ਗੱਲ ਦੇ ਉੱਪਰ ਜ਼ੋਰ ਦੇ ਰਹੇ ਸੀਗੇ ਕਿ ਜੋ ਸ਼ਬਦ ਅਸੀਂ ਉਚਾਰਨ ਕਰਦੇ ਹਾਂ ਉਹਦੀ ਧੁਨੀ ਤੇ ਜਿਹੜਾ ਉਹਦਾ ਅਰਥ ਹੁੰਦਾ ਹੈ ਉਹਦੇ ਵਿੱਚ ਇੱਕ ਸੰਬੰਧ ਨਿਸ਼ਚਿਤ ਹੁੰਦਾ ਹੈ। ਪ੍ਰਤੀਕਵਾਦੀਆਂ ਦਾ ਇਹ ਮੰਨਣਾ ਸੀਗਾ। ਰੂਸੀ ਰੂਪਵਾਦੀਆਂ ਨੇ ਧੁਨੀ ਤੇ ਅਰਥਹੀਨ ਭਾਸ਼ਾ ਦੇ ਉੱਪਰ ਬਹੁਤ ਨਿੱਠ ਕੇ ਵਿਚਾਰ ਕੀਤੇ। ਉਸ ਸਮੇਂ ਇਹ ਸੰਜੋਗ ਦੀ ਗੱਲ ਹੈ ਕਿ ਸੋਸਿਊਰ ਵੀ ਭਾਸ਼ਾ ਦੇ ਇਸ ਆਪਹੁਦਰੀਪਨ ਨੂੰ ਪੇਸ਼ ਕਰ ਰਿਹਾ ਸੀਗਾ, ਉਹ ਵੀ ਇਸ ਚੀਜ਼ ਨੂੰ ਮੰਨ ਰਿਹਾ ਸੀਗਾ ਕਿ ਭਾਸ਼ਾ ਆਪਹੁਦਰੀ ਹੈ। ਰੂਸੀ ਰੂਪਵਾਦੀ ਵਾਲੇ ਵੀ ਧੁਨੀ ਤੇ ਅਰਥ ਦੇ ਨਿਸ਼ਚਿਤ ਸੰਬੰਧਾਂ ਨੂੰ ਰੱਦ ਕਰ ਦਿੰਦੇ ਨੇ, ਪਰ ਉਹ ਕਾਵਿ ਦੇ ਵਿੱਚ ਵਰਤਿੰਦੇ ਅਰਥਹੀਨ ਸ਼ਬਦਾਂ ਦੇ ਮਹੱਤਵ ਦੇ ਵੱਲ ਧਿਆਨ ਜ਼ਰੂਰ ਦਿਵਾਉਂਦੇ ਨੇ। ਸੋ ਸਕਲੋਵੋਸਕੀ ਦਾ ਇੱਕ ਕਥਨ ਬੜਾ ਮਸ਼ਹੂਰ ਹੈ ਕਿ
ਕਵੀ ਅਰਥਹੀਨ ਸ਼ਬਦਾਂ ਨੂੰ ਵਰਤਣ ਦਾ ਨਿਰਣਾ ਨਹੀਂ ਕਰਦਾ, ਸਗੋਂ ਆਮ ਤੌਰ ਤੇ ਨਿਰਾਰਥਕ ਸ਼ਬਦਾਂ ਦੇ ਹੇਠ ਜਿਹੜਾ ਅਰਥ ਹੈ ਉਹ ਝਕਾਨੀ ਦੇ ਕੇ ਲੁਕਿਆ ਹੁੰਦਾ ਹੈ। ਇਹ ਸਟੇਟਮੈਂਟ ਆਮ ਆ ਜਾਂਦੀ ਹੈ ਕਿ ਕਵੀ ਦੀ ਵਰਤਾ ਵਿੱਚ ਵਰਤੇ ਹੋਏ ਅਰਥਹੀਨ ਸ਼ਬਦਾਂ ਦੇ ਵਿੱਚ ਵੀ ਕੋਈ ਨਾ ਕੋਈ ਜਿਹੜਾ मीनिंग है, कोई ना कोई ਉਹਦਾ ਕੰਸੈਪਟ ਹੈ ਉਹ ਜ਼ਰੂਰ ਹੁੰਦਾ ਹੈ। ਇਹ ਸਕਲਵੋਸਕੀ ਦਾ ਮੰਨਣਾ ਸੀਗਾ, ਜਦਕਿ ਪ੍ਰਤੀਕਵਾਦੀ ਇਸ ਗੱਲ ਨੂੰ ਮੰਨ ਰਹੇ ਸੀਗੇ ਕਿ ਜਿਹੜਾ ਉਹ ਸੰਬੰਧ ਹੈ ਉਹ ਆਪਸ ਦੇ ਵਿੱਚ ਪੱਕਾ ਹੈ, ਨਿਸ਼ਚਿਤ ਹੈ। ਸੋ ਕਾਵ ਭਾਸ਼ਾ ਦੇ ਬਾਰੇ ਰੂਸੀ ਰੂਪਵਾਦੀਆਂ ਦੀ ਇਹ ਗੱਲ ਬਿਲਕੁਲ ਕਲੀਅਰ ਹੋ ਗਈ ਕਿ ਕਾਵ ਭਾਸ਼ਾ ਨਿਰੋਲ ਬਿੰਬ ਭਾਸ਼ਾ ਨਹੀਂ, ਧੁਨੀ ਦਾ ਇਹਦੇ ਵਿੱਚ ਬਹੁਤ ਮਹੱਤਵ ਹੈ। ਪ੍ਰਤੀਕਵਾਦੀਆਂ ਦੀ ਧਾਰਨਾ ਸੀ ਕਿ ਧੁਨੀ ਜਿਹੜਾ ਹੈ ਉਹ ਜੋ ਵੀ ਪ੍ਰਤੀਕ ਹੈ ਉਹਦਾ ਪ੍ਰਗਟ ਵਸਤੂ ਹੈ ਤੇ ਅਰਥ ਉਹਦਾ ਲੁਪਤ ਵਸਤੂ ਹੈ। ਰੂਪਵਾਦੀਆਂ ਨੇ ਇਸ ਮਤ ਨੂੰ ਬਿਲਕੁਲ ਖੰਡਿਤ ਕਰ ਦਿੱਤਾ। ਔਰ ਕਾਵ ਭਾਸ਼ਾ ਦਾ ਪ੍ਰਯੋਜਨ ਅਰਥ ਨੂੰ ਸਮਝਾਣਾ ਨਹੀਂ, ਸਗੋਂ ਯਥਾਰਥ ਦਾ ਮਹਾਦ੍ਰਿਸ਼ ਪੇਸ਼ ਕਰਨਾ ਹੈ। ਯਥਾਰਥ ਦਾ ਜੋ ਪ੍ਰਸਾਰ ਸ਼ਬਦਾਂ ਦੇ ਰੂੜ ਅਰਥਾਂ ਰਾਹੀਂ ਪੇਸ਼ ਨਹੀਂ ਹੋ ਸਕਦਾ, ਉਸ ਨੂੰ ਧੁਨੀਆਂ ਦੇ ਰਾਹੀਂ ਪੇਸ਼ ਕੀਤਾ ਜਾ ਸਕਦਾ ਹੈ। ਸੋ ਕਾਵ ਭਾਸ਼ਾ ਦੇ ਬਾਰੇ ਅਸੀਂ ਕੁੱਲ ਮਿਲਾ ਕੇ ਜਿਹੜੀ ਸਭ ਤੋਂ ਵੱਡੀ ਗੱਲ ਹੈ ਉਹ ਇਹ ਸਮਝਾਂਗੇ, ਜਿਹੜੀ ਉਹਨਾਂ ਨੇ ਕੀਤੀ ਸੀਗੀ ਕਿ ਵਿਹਾਰਿਕ ਨਾਲੋਂ ਡਿਫਰੈਂਟ ਸੰਚਾਰ ਦੂਜੇ ਪੱਧਰ ਦੇ ਉੱਪਰ, ਤੀਜੇ ਪੱਧਰ ਤੇ ਕਿ ਜਿਹੜੇ ਉਹ ਧੁਨੀਆਂ ਨੇ ਤੇ ਜਿਹੜੇ ਉਹਨਾਂ ਦੇ ਜਿਹੜੇ ਅਰਥ ਨੇ ਉਹਨਾਂ ਦੀ ਗੱਲ, ਔਰ ਫਿਰ ਉਸ ਗੱਲ ਦੇ ਆਧਾਰ ਦੇ ਉੱਪਰ ਹੀ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਇਹ ਕਾਵ ਭਾਸ਼ਾ ਅਸਲ ਵਿੱਚ ਰੂਪ ਤੇ ਵਸਤੂ ਦੀ ਦਵੈਤ ਉੱਪਰ ਸੱਟ ਸਨ। ਰੂਪ ਨੂੰ ਭਾਂਡਾ ਮੰਨਣਾ ਜਾਂ ਵਸਤੂ ਨੂੰ ਉਹਦੇ ਵਿੱਚ ਕੋਈ ਸਮੱਗਰੀ ਦੇ ਪਾ ਕੇ ਉਸ ਸਮੱਗਰੀ ਦੇ ਆਧਾਰ ਦੇ ਉੱਤੇ ਉਸ ਨੂੰ ਮੰਨਣਾ, ਇਸ ਨੂੰ ਉਹਨਾਂ ਨੇ ਰੱਦ ਕਰ ਦਿੱਤਾ। ਉਹ ਕਹਿੰਦੇ ਕਿ ਨਹੀਂ, ਕਲਾ ਦਾ ਇਹ ਅਦੁੱਤੀ ਸੁਭਾਅ ਹੈ ਕਿ ਉਹ ਅੰਗਾਂ ਦਾ ਜੋੜ ਮੇਲ ਨਹੀਂ, ਸਗੋਂ ਕਲਾ ਦੀ ਤਾਂ ਹੋਂਦ ਉਸ ਦੀ ਮੂਲ ਵਰਤੋਂ ਦੇ ਵਿੱਚ ਹੈ। ਸੋ ਰੂਸੀ ਰੂਪਵਾਦੀਆਂ ਨੇ ਮੰਨਿਆ ਕਿ ਜਿਹੜੀ ਇਹ ਕਲਾ ਹੈ, ਇਹ ਜਿਹੜੀ ਕਿਰਤ ਹੈ, ਇਹ ਆਪਣੇ ਆਪ ਦੇ ਵਿੱਚ ਸਮੂਰਤ ਹੈ, ਸੰਜੋਕਤ ਹੈ, ਗਤੀਸ਼ੀਲ ਹੈ, ਆਤਮਪੂਰਨ ਹੈ। ਇਹਨੂੰ ਕਿਸੇ ਸੰਗੀ ਸਾਥੀ ਦੀ ਲੋੜ ਨਹੀਂ। ਇਸ ਤਰ੍ਹਾਂ ਰੂਪਵਾਦੀ ਪ੍ਰਤੀਕਵਾਦੀਆਂ ਤੇ ਸੋਚਵਾਦੀਆਂ ਤੋਂ ਬਿਲਕੁਲ ਵੱਖਰੇ ਸੀ। ਪ੍ਰਤੀਕਵਾਦੀ ਮੰਨਦੇ ਸੀ ਕਿ ਵਸਤੂ ਰੂਪ ਥਾਣੀ ਚਮਕਦਾ ਹੈ ਤੇ ਸੋਚਵਾਦੀ ਸੁਚੇਤ ਰੂਪ ਵਿੱਚ ਰੂਪ ਨੂੰ ਵਸਤੂ ਨਾਲੋਂ ਨਿਖੇੜ ਕੇ ਕੁਝ ਖਾਸ ਤੱਤਾਂ ਤੇ ਜ਼ੋਰ ਦਿੰਦੇ ਸੀ। ਪਰ ਰੂਸੀ ਰੂਪਵਾਦੀ ਰੂਪ ਦੀ ਏਕਤਾ ਤੇ ਜ਼ੋਰ ਦਿੰਦੇ ਸੀ। ਰੂਪ ਦੀ ਏਕਤਾ, ਪਲੀਜ਼ ਕਾਈਂਡਲੀ ਇਹ ਪੁਆਇੰਟ ਸਮਝ ਲਓ, ਰੂਪ ਦੀ ਏਕਤਾ, ਰੂਪ ਜਿਸ ਵਿੱਚ ਵਸਤੂ ਵੀ ਸ਼ਾਮਿਲ ਹੈ। ਇਹ ਰੂਪਵਾਦੀਆਂ ਦੀ ਮਹੱਤਵਪੂਰਨ ਦੇਣ ਸੀ। ਸੋ ਰੂਪ ਦੀ ਗੱਲ ਕਰਦੇ ਨੇ, ਰੂਪ ਦੀ ਏਕਤਾ ਦੀ ਗੱਲ ਕਰਦੇ ਨੇ, ਉਹ ਰੂਪ ਜਿਹਦੇ ਵਿੱਚ ਵਸਤੂ ਵੀ ਸ਼ਾਮਿਲ ਹੈ, ਕਿ ਵਸਤੂ ਇਹਦੇ ਵਿੱਚ ਹੀ ਸ਼ਾਮਿਲ ਹੈ। ਸੋ ਮੇਨ ਫੋਕਸ ਵਸਤੂ ਉੱਪਰ ਨਹੀਂ, ਰੂਪ ਉੱਪਰ ਹੈ, ਕਿਉਂਕਿ ਵਸਤੂ ਜਿਹੜਾ ਹੈ ਰੂਪ ਦੇ ਵਿੱਚ ਸ਼ਾਮਿਲ ਹੈ। ਇਹ ਰੂਸੀ ਰੂਪਵਾਦੀਆਂ ਦੀ ਮਹੱਤਵਪੂਰਨ ਦੇਣ ਹੈ। ਇਸ ਤੋਂ ਬਾਅਦ ਇੱਕ ਹੋਰ ਸਿਧਾਂਤ ਜਿਹੜਾ ਸਾਨੂੰ ਕੋਲ ਆਂਦਾ ਹੈ ਰੂਸੀ ਰੂਪਵਾਦ ਦੇ ਵਿੱਚ, ਉਹ ਹੈ ਅਜਨਬੀਕਰਨ ਦਾ ਸਿਧਾਂਤ, ਜਿਸ ਨੂੰ ਅਸੀਂ ਡੀਫੈਮਿਲਰਾਈਜੇਸ਼ਨ ਵੀ ਕਹਿੰਦੇ ਆ। ਇਹਦਾ ਮਤਲਬ ਸਿਰਫ ਤੇ ਸਿਰਫ ਇੰਨਾ ਹੈ ਕਿ ਉਹ ਯੁਕਤਾਂ ਦੀ ਵਰਤੋਂ ਜੋ ਚੀਜ਼ਾਂ ਨੂੰ ਪਛਾਣਨ ਦੇ ਲਈ ਨਹੀਂ, ਸਗੋਂ ਇਕਾਗਰ ਹੋ ਕੇ ਵੇਖਣ ਲਈ ਪ੍ਰੇਰਿਤ ਕਰਦੀਆਂ ਨੇ। ਸੋ ਰਚਨਾ ਸਰੰਚਨਾ ਵਿੱਚ ਹਰਭਜਨ ਸਿੰਘ ਨੇ ਇਸ ਨੂੰ ਬਹੁਤ ਸੋਹਣਾ ਐਕਸਪਲੇਨ ਕੀਤਾ ਹੈ। ਇਸ ਸਿਧਾਂਤ ਨੂੰ ਸਕਲਵੋਸਕੀ ਨੇ ਪੇਸ਼ ਕੀਤਾ ਸੀਗਾ ਕਿ ਆਮ ਤੌਰ ਤੇ ਅਸੀਂ ਰੂਟੀਨ ਵਿੱਚ ਚੀਜ਼ਾਂ ਨੂੰ ਨੀਚ ਨਾਲ ਦੇਖਣਾ ਬੰਦ ਕਰ ਦਿੰਦੇ ਆ, ਪਰ ਜਿਹੜਾ ਰੂਸੀ ਰੂਪਵਾਦ ਵਾਲੇ ਕਹਿੰਦੇ ਕਿ ਹੋਣਾ ਕੀ ਚਾਹੀਦਾ ਹੈ ਕਿ ਇਸ ਪ੍ਰਕਿਰਿਆ ਨੂੰ ਤੋੜਨ ਲਈ ਕਵੀ ਇਸ ਤਰੀਕੇ ਨਾਲ ਕਿਸੇ ਚੀਜ਼ ਨੂੰ ਪੇਸ਼ ਕਰੇ, ਅਜਨਬੀਕਰਨ ਬਣਾ ਕੇ, ਕਿ ਸਾਨੂੰ ਦੁਬਾਰਾ ਵੇਖਣ ਦੇ ਲਈ ਸਾਨੂੰ ਮਜਬੂਰ ਕਰ ਦੇਵੇ ਕਿ ਆਹ ਜਿਹੜੀ ਚੀਜ਼ ਹੈ ਇਹ ਕੀ ਹੈ। ਇੱਕ ਵਾਰੀ ਨਵੇਂ ਢੰਗ ਦੇ ਨਾਲ ਬਿਲਕੁਲ ਉਹ ਚੀਜ਼ ਸਾਡੇ ਸਾਹਮਣੇ ਆ ਜਾਏ, ਸਾਡੀਆਂ ਅੱਖਾਂ ਖੋਲ ਦੇ, ਸਾਡੇ ਕੰਨ, ਸਾਨੂੰ ਨਵਾਂ ਕੁਝ ਸੁਣਨ ਨੂੰ ਮਿਲੇ। ਡੀਫੈਮਿਲਰਾਈਜੇਸ਼ਨ ਸਕਲਵੋਸਕੀ ਦਾ ਸਿਧਾਂਤ, ਕਿਉਂਕਿ ਇਹਦੇ ਵਿੱਚ ਉਹ ਕਹਿੰਦੇ ਨੇ ਕਿ ਪ੍ਰਤੱਖਣ ਜੋ ਅਸੀਂ ਕਰਨਾ ਹੈ, ਜੋ ਪਰਸੈਪਸ਼ਨ ਲੈਣੀ ਹੈ, ਉਹਦੇ ਉੱਪਰ ਸਮਾਂ ਜਿਹੜਾ ਜ਼ਿਆਦਾ ਲੱਗਣਾ ਚਾਹੀਦਾ ਹੈ। ਇਹਦੇ ਲਈ ਜਿਹੜਾ ਜ਼ੋਰ ਦਿੱਤਾ ਗਿਆ ਹੈ, ਕਿਉਂਕਿ ਬਾਰ-ਬਾਰ ਇਹ ਗੱਲ ਕਹੀ ਗਈ ਹੈ ਕਿ ਰਚਨਾ ਦਾ ਉਦੇਸ਼ ਗਿਆਨ ਪ੍ਰਸਾਰਣ ਨਹੀਂ, ਨਾ ਹੀ ਸੰਦੇਸ਼ ਮਾਤਰ ਹੈ, ਸਗੋਂ ਇਸ ਦਾ ਮੁੱਖ ਉਦੇਸ਼ ਮਨੁੱਖੀ ਸੂਝ ਨੂੰ ਪ੍ਰਚੰਡ ਕਰਨਾ ਹੈ। ਸੋ ਕਥਾ ਨੂੰ ਕਥਾਨਕ ਵਿੱਚ ਵੀ ਬਦਲਿਆ ਜਾਂਦਾ ਹੈ, ਪਰ ਅਜਨਬੀਕਰਨ ਉਹਦੇ ਵਿੱਚ ਵੀ ਕਾਰਜਸ਼ੀਲ ਹੁੰਦਾ ਹੈ। ਅਜਨਬੀਕਰਨ ਦੀ ਮਹੱਤਤਾ ਇਸ ਕਰਕੇ ਵੀ ਹੈ ਕਿਉਂਕਿ ਉਹ ਸਾਨੂੰ ਯਥਾਰਥ ਦਾ ਪ੍ਰਤੱਖਣ ਕਰਾਉਣ ਦੀ ਥਾਂ ਇਸ ਦਾ ਮਹਾਨ ਦ੍ਰਿਸ਼ ਪੇਸ਼ ਕਰਦੇ ਨੇ, ਜੋ ਸਾਨੂੰ ਵਧੇਰੇ ਸੋਚਮਈ ਲੱਗਦਾ ਹੈ ਕਿ ਸਾਡੇ ਸਾਹਮਣੇ ਰਿਐਲਿਟੀ ਨੂੰ, ਯਥਾਰਥ ਨੂੰ ਕੁਝ ਇਹੋ ਜਿਹਾ ਦੱਸਿਆ ਜਾਂਦਾ ਹੈ, ਉਹਦਾ ਇਹੋ ਜਿਹਾ ਮਹਾਦ੍ਰਿਸ਼ ਪੇਸ਼ ਕੀਤਾ ਜਾਂਦਾ ਹੈ ਜੋ ਸਾਡੇ ਲਈ ਵਧੇਰੇ ਸੋਚਪੂਰਨ ਤੇ ਸੰਤੁਸ਼ਟੀਪੂਰਨ ਹੋ ਜਾਂਦਾ ਹੈ। ਇਸ ਤੋਂ ਇਲਾਵਾ ਰੂਸੀ ਰੂਪਵਾਦੀਆਂ ਨੇ ਥੀਮ ਦੀ ਗੱਲ ਕੀਤੀ, ਬਹੁਤ ਮਹੱਤਵਪੂਰਨ ਚਰਚਾ। ਹਰ ਇੱਕ ਰਚਨਾ ਦਾ ਜਿਹੜਾ ਆਧਾਰ ਹੈ ਉਹ ਥੀਮ ਹੈ, ਜੋ ਰਚਨਾ ਦੇ ਆਦ ਤੋਂ ਅੰਤ ਤੱਕ ਇੱਕ ਕਿਸੇ ਵੀ ਰਚਨਾ ਨੂੰ ਜਿਹੜੀ ਏਕਤਾ ਮਿਲਦੀ ਹੈ ਉਹਦੇ ਥੀਮ ਤੋਂ ਮਿਲਦੀ ਹੈ। ਸੋ ਥੀਮ ਵੱਖਰੇ ਵੱਖਰੇ ਅੰਗਾਂ ਦਾ, ਥੀਮ
ਸਮੁੱਚੇ ਰੂਪ ਦੇ ਵਿੱਚ ਥੀਮ ਇੱਕ ਵਾਕ ਦਾ ਵੀ ਹੋ ਸਕਦਾ ਹੈ। ਸੋ ਥੀਮ ਦੀ ਜਿਹੜੀ ਗੱਲ ਹੈ ਉਸਨੂੰ ਅਗਰ ਅਸੀਂ ਸਮਝਣਾ ਹੋਏ ਤਾਂ ਸਭ ਤੋਂ ਪਹਿਲਾਂ ਸਾਨੂੰ ਸਮਝਣਾ ਪਏਗਾ ਤੋਮਾਵਸਕੀ ਦੇ, ਕਿਉਂਕਿ ਉਹਨੇ ਥੀਮ ਦੀ ਜਿਹੜੀ ਗੱਲ ਕੀਤੀ, ਉਹਨੇ ਕਿਹਾ ਵੀ 3 ਤਰ੍ਹਾਂ ਦਾ ਵਿਸ਼ਾ ਵਿਗੋਪਨ ਹੁੰਦਾ ਹੈ, ਕਿ ਵਿਸ਼ੇ ਦਾ ਪ੍ਰਗਟਾਵਾ 3 ਤਰ੍ਹਾਂ ਨਾਲ ਹੁੰਦਾ ਹੈ। ਇੱਕ ਫੂਰੀ ਵਿਗੋਪਨ, ਇੱਕ ਵਿਲੰਬਿਤ ਵਿਗੋਪਨ, ਇੱਕ ਸਥਾਨਾਂਤਰ ਵਿਗੋਪਨ। ਇਹ 3 ਤਰ੍ਹਾਂ ਦੇ ਜਿਹੜੇ ਥੀਮ ਨੇ, 3 ਤਰ੍ਹਾਂ ਦੇ ਜਿਹੜੇ ਵਿਗੋਪਨ ਨੇ, 3 ਤਰ੍ਹਾਂ ਦੇ ਪ੍ਰਗਟਾਵੇ ਦੀ ਜਿਹੜੀ ਗੱਲ ਸੀ ਇਹ ਤੋਮਾਵਸਕੀ ਨੇ ਕੀਤੀ ਕਿ ਜਦੋਂ ਸਾਨੂੰ ਕਿਸੇ ਰਚਨਾ ਦੇ ਆਰੰਭ ਦੇ ਵਿੱਚ ਹੀ ਪਤਾ ਲੱਗ ਜੇ ਪਾਤਰਾਂ ਦੀ ਜਾਣ ਪਛਾਣ, ਘਟਨਾ, ਵਿਸ਼ਾ, ਤਾਂ ਦੈਟ ਇਜ਼ ਫੂਰੀ। ਜਦੋਂ ਪਾਤਰਾਂ ਦੇ ਅੰਤਰ ਸੰਬੰਧਾਂ ਵਿੱਚ ਕੁਝ ਸਮਾਂ ਲੱਗ ਜੇ, ਥੋੜਾ ਟੁਕੜਾ ਟੁਕੜਾ ਕਰਕੇ ਗੱਲ ਹੌਲੀ ਹੌਲੀ ਸਮਝ ਆਏ, ਉਹ ਵਿਲੰਬਿਤ ਵਿਗੋਪਨ ਹੈ। ਤੇ ਜਦੋਂ ਬਹੁਤ ਦੇਰ ਦੇ ਨਾਲ ਘਟਨਾ ਤੋਂ ਬਾਅਦ ਵਿੱਚੋਂ ਜਿਹੜੇ ਤੱਥਾਂ ਜਾਣ ਪਛਾਣ ਕਰਾਈ ਜਾਏ ਜਿਹਦੇ ਬਾਰੇ ਸਾਨੂੰ ਪਤਾ ਹੀ ਨਹੀਂ ਸੀ, ਸਮਝ ਹੀ ਨਹੀਂ ਸੀ, ਆਪਾਂ ਸੋਚਿਆ ਹੀ ਨਹੀਂ ਸੀ ਵੀ ਇਹ ਵੀ ਹੋ ਸਕਦਾ ਹੈ, ਦੈਟ ਇਜ਼ ਸਥਾਨਾਂਤਰ ਵਿਗੋਪਨ। ਸੋ ਥੀਮ ਜਿਹੜਾ ਹੈ ਉਹ 3 ਤਰੀਕਿਆਂ ਦੇ ਨਾਲ ਪ੍ਰਗਟਾਇਆ ਜਾ ਸਕਦਾ ਹੈ। ਇਹ ਰਾਈਟਰ ਉੱਪਰ ਡਿਪੈਂਡ ਕਰਦਾ ਹੈ ਕਿ ਉਸਨੂੰ ਕਿਵੇਂ ਪੇਸ਼ ਕਰਨਾ ਹੈ। ਇਸ ਤੋਂ ਬਾਅਦ ਉਹਨੇ ਬਿਰਤਾਂਤਕਾਰ ਦੀ ਗੱਲ ਕੀਤੀ ਕਿ 2 ਤਰ੍ਹਾਂ ਦੇ ਬਿਰਤਾਂਤਕਾਰ ਹੁੰਦੇ ਨੇ, ਇੱਕ ਸਰਵਗਿਆਨੀ ਬਿਰਤਾਂਤ ਤੇ ਇੱਕ ਸੀਮਤ ਗਿਆਨੀ ਬਿਰਤਾਂਤ। ਉਹ ਰਚਨਾਵਾਂ ਜਿਹਦੇ ਵਿੱਚੋਂ ਸਾਨੂੰ ਸਿਰਫ ਤੇ ਸਿਰਫ ਸੀਮਤ ਵਿਸ਼ੇ ਦੇ ਬਾਰੇ ਥੋੜੀ ਜਿਹੀ ਜਾਣਕਾਰੀ, ਉਹ ਜਿਹੜਾ ਹੈ ਸੀਮਤ ਗਿਆਨੀ ਬਿਰਤਾਂਤ ਹੈ। ਪਰ ਜਦੋਂ ਬਿਰਤਾਂਤਕਾਰ ਸਰਵਗਿਆਤਾ ਹੁੰਦਾ ਹੈ, ਉਹ ਲੁਕਵੇਂ ਵਿਚਾਰਾਂ ਨੂੰ ਵੀ ਜਾਣਦਾ ਹੈ, ਬਹੁਤ ਭਰਪੂਰ ਸਾਡੇ ਸਾਹਮਣੇ ਜਿਹੜੀਆਂ ਚੀਜ਼ਾਂ ਨੇ ਉਹ ਪੇਸ਼ ਹੋ ਕੇ ਆਉਂਦੀਆਂ ਨੇ, ਤਾਂ ਉਹ ਸਰਵਗਿਆਨੀ ਬਿਰਤਾਂਤਕਾਰ ਹੁੰਦਾ ਹੈ। ਤੇ ਰੂਸੀ ਰੂਪਵਾਦੀ ਵਾਲੇ ਮੰਨਦੇ ਨੇ ਕਿ ਸਰਵਗਿਆਨੀ ਦੀ ਸ਼ਖਸੀਅਤ ਕਿਸੇ ਵੀ ਰਚਨਾ ਨੂੰ, ਕਾਵ ਰਚਨਾ ਨੂੰ ਉੱਤਮ ਬਣਾ ਦਿੰਦੀ ਹੈ। ਇਸ ਤੋਂ ਬਾਅਦ ਵਿੱਚੋਂ ਰੂਸੀ ਰੂਪਵਾਦ ਦੇ ਵਿੱਚ ਮੋਟਿਵ ਤੇ ਮੋਟੀਵੇਸ਼ਨ ਦੇ ਸੰਕਲਪ ਆਉਂਦੇ ਨੇ। ਮੋਟਿਵ ਆਪਾਂ ਨੂੰ ਪਤਾ ਹੈ ਕਥਾਨਿਕ ਰੂੜੀਆਂ ਰਚਨਾ ਨੂੰ ਮਿਲ ਕੇ ਬਣਾਉਣ ਲਈ ਨਿੱਕੇ ਨਿੱਕੇ ਮੋਟਿਵਸ, ਉਹ ਨਿੱਕੇ ਨਿੱਕੇ ਮੋਟਿਵਸ ਬਣ ਕੇ ਕਿਸੇ ਰਚਨਾ ਨੂੰ ਬਣਾਉਂਦੇ ਨੇ। ਠੀਕ ਹੈ ਜੀ। ਉਹ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਮੋਟਿਵ ਪੱਕੇ ਹੁੰਦੇ ਨੇ, ਇੱਕ ਪਲਾਟ ਤੋਂ ਦੂਜੇ ਪਲਾਟ ਵਿੱਚ ਪ੍ਰਵੇਸ਼ ਕਰ ਜਾਂਦੇ ਨੇ, ਪਰ ਰੂਸੀ ਰੂਪਵਾਦ ਵਾਲੇ ਇਸ ਗੱਲ ਨੂੰ ਨਹੀਂ ਮੰਨਦੇ। ਉਹ ਕਹਿੰਦੇ ਇਹ ਜ਼ਰੂਰੀ ਨਹੀਂ ਹੈ ਕਿ ਮੋਟਿਵ ਇੱਕ ਜਗ੍ਹਾ ਤੋਂ ਦੂਜੇ ਪਲਾਟ ਦੇ ਵਿੱਚ ਉਹਨਾਂ ਦੀ ਸਾਰਥਕਤਾ ਹੋਵੇ, ਇਹ ਬਿਲਕੁਲ ਜ਼ਰੂਰੀ ਨਹੀਂ ਹੈ। ਸੋ ਤੋਮਾਵਸਕੀ ਨੇ ਮੋਟਿਫਾਂ ਦੀ ਪ੍ਰਕਿਰਤੀ ਦੇ ਹਿਸਾਬ ਨਾਲ 2 ਤਰ੍ਹਾਂ ਦੇ ਮੋਟਿਫਾਂ ਦੀ ਗੱਲ ਕੀਤੀ ਹੈ। ਪੁੱਛਿਆ ਜਾ ਸਕਦਾ ਹੈ ਬੱਝੇ ਮੋਟਿਵ ਤੇ ਖੁੱਲੇ ਮੋਟਿਵ। ਜਿਹੜੇ ਬੱਝੇ ਮੋਟਿਵ ਨੇ ਉਹ ਮੋਟਿਵ ਜੋ ਪਲਾਟ ਵਿੱਚੋਂ ਖਾਰਜ ਨਹੀਂ ਕੀਤੇ ਜਾ ਸਕਦੇ, ਨਿਕਾਲੇ ਨਹੀਂ ਜਾ ਸਕਦੇ, ਰਚਨਾ ਦੇ ਉੱਪਰ ਫਰਕ ਪਏਗਾ। ਤੇ ਖੁੱਲੇ ਮੋਟਿਵ ਕਿ ਜੇ ਰਚਨਾ ਵਿੱਚੋਂ ਉਹਨਾਂ ਨੂੰ ਬਾਹਰ ਵੀ ਕੱਢ ਦੋ, ਨਾਵਲ ਵਿੱਚੋਂ ਉਹ ਅੰਸ਼ ਬਾਹਰ ਵੀ ਕੱਢ ਦੋ, ਤਾਂ ਉਸਦੇ ਬੁਨਿਆਦੀ ਸੰਗਠਨ ਨੂੰ ਕੋਈ ਠੇਸ ਨਹੀਂ ਪਹੁੰਚਦੀ। ਇਹ ਪ੍ਰਕਿਰਤੀ ਦੇ ਹਿਸਾਬ ਨਾਲ। ਤੇ ਸਥਿਤੀ ਦੇ ਹਿਸਾਬ ਨਾਲ 2 ਤਰ੍ਹਾਂ ਦੇ ਮੋਟਿਵ ਨੇ, ਗਤੀਸ਼ੀਲ ਮੋਟਿਵ ਤੇ ਗਤੀਹੀਨ ਮੋਟਿਵ। ਉਹ ਮੋਟਿਵ ਜੋ ਸਥਿਤੀ ਨੂੰ ਬਦਲਣ ਵਿੱਚ ਸਹਾਇਕ ਨੇ, ਜੋ ਸਥਿਤੀਆਂ ਨੂੰ ਬਦਲਦੇ ਨੇ, ਜਿਹਦੇ ਉੱਪਰ ਰਚਨਾ ਬੇਸ ਹੁੰਦੀ ਹੈ, ਉਹਨਾਂ ਨੂੰ ਅਸੀਂ ਗਤੀਸ਼ੀਲ ਕਹਿੰਦੇ ਆ। ਤੇ ਉਹ ਮੋਟਿਵ ਜਿਹੜੇ ਸਥਿਤੀਆਂ ਨੂੰ ਬਦਲਣ ਵਿੱਚ ਸਹਾਇਕ ਜਾਂ ਉਚਿਤ ਨਹੀਂ ਹੁੰਦੇ, ਉਹਨਾਂ ਨੂੰ ਅਸੀਂ ਗਤੀਹੀਨ ਮੋਟਿਵ ਕਹਿੰਦੇ ਆ। ਪਰ ਇੱਕ ਗੱਲ ਬਹੁਤ ਯਾਦ ਰੱਖਣ ਵਾਲੀ ਹੈ ਕਿ ਆਮ ਤੌਰ ਤੇ ਮੰਨਿਆ ਗਿਆ ਕਿ ਖੁੱਲੇ ਮੋਟਿਵ ਆਮ ਤੌਰ ਤੇ ਗਤੀਹੀਨ ਹੁੰਦੇ ਨੇ, ਪਰ ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਸਾਰੇ ਗਤੀਹੀਨ ਮੋਟਿਵ ਖੁੱਲੇ ਮੋਟਿਵ ਨਹੀਂ ਹੁੰਦੇ। ਇਹ ਗੱਲ ਬਿਲਕੁਲ ਸਮਝਣ ਵਾਲੀ ਹੈ। ਸੋ ਮੋਟਿਵਾਂ ਦਾ ਜੋੜ ਮੇਲ ਕਿਸੇ ਵੀ ਥੀਮ ਦੇ ਵਿੱਚ ਥੀਮ ਨੂੰ ਬਣਾਉਂਦਾ ਹੈ। ਉਹਨਾਂ ਵਿੱਚ ਮੋਟਿਵਾਂ ਦੇ ਵਿੱਚ ਕਲਾਤਮਿਕ ਏਕਤਾ ਹੋਣੀ ਚਾਹੀਦੀ ਹੈ। ਮੋਟਿਵਾਂ ਨੂੰ ਬੜੇ ਜੁਗਤਾਂ ਦੇ ਨਾਲ ਪੇਸ਼ ਕਰਨਾ ਚਾਹੀਦਾ ਹੈ। ਸੋ ਮੋਟਿਵਾਂ ਨੂੰ ਜੋ ਪੇਸ਼ ਕਰਨ ਦਾ ਢੰਗ ਹੈ ਉਹ ਜੁਗਤ ਹੈ, ਤੇ ਜੁਗਤਾਂ ਦਾ ਟਾਣਾ ਬਾਣਾ ਮੋਟਿਵਾਂ ਦੇ ਪ੍ਰਵੇਸ਼ ਨੂੰ ਸਚਾਉਂਦਾ ਹੈ ਕਿ ਮੋਟਿਵ ਕਿਵੇਂ ਪ੍ਰਵੇਸ਼ ਹੋਏਗਾ, ਕਿਸੇ ਮੋਟਿਵ ਨੂੰ ਕਿਵੇਂ ਲੈ ਕੇ ਆਣਾ ਹੈ। ਹੁਣ ਜੁਗਤਾਂ ਤੇ ਮੋਟਿਵਾਂ ਦੇ ਵਿਚਕਾਰ ਜੋ ਨਿਆਂ ਦਾ ਰਿਸ਼ਤਾ ਹੈ ਕਿ ਕਿਸੇ ਮੋਟਿਵ ਨੂੰ ਕਿਵੇਂ ਪੇਸ਼ ਕਰਨਾ ਹੈ, ਉਸ ਨੂੰ ਮੋਟੀਵੇਸ਼ਨ ਕਿਹਾ ਜਾਂਦਾ ਹੈ। ਠੀਕ ਹੈ ਜੀ। ਸੋ ਜੁਗਤਾਂ ਦਾ ਤਾਣਾ ਬਾਣਾ, ਮੋਟਿਵਾਂ ਦੇ ਪ੍ਰਵੇਸ਼, ਕਿ ਕੋਈ ਮੋਟਿਵ ਕਿਵੇਂ ਪ੍ਰਵੇਸ਼ ਕਰੇਗਾ, ਇਹ ਜੁਗਤਾਂ, ਇਹਦੇ ਲਈ ਜੁਗਤਾਂ ਨੇ, ਹੈ ਕਿਸ ਜੁਗਤ ਨਾਲ ਕਿਸ ਮੋਟਿਵ ਨੂੰ ਲੈ ਕੇ ਆਈਏ। ਸੋ ਜੁਗਤਾਂ ਤੇ ਮੋਟਿਵਾਂ ਵਿਚਕਾਰ ਨਿਆਂ ਦਾ ਰਿਸ਼ਤਾ ਮੋਟੀਵੇਸ਼ਨ ਹੈ। ਮੋਟੀਵੇਸ਼ਨ ਜੁਗਤਾਂ ਦਾ ਪ੍ਰੇਰਕ ਹੈ। ਇਸ ਤੋਂ ਬਾਅਦ ਵਿੱਚੋਂ ਸਾਡੇ ਕੋਲ ਇਹਦਾ ਲਾਸਟ ਜਿਹੜਾ ਕਨਸੈਪਟ ਹੈ ਉਹ ਫੈਬੂਲਾ ਤੇ ਸੁਚੇਤ ਹੈ, ਕਥਾ ਤੇ ਕਥਾਨਕ, ਜਿਹਨੂੰ ਅਸੀਂ ਪੰਜਾਬੀ ਵਿੱਚ ਕਹਿੰਦੇ ਆ। ਸੋ ਕਥਾ ਤੇ ਕਥਾਨਕ, ਫੈਬੂਲਾ ਕਥਾ ਕਿਸੇ ਘਟਨਾ ਦਾ ਸਿੱਧ ਪੱਧਰਾ ਬਿਆਨ ਹੈ, ਘਟਨਾਵਾਂ ਦੀ ਕੱਚੀ ਸਮੱਗਰੀ ਹੈ, ਇੱਕ ਕਿਸਮ ਦੀ ਲਕੀਰੀ ਕਹਾਣੀ ਹੈ, ਕਿਸੇ ਬਿਰਤਾਂਤ ਦੀ ਅੰਤਰ ਵਸਤੂ ਹੈ। ਭਾਵ ਨਾਵਲ ਜਾਂ ਕਹਾਣੀ ਵਿੱਚ ਜੋ ਕਥਾ ਹੈ ਨਾ, ਉਹ ਫੈਬੂਲਾ ਹੈ। ਉਸ ਕਥਾ ਨੂੰ ਰੋਚਕ ਢੰਗ ਨਾਲ ਅਜਨਬੀ ਕਿਰਤ ਕਰਕੇ ਲੇਖਕ ਜਿਸ ਪ੍ਰਬੰਧ ਵਿੱਚ, ਜਿਸ ਕਥਾਨਕ ਵਿੱਚ ਢਾਲਦਾ ਹੈ, ਉਹ ਸੁਚੇਤ ਹੈ। ਸੋ ਗੱਲ ਯਾਦ ਰੱਖਣ ਵਾਲੀ ਹੈ ਕਿ ਫੈਬੂਲਾ ਕਥਾ ਦੀ ਪੇਸ਼ਕਾਰੀ ਦੀ ਵਿਧੀ ਨੂੰ ਜਾਂ ਢੰਗ ਨੂੰ ਜਿਹੜਾ ਵੈ ਸੁਚੇਤ ਕਿਹਾ ਜਾਂਦਾ ਹੈ, ਔਰ ਜਿਹੜੀ ਕਥਾ ਹੈ, ਜਿਹੜੀ ਫੈਬੂਲਾ ਹੈ, ਉਹਦੀ ਜਿਹੜੀ ਪੇਸ਼ਕਾਰੀ ਹੈ ਉਹ ਸੁਚੇਤ ਹੈ। ਫੈਬੂਲਾ ਬਿਰਤਾਂਤ ਦੀ ਅੰਤਰਵਸਤੂ ਹੋਗੀ ਤੇ ਸੁਚੇਤ ਉਸ ਅੰਤਰਵਸਤੂ ਦੀ ਵਾਸਤਵਿਕ ਜਾਂ ਵਿਵਹਾਰਿਕ ਪੇਸ਼ਕਾਰੀ ਹੋ ਗਈ। ਕਥਾ ਦਾ ਸੰਬੰਧ ਨਿਤ ਦੇ ਜੀਵਨ ਦੇ ਯਥਾਰਥ ਨਾਲ ਹੈ, ਜਦਕਿ ਕਥਾਨਕ ਦਾ ਸੰਬੰਧ ਕਲਾ ਤੇ ਸਿਰਜਿਤ ਸਮਾਜ ਨਾਲ ਹੈ। ਜੇ ਅਸੀਂ ਕਥਾਨਕ ਕਹੀਏ ਤਾਂ ਉਹ ਕਥਾ ਦਾ ਹੀ ਅਜਨਬੀ ਰੂਪ ਹੈ।
कथा सिर्फ घटनावां ते स्थितियां दा वेरवा है, जबकि कथानक घटनावां ते स्थितियां दी कलात्मक तरतीब का नाम है। सो ये बहुत ही इंपोर्टेंट ਜਿਹੜੇ ਸੀਗੇ रूसी रूपवाद ਦੇ संकल्प ਸੀ। ਇਹਨਾਂ ਸੰਕਲਪਾਂ ਦੇ ਬਾਰੇ ਉੱਥੇ ਕਥਨ ਆ ਸਕਦੇ ਨੇ ਕਿ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ, ਕਿਹੜਾ ਗਲਤ ਹੈ। ਜੋ ਤੁਹਾਨੂੰ ਇਹਨਾਂ ਦੀ ਥਿਊਰੀ ਦਾ ਤੁਹਾਨੂੰ ਜਾਣਕਾਰੀ ਹੋਏਗੀ ਤਾਂ ਤੁਸੀਂ ਇਹਨਾਂ ਦਾ ਕੋਈ ਵੀ ਉੱਤਰ ਦੇ ਸਕੋਗੇ। ਸੋ रूसी रूपवाद 1914 ਤੋਂ 1930 ਦੇ ਵਿੱਚ ਮਾਸਕੋ ਦੇ ਵਿੱਚ ਜਿਵੇਂ ਅਸੀਂ ਗੱਲ ਕੀਤੀ, ਪਰ ਥੋੜੇ ਸਮੇਂ ਦੇ ਵਿੱਚ ਵਧਿਆ ਫੁੱਲਿਆ ਤੇ 1914-30 ਤੋਂ ਬਾਅਦ ਕਾਨੂੰਨਨ ਇਹਨਾਂ ਨੂੰ ਦਬਾ ਦਿੱਤਾ ਗਿਆ, ਕਿਉਂਕਿ ਗੱਲ ਸਿਰਫ ਰੂਪ ਤੇ ਰੂਪ ਦੀ ਹੋ ਰਹੀ ਸੀ। 20ਵੀਂ ਸਦੀ ਵਿੱਚ ਜਦੋਂ ਰੂਪ ਦੀ ਗੱਲ ਹੋਈ ਤਾਂ ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਗੱਲ ਸੀ ਉਹ ਅਮਰੀਕੀ ਨਵਲੋਚਨਾ ਨੇ ਕੀਤੀ, ਉਸ ਤੋਂ ਬਾਅਦ ਵਿੱਚੋਂ ਆਏ। ਪਰ ਇਹ ਕਹਿਣਾ ਬਿਲਕੁਲ ਗਲਤ ਹੋਏਗਾ, ਇਹਦੇ ਬਾਰੇ ਪੁੱਛਿਆ ਜਾਂਦਾ ਆਮ ਤੌਰ ਤੇ ਗਲਤ ਹੋਏਗਾ ਇਹ ਸੋਚਣਾ ਵੀ ਕਿ ਨਵਲੋਚਨਾ ਰੂਸੀ ਰੂਪਵਾਦ ਤੋਂ ਪ੍ਰਭਾਵਿਤ ਸੀ। ਉਹਨਾਂ ਦਿਨਾਂ ਦੇ ਵਿੱਚ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਸੰਚਾਰ ਦੀ ਸੰਭਾਵਨਾ ਵੀ ਨਹੀਂ ਸੀ, ਰਾਈਟ। ਇਸ ਤੋਂ ਬਾਅਦ ਰੂਸੀ ਰੂਪਵਾਦ ਦੇ ਨਾਲ ਸੰਬੰਧਿਤ ਬਾਖਤੀਨ ਸਕੂਲ ਆ ਜਾਂਦਾ ਹੈ। ਮੈਂ ਇਹਦੇ ਬਾਰੇ ਬਿਲਕੁਲ ਹਲਕਾ ਜਿਹਾ ਬਸ ਗੱਲ ਕਰਾਂਗਾ ਕਿ ਬਾਖਤੀਨ ਸਕੂਲ ਇਸ ਕਰਕੇ ਕਿਉਂਕਿ ਇਹ ਰੂਸੀ ਰੂਪਵਾਦ ਤੋਂ ਬਾਅਦ ਉਹਦੀ ਡਿਵੈਲਪਮੈਂਟ ਸੀਗੀ। ਬਾਖਤੀਨ ਵਿਦਵਾਨ ਜਿਹਦੇ ਨਾਲ ਹੋਰ ਵਿਦਵਾਨ ਜਿਹੜੇ ਜੁੜ ਗਏ ਸੀ, ਇਹਨਾਂ ਨੇ ਭਾਸ਼ਾ, ਕਾਵ ਸ਼ਾਸਤਰ, ਸਾਹਿਤ ਤੇ ਵਿਸ਼ੇਸ਼ ਕਰਕੇ ਨਾਵਲ ਨਾਲ ਸੰਬੰਧਿਤ ਧਾਰਨਾਵਾਂ ਤੇ ਅੰਤਰਦ੍ਰਿਸ਼ਟੀਆਂ ਦੇ ਉੱਪਰ ਕੰਮ ਕੀਤਾ। ਬਾਖਤੀਨ ਬਹੁਤ ਵੱਡਾ ਵਿਦਵਾਨ ਸੀ ਜਿਹਨੇ ਸਾਹਿਤ ਸਿਧਾਂਤ, ਨੀਤੀ ਸ਼ਾਸਤਰ, ਭਾਸ਼ਾ ਦਰਸ਼ਨ ਦੇ ਖੇਤਰ ਵਿੱਚ ਬਹੁਤ ਵਧੀਆ ਕੰਮ ਕੀਤਾ। ਇਹਦਾ ਜਨਮ 17 ਨਵੰਬਰ 1895 ਵਿੱਚ ਰੂਸ ਦੇ ਇੱਕ ਸ਼ਹਿਰ ਉਰੀਆਲ ਵਿਖੇ ਹੋਇਆ ਸੀ। ਸਾਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਹੈ। ਇਹਦੀਆਂ ਦੋ ਪੁਸਤਕਾਂ ਦੇ ਬਾਰੇ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਪ੍ਰੋਬਲਮਸ ਆਫ ਦੋਸਤੋਵਸਕੀਜ਼ ਪੋਇਟਿਕਸ ਜੋ 1929 ਵਿੱਚ ਆਈ ਤੇ ਰਿਬੈਲੀਜ਼ ਐਂਡ ਹਿਸ ਵਰਡਸ ਜੋ 1940 ਦੇ ਵਿੱਚ ਆਈ। ਇਹਦੇ ਨਾਲ ਜਿਹੜੇ ਇਹਦੇ ਇਸ ਤੋਂ ਇਲਾਵਾ ਕੁਝ ਲੇਖ ਵੀ ਆਏ। ਇਹ ਜਿਹੜੇ 4 ਲੇਖ ਨੇ, ਡਾਇਲੋਜੀਕਲ ਇਮੈਜੀਨੇਸ਼ਨ, authors and heroes, discourse in novel, forms of times and the Crompton ਦੀ novel, towards philosophy of the act। ਇਹ ਜਿਹੜੇ ਚਾਰੇ ਦੇ ਚਾਰੇ ਜਿਹੜੇ authors and heroes, discourse in forms of time, towards philosophy of the act, ਇਹਨਾਂ ਚਾਰਾਂ ਨੂੰ ਇੱਕ ਕਿਤਾਬ ਦੀ ਡਾਇਲੋਜੀਕਲ ਇਮੈਜੀਨੇਸ਼ਨ ਫੋਰ ਐਸੇ ਦੇ ਨਾਮ ਅਧੀਨ 1981 ਦੇ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀਗਾ। ਇਸ ਬਾਖਤੀਨ ਸਕੂਲ ਦੇ ਵਿੱਚ ਬਾਖਤੀਨ ਦੇ ਨਾਲ ਜਿਹੜੇ 2 ਨਾਮ ਹੋਰ ਜੁੜੇ ਸੀ, ਵੈਲੈਂਟਿਨ ਵੈਲਸ਼ਨੋਵ ਤੇ ਪਵੇਲ ਮੈਡਵਡੇਵ। ਇਹ ਸਾਨੂੰ ਨਾਮ ਜ਼ਰੂਰ ਦੋਨੋਂ ਜਿਹੜੇ ਨੇ ਯਾਦ ਹੋਣੇ ਚਾਹੀਦੇ ਨੇ। ਪੱਛਮ ਦੇ ਰੂਸ ਤੇ ਉਹਨਾਂ ਦੇ ਵਿਦਵਾਨਾਂ ਦੇ, ਉਹਨਾਂ ਦੇ ਚਿੰਤਕਾਂ ਦੇ ਨਾਮ ਨੇ, ਬਟ ਅਸੀਂ ਬਾਖਤੀਨ ਸਕੂਲ ਨੂੰ ਬਿਲਕੁਲ ਵੀ ਇਗਨੋਰ ਨਹੀਂ ਕਰ ਸਕਦੇ ਕਿਉਂਕਿ ਬਾਖਤੀਨ ਸਕੂਲ ਰੂਸੀ ਰੂਪਵਾਦ ਦੀ ਡਿਵੈਲਪਮੈਂਟ ਸੀਗੀ। ਵੈਲੈਂਟਿਨ ਵੈਲਸ਼ਨੋਵ ਤੇ ਪਵੇਲ ਮੈਡਵਡੇਵ ਇਹ ਮਿਲ ਕੇ ਬਾਖਤੀਨ ਦੇ ਨਾਲ ਇਹਨਾਂ ਨੇ ਕੰਮ ਕੀਤਾ ਸੀਗਾ। ਜਿਹੜੀ ਬਾਖਤੀਨ ਦੀ ਕਿਤਾਬ ਆਈ ਸੀ ਪ੍ਰੋਬਲਮਸ ਆਫ ਦੋਸਤੋਵਸਕੀਜ਼ ਪੋਇਟਿਕਸ, ਉਹਦੇ ਚ ਉਹਨੇ 3 ਗੱਲਾਂ ਕਹੀਆਂ ਸੀ। ਸਵੈ ਦੀ ਨਿਰਣੇ ਦੇ ਬਾਰੇ ਗੱਲ ਕੀਤੀ ਸੀ। ਪਹਿਲੀ ਗੱਲ ਕਿ ਬੰਦੇ ਨੂੰ ਕਦੇ ਵੀ ਆਪਣੇ ਆਪ ਦੇ ਬਾਰੇ ਇੱਕ ਨਿਰਣਾ ਹਮੇਸ਼ਾ ਫਿਕਸ ਨਿਸ਼ਚੈ ਨਹੀਂ ਕੀਤਾ ਜਾ ਸਕਦਾ। ਬੰਦਾ ਬਦਲਦਾ ਰਹਿੰਦਾ ਹੈ, ਇਹ ਪਰਿਵਰਤਨ ਹੁੰਦਾ ਰਹਿੰਦਾ ਹੈ ਬੰਦੇ ਦੇ ਅੰਦਰ ਔਰ ਸਾਹਿਤਕਾਰ ਦੇ ਅੰਦਰ ਵੀ, ਰਚਨਾਵਾਂ ਦੇ ਅੰਦਰ ਵੀ। ਦੂਜੀ ਗੱਲ ਕਿ ਹਮੇਸ਼ਾ ਦੂਜਿਆਂ ਤੋਂ ਅਸੀਂ ਪ੍ਰਭਾਵਿਤ ਹੁੰਦੇ ਰਹਿੰਦੇ ਹਾਂ ਤੇ ਉਹਦੇ ਵਿੱਚ। ਔਰ ਤੀਜੀ ਗੱਲ ਬਹੁਸੁਰਤਾ ਦੇ ਬਾਰੇ। ਇਹ ਬਹੁਸੁਰਤਾ ਜਿਹੜਾ ਸੰਕਲਪ ਹੈ ਇਹ ਇੱਕ ਬਹੁਤ ਚਰਚਿਤ ਸੰਕਲਪ ਹੈ ਜਿਹੜਾ ਕਿ ਪੁੱਛਿਆ ਜਾ ਸਕਦਾ ਹੈ ਕਿ ਇਹ ਸੰਕਲਪ ਕਿਹਨੇ ਦਿੱਤਾ? ਤਾਂ ਬਾਖਤੀਨ ਨੇ ਦਿੱਤਾ, ਮਿਖਾਇਲ ਬਾਖਤੀਨ ਨੇ। ਇਸ ਸੰਕਲਪ ਦੀ ਪੇਸ਼ਕਾਰੀ ਬਾਖਤੀਨ ਨੇ ਦੋਸਤੋਵਸਕੀ ਦੇ ਨਾਵਲਾਂ ਉੱਪਰ ਆਪਣੀ ਪ੍ਰਸਿੱਧ ਪੁਸਤਕ ਪ੍ਰੋਬਲਮਸ ਆਫ ਦੋਸਤੋਵਸਕੀ ਪੋਇਟਿਕਸ ਦੇ ਵਿੱਚ ਕੀਤੀ ਸੀ। ਉਹਨੇ ਦੋਸਤੋਵਸਕੀ ਦੇ ਨਾਵਲਾਂ ਦਾ ਅਧਿਐਨ ਵੀ ਕੀਤਾ ਤੇ ਟਾਲਸਟਾਏ ਦੇ ਨਾਵਲਾਂ ਦਾ ਵੀ ਅਧਿਐਨ ਕੀਤਾ। ਪਰ ਉਹਨੇ ਦੋਸਤੋਵਸਕੀ ਦੇ ਨਾਵਲਾਂ ਦਾ ਅਧਿਐਨ ਕਰਕੇ ਉਸਨੇ ਟਾਲਸਟਾਏ ਦੇ ਨਾਵਲਾਂ ਦੇ ਮੁਕਾਬਲੇ ਦੇ ਉੱਪਰ ਇਸ ਨੂੰ ਕਿਹਾ ਕਿ ਇਹ ਬਹੁਸੁਰਤੀ ਵਾਲੇ ਨਾਵਲ ਨੇ। ਸੋ ਬਹੁਸੁਰੀ ਪੋਲੀਫੋਨੀ ਨਾਵਲਸ ਉਹ ਨਾਵਲ, ਉਹ ਰਚਨਾਵਾਂ ਜਿਹਦੇ ਵਿੱਚ ਇੱਕੋ ਹੀ ਰਚਨਾ ਦੇ ਵਿੱਚੋਂ ਤੁਹਾਨੂੰ ਬਹੁਤ ਸਾਰੀਆਂ ਸੁਰਾਂ, ਬਹੁਤ ਸਾਰੇ ਵਿਭਿੰਨ ਵਿਸ਼ੇ, ਬਹੁਤ ਸਾਰੀਆਂ ਤੰਦਾਂ ਜਿਹੜੀਆਂ ਨੇ ਉਹ ਦਿਖਾਈ ਦਿੰਦੀਆਂ ਨੇ। ਤੇ ਉਹ ਰਚਨਾ ਜਿਹਦੇ ਵਿੱਚੋਂ ਇੱਕੋ ਹੀ ਰਚਨਾ ਦੇ ਵਿੱਚੋਂ ਤੁਹਾਨੂੰ ਵਿਭਿੰਨ ਚੀਜ਼ਾਂ ਤੁਹਾਨੂੰ ਦ੍ਰਿਸ਼ਟੀਗੋਚਰ ਹੁੰਦੀਆਂ ਨੇ, ਉਹ ਬਹੁਸੁਰੀ ਦੇ ਅਧੀਨ ਆਉਂਦੇ ਨੇ ਤੇ ਇਹਦੇ ਉੱਪਰ ਬਾਖਤੀਨ ਨੇ ਜ਼ੋਰ ਦਿੱਤਾ। ਇੱਕ ਜਿਹੜਾ ਬਾਖਤੀਨ ਦਾ ਸਭ ਤੋਂ ਇੰਪੋਰਟੈਂਟ ਜਿਹੜਾ ਕਨਸੈਪਟ ਸੀਗਾ ਉਹ ਕਾਰਨੀਵਾਲ ਦਾ ਸੰਕਲਪ ਸੀ, ਜਿਹਦੇ ਵਿੱਚ ਬਾਖਤੀਨ ਨੇ ਕਾਰਨੀਵਾਲ ਦੇ ਸੰਕਲਪ ਨੂੰ ਆਪਣੀ ਪੁਸਤਕ ਦੀ ਡਾਇਲੋਜੀਕਲ ਇਮੈਜੀਨੇਸ਼ਨ ਦੇ ਵਿੱਚ ਪੇਸ਼ ਕੀਤਾ। ਉਹਨੇ ਕਿਹਾ ਸੀ ਵੀ ਕਾਰਨੀਵਲ ਮੇਲਾ, ਉਤਸਵ ਲੱਗਦਾ ਉੱਥੇ, ਤਾਂ ਉਸ ਮੇਲੇ ਦੇ ਉੱਪਰ ਹਰ ਇੱਕ ਨੂੰ ਹੱਕ ਹੁੰਦਾ ਕਿ ਉਹ ਜੋ ਮਰਜ਼ੀ ਬੋਲੇ ਕਰੇ, ਜਿਵੇਂ ਮਰਜ਼ੀ ਉਸ ਸਮਾਜ ਬਾਰੇ, ਸੱਤਾ ਬਾਰੇ, ਤਾਕਤ ਬਾਰੇ। ਉਵੇਂ ਹੀ ਸਾਹਿਤ ਨੂੰ ਵੀ ਪੂਰੀ ਆਗਿਆ ਤੇ ਇਜਾਜ਼ਤ ਹੋਣੀ ਚਾਹੀਦੀ ਹੈ ਕਾਰਨੀਵਲ ਕਿ ਉਹ ਸਮਾਜ ਦੇ ਸੱਚ ਨੂੰ, ਸੱਤਾ ਬਾਰੇ, ਸਾਹਿਤ, ਸਮਾਜ ਬਾਰੇ ਜੋ ਵੀ ਹੈ ਉਸਨੂੰ ਐਜ਼ ਇਟ ਇਜ਼ ਪੇਸ਼ ਕਰੇ। ਇਸ ਤੋਂ ਬਾਅਦ ਵਿੱਚ ਉਹਦੀ ਸ਼ਬਦ ਸੰਚਾਰੀ ਵੰਨ ਸੁਵੰਤਾ ਦੀ ਗੱਲ ਉਹਨੇ ਕੀਤੀ। ਲੈਨਿਨ ਦੇ ਪ੍ਰਤੀਬਿੰਬਤ ਸਿਧਾਂਤ ਨਾਲ ਸਵਾਦ, ਸੋਸਿਊਰ ਦੇ ਭਾਸ਼ਾਈ ਚਿੰਤਨ ਨਾਲ ਸਵਾਦ। ਇਹ ਤੁਹਾਡੇ ਕੋਲ ਨੋਟਸ ਸੀ, ਤੁਸੀਂ ਜਦੋਂ ਇਹਨਾਂ ਨੂੰ ਪੜ੍ਹੋਗੇ ਤੁਹਾਨੂੰ ਇਹਨਾਂ ਦੀ ਜਿਹੜੀਆਂ ਗੱਲਾਂ ਨੇ ਉਹ ਬਿਲਕੁਲ ਕਲੀਅਰ ਹੋ ਜਾਣਗੀਆਂ ਕਿ ਇਹਨਾਂ ਦੀ ਕਿਤਾਬਾਂ ਕਿਹੜੀਆਂ ਸੀਗੀਆਂ, ਉਹਨਾਂ ਦੇ ਨਾਮ ਕੀ ਸੀ ਤੇ ਇਹਦੇ ਵਿੱਚ ਕਿਹੜੀ ਜਿਹੜੀ ਚੀਜ਼ ਸੀਗੀ ਇਹ ਖਾਸ ਤੌਰ ਤੇ ਆਈ ਸੀਗੀ।
ਅਮਰੀਕੀ ਨਵ ਆਲੋਚਨਾ ਹੁਣ ਆਪਾਂ ਇਹਦੇ ਨਾਲ ਹੀ ਜੋੜਾਂਗੇ, ਕਿਉਂਕਿ ਰੂਸੀ ਰੂਪਵਾਦ ਦੇ ਬਿਲਕੁਲ ਨਾਲ ਹੀ ਅਮਰੀਕੀ ਨਵ ਆਲੋਚਨਾ ਰੂਪ ਦੇ ਉੱਪਰ ਚਰਚਾ ਕਰਨ ਵਾਲੀ, ਔਰ ਸਭ ਤੋਂ ਜ਼ਿਆਦਾ ਰੂਪ ਦੇ ਉੱਪਰ ਜੇ ਗੱਲ ਕੀਤੀ ਤਾਂ ਅਮਰੀਕੀ ਨਵ ਆਲੋਚਨਾ ਵਾਲਿਆਂ ਨੇ ਕੀਤੀ। 1930 ਤੋਂ 1950 ਇਹਨਾਂ ਦਾ ਸਮਾਂ ਬਹੁਤ, ਇਸ ਨੂੰ ਤੱਤਵਾਦ ਦੀ ਆਲੋਚਨਾ ਵੀ ਕਿਹਾ ਗਿਆ। ਇਹ ਅਧਿਐਨ ਮੁੱਖ ਰੂਪ ਦੇ ਵਿੱਚ ਅਗਰ ਅਸੀਂ ਦੇਖੀਏ ਤਾਂ ਇਹਦਾ ਸਰੋਕਾਰ ਵਧੇਰੇ ਕਰਕੇ ਸਾਹਿਤਿਕ ਕਿਰਤਾਂ ਦੇ ਪਾਠ ਬਾਰੀ ਵੇਰਵਿਆਂ ਦੇ ਵਿਰੋਧ ਵਿੱਚ ਸੀਗਾ। ਉਹ ਅਪਰੋਚ ਦੇ ਵਿਰੋਧ ਵਿੱਚ ਸੀਗਾ, ਜਿਹੜੀ ਅਪਰੋਚ ਇਹ ਕਹਿੰਦੀ ਸੀ ਕਿ ਸਾਹਿਤਿਕ ਰਚਨਾ ਦਾ ਕਿਸੇ ਬਾਹਰੀ ਪਾਠ ਵੇਰਵਿਆਂ ਨਾਲ ਸੰਬੰਧ ਹੁੰਦਾ ਹੈ। ਇਹ ਬਿਲਕੁਲ ਨਹੀਂ ਮੰਨਦੇ ਸੀਗੇ ਕਿ ਰਚਨਾ ਦਾ ਪਾਠ ਦੇ ਬਾਹਰੀ ਵੇਰਵਿਆਂ ਨਾਲ ਕੋਈ ਸੰਬੰਧ ਹੁੰਦਾ ਵੇ। ਨੋ, ਇਹ ਕਹਿੰਦੇ ਸੀਗੇ ਕਿ ਸਾਹਿਤਿਕ ਰਚਨਾ ਦੀ ਵਸਤੂ ਮੂਲਕ ਪਾਠ ਮੂਲਕ ਹਕੀਕਤ ਸਿਰਫ ਤੇ ਸਿਰਫ ਰਚਨਾ ਹੀ ਹੈ। ਰਚਨਾ ਦਾ ਹੀ ਅਧਿਐਨ ਕਰਨਾ ਹੈ, ਬਾਹਰ ਜਾਣ ਦੀ ਲੋੜ ਨਹੀਂ। ਸਿਰਫ ਰਚਨਾ ਦੇ ਅੰਦਰਲੇ ਸੰਗਠਨ ਨੂੰ ਦ੍ਰਿਸ਼ਟੀਗੋਚਰ ਕਰੋ। ਇਹ ਸਿਰਫ ਤੇ ਸਿਰਫ ਰਚਨਾ ਦਾ ਭਾਸ਼ਾ ਨਾਲ ਸਿਰਜਿਆ ਹੋਇਆ ਮਾਧਿਅਮ ਹੈ, ਜਿਹਦਾ ਇੱਕ ਕਲਾਤਮਿਕ ਸੰਗਠਨ ਹੈ ਤੇ ਅਰਥ ਉਹਦੇ ਵਿੱਚ ਹੀ ਵਸਦਾ ਹੈ। ਸੋ ਇਸ ਕਰਕੇ ਇਹਨਾਂ ਨੇ ਰਚਨਾ ਦੇ ਨਿਕਟ ਅਧਿਐਨ ਦੇ ਉੱਤੇ ਜ਼ੋਰ ਦਿੱਤਾ। ਇਸ ਗੱਲ ਤੇ ਜ਼ੋਰ ਦਿੱਤਾ ਕਿ ਹਰ ਸਾਹਿਤਿਕ ਰਚਨਾ ਸਵੈ ਆਧਾਰੀ ਹੈ, ਖੁਦ ਮੁਖਤਾਰ ਹੈ, ਉਹ ਕਿਸੇ ਵੀ ਬਾਹਰੀ ਤੱਤ ਨਾਲ ਸੰਬੰਧਿਤ ਨਹੀਂ ਹੈ। ਸਭ ਤੋਂ ਪਹਿਲਾਂ ਅਗਰ ਅਸੀਂ ਇਹਨਾਂ ਦੇ ਕਿਉਂਕਿ ਰਾਈਟਰਸ ਨਾਮ ਯਾਦ ਰੱਖਣੇ ਨੇ ਚਿੰਤਕ, तो रैनसम, विलियम एम्पसन, टी.एस. एलियट, रिचर्ड्स, आर.पी. ब्लैकमर, एलन टेट, क्लिंट ब्रुक्स, रॉबिन पेन वेरन अमरीकी नव आलोचक होए ने जिन्हां ने रूप ते गल कीती। पुछे जांदे ने हमेशा कि इन्हां विचों किहड़ा अमरीकी नव आलोचक नहीं सी जां इन्हां विचों किहड़ा अमरीकी नव आलोचक है। सो सब तो पहला स्पिनगॉन की गल करांगे। स्पिनगॉन ने सब तो पहला कोलंबिया यूनिवर्सिटी विच एक भाषण दिता ते उन्हें इस नव आलोचना शब्द की वरतों कीती सी। उस तो बाद विचों कैनेथ बर्क का नाम आ जाता है कि जिन्हें कला विच फॉर्म वस्तु संरचना अर्थ उन्हें कहते हैं भी एक दूजे तो उन्होंने निखेड़िया नहीं जा सकता। ते आलोचक अपनी दृष्टि जिहड़ी है आलोचक नूं चाहिए वो बिल्कुल फॉर्म ते केंद्रित करे। इहदे अंदर ही जिवें उन्हें कहा ना कि कला विच ही फॉर्म है, वस्तु है, संरचना है ते अर्थ है। सो आलोचक नूं चाहिए कि वो अपनी दृष्टि सिर्फ फॉर्म ते केंद्रित करे क्योंकि इहदे विच ही अर्थ जिहड़ा है वो मौजूद है और फॉर्म की उत्तमता पाठक की संतुष्टि ते निर्भर करती है। इस तो बाद जो जेई रैनसम आ जाता है 1941 विच। रैनसम सब तो महत्वपूर्ण व्यक्ति है जिन्हें पहली वरी दी न्यू क्रिटिसिज्म जिहड़ी किताब सीगी वो 1941 दे विच उन्हें प्रकाशित कीती सी इहदे नाल संबंधित। उस तो बाद विच ओदी गॉड विदाउट थंडर 1930 पहला आ चुकी सी। इस तो पहला वर्ड्स बॉडी 1938 दे विच भी आ गई सी। उन्हें भी अपनी इस पुस्तक दे विच काव ते विज्ञान दे विच अंतर निखेड़ा कीता सी कि काव भाषा किवें दी है, वो वैज्ञानिक भाषा तो किवें हट गई है। एक गल जिहड़ी रैनसम ने बड़ी खास कही सीगी उन्हें यह कही सीगी कि आधुनिक काव विक्टोरियन काव तो उत्तम है क्योंकि जिहड़ा विक्टोरियन काव सी वो विचारां दा काव सी जबकि जिहड़ा आधुनिक काव है वो वस्तुआं दा काव है। सो विचारां दे विच हमेशा स्पष्टता रहिंदी है तो इस करके नहीं मनदा कि ये वो कहता कि ज्यादा जोर वस्तुओं पर ही होना चाहिए। तीजी जिहड़ी गल रैनसम की सब तो ज्यादा आई वो है बनतर ते बुनतर का सिद्धांत जिहड़ा कि अक्सर पूछा जाता है कि सिद्धांत कहता सी जे.ई. रैनसम का स्ट्रक्चर एंड टैक्सचर। स्ट्रक्चर उस अनुसार शब्दां अखोतां धुनियां ते बिंबां दे रस्ते किसी भी रचना में जिहड़े शब्द ने अखोतां ने धुनियां ने बिंब ने ये किसी भी रचना की बुनतर का काम करते हैं जदों कि उस कविता विच उस रचना विच जिहड़ा थीम का विकास है वो बनतर की भूमिका निभाता है। छंद लय विवेक आदि बनतर विच शामिल हुंदे ने। सो सानू गल याद रखनी पएगी कि बुनतर वाला पक्ष हमेशा बनतर ते छाया रहिंदा है। मतलब जिवें रूपक ने उपमान ने अगर आपां देखिए तां ये ही विकरोक्तियां ने ये ही किसी दी जिहड़ी बुनतर है ये किसी रचना विच अमीरी लैके आउंदी है। सो स्ट्रक्चर एंड टैक्सचर हमेशा जिहड़ी है स्ट्रक्चर ते भारू हुंदी है इन्हां दे जे.ई. रैनसम दे अकॉर्डिंगली। इस तो बाद विचों एलन टेट आ जाता है। एलन टेट की थ्योरी आ जाती है। एलन टेट इत्थे थोड़ी जी गल अलग करता है। वो कहते कि ठीक है कि साहित्य का बाहरी चीज़ों के नाल कोई संबंध नहीं है, वो भी जिहियां धारनावां के विरुद्ध जरूर है कि इन्हूं इतिहास समाज शास्त्र या किसी होर विज्ञान नाल संबंधित नहीं करना चाहिए। पर वो गल मनदा कि कहता कविता प्रोपेगेंडा बन जाएगी। बट एलन टेट इस गल नूं जरूर मनदा है कि कविता के कुछ नैतिक ते समाजिक लक्ष्य हुंदे ने। ठीक है, कुछ ना कुछ इहो जिहे विचार जिहड़े सर्व सांझे हुंदे ने जिहड़े कवियां की विरासत हुंदे ने। सो पाठक विश्वासां की सांझ नूं छड्ड के कविता की संरचना के उपर जरूर उन्होंने ध्यान देना चाहिए है। पुरातनता ते नवीनता परंपरा ते प्रयोग इहदे विच हमेशा एक तनाव रहिंदा है। सो ये जिहड़ा तनाव है ना इनू बैलेंस करना कवि दा रचना का काम हुंदा है। सो टेट दी कविता विच तनाव का शब्द विद्यमान रहिंदा है। सो तनाव का संकल्प किस
प्रणाली का है। ये किस चिंतक ने दिता? एलन टेट 1938 ਵਿੱਚ ਉਹਦਾ ਨਿਬੰਧ ਸੀ ਟੈਂਸ਼ਨ ਆਫ ਪੋਇਟਰੀ, ਜਿਹਦੇ ਵਿੱਚ ਉਹ ਬਾਰ-ਬਾਰ ਗੱਲ ਕਰਦਾ ਵੇ ਕਿ ਬੰਤਰ ਤੇ ਬੁੰਤਰ ਜਾਂ ਜਿਹੜੀ ਉਹ ਪ੍ਰਾਤਨਤਾ ਤੇ ਨਵੀਨਤਾ, ਉਹਨਾਂ ਦੇ ਵਿੱਚ ਇੱਕ ਬੈਲੈਂਸ ਹੋਣਾ ਚਾਹੀਦਾ ਵੇ। ਔਰ ਜਿੰਨੀ ਵੀ ਪੋਇਟਰੀ ਹੈ ਉਹ ਟੈਂਸ਼ਨ ਆਫ ਪੋਇਟਰੀ, ਉਹ ਤਣਾਅ ਵਿੱਚੋਂ ਪੈਦਾ ਹੁੰਦੀ ਹੈ। ਦੋ ਗੱਲਾਂ ਇਹਨੇ ਹੋਰ ਐਲਨ ਟੇਟ ਨੇ ਕੀਤੀਆਂ ਸੀਗੀਆਂ, ਇੱਕ ਅਰਥਬੋਧਕ ਤੇ ਭਾਵਬੋਧਕ। ਉਹ ਕਹਿੰਦਾ ਹਮੇਸ਼ਾ ਅਰਥ ਦੋ ਤਰ੍ਹਾਂ ਦੇ ਹੁੰਦੇ ਨੇ, ਕੋਈ ਵੀ ਕਵਿਤਾ ਉਹ ਦੋ ਤਰ੍ਹਾਂ ਦੀ ਮੀਨਿੰਗਸ ਰੱਖਦੀ ਹੈ, ਇੱਕ ਅਰਥਬੋਧਕ ਤੇ ਇੱਕ ਭਾਵਬੋਧਕ, ਐਕਸਟੈਂਸ਼ਨ ਆਫ ਮੀਨਿੰਗਸ ਐਂਡ ਇੰਟੈਂਸ਼ਨ ਆਫ ਮੀਨਿੰਗਸ। ਇੱਕ ਤਾਂ ਸਿੰਪਲ ਕਿ ਅਰਥ ਇਹ ਹੈ, ਦੂਜਾ ਪਰ ਕਵੀ ਦੀ ਮਨਸ਼ਾ ਇਹ ਹੈ, ਕਵੀ ਦੀ ਨੀਤ ਇਹ ਹੈ, ਇੰਟੈਂਸ਼ਨ ਇਹ ਹੈ। ਸੋ ਇਸ ਐਕਸਟੈਂਸ਼ਨ ਤੇ ਇੰਟੈਂਸ਼ਨ ਦੇ ਵਿੱਚ ਜਿਹੜਾ ਤਣਾਅ ਹੈ ਨਾ, ਉਹਨੂੰ ਜਿਹੜਾ ਸੰਤੁਲਨ ਕਰਨਾ, ਉਹ ਜਿਹੜਾ ਹੈ ਕਿਸੇ ਰਚਨਾ ਦਾ ਆਧਾਰ ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ ਸਾਡੇ ਕੋਲ ਕਲੀਨਥ ਬਰੁਕਸ ਆ ਜਾਂਦਾ ਵੇ। ਕਲੀਨਥ ਬਰੁਕਸ ਦੀ ਕਿਤਾਬ ਅੰਡਰਸਟੈਂਡਿੰਗ ਪੋਇਟਰੀ, ਜਿਹੜੀ ਸਾਨੂੰ ਇਹ ਦੱਸਦੀ ਹੈ ਕਿ ਕੋਈ ਵੀ ਅਗਰ ਰਚਨਾ ਅਗਰ ਬਹੁਤ ਜ਼ਿਆਦਾ ਆਪਣੇ ਆਪ ਨੂੰ ਪ੍ਰਭਾਵਸ਼ਾਲੀ ਹੋਈ ਹੈ, ਤਾਂ ਪ੍ਰਭਾਵਸ਼ਾਲੀ ਦੇ ਵਿੱਚ ਉਹਦੇ ਵਿੱਚੋਂ ਜੋ ਪ੍ਰਭਾਵਸ਼ਾਲੀ ਉਹਨੂੰ ਬਣਾਉਂਦਾ ਵੇ, ਉਹ ਕਿਸ ਚੀਜ਼ ਕਰਕੇ, ਉਹਦੇ ਵਿੱਚੋਂ ਕਿਹੜਾ ਤੱਤ ਹੈ, ਤੇ ਉਹ ਰੂਪਕ ਤੱਤ ਹੈ। ਉਹਦੀ ਜਿਹੜੀ ਕਿਤਾਬ ਸੀ ਮਾਡਰਨ ਪੋਇਟਰੀ ਐਂਡ ਟ੍ਰੈਡੀਸ਼ਨ 1939 ਵਿੱਚ ਆਈ, ਉਹਦੇ ਚੋਂ ਇਹ ਦੱਸਦਾ ਵੀ ਕੋਈ ਵੀ ਨਵਾਂ ਕਵੀ ਉਹ ਅਗਰ ਨਵਾਂ ਹੈ ਤਾਂ ਉਹਨੂੰ ਦੱਸਣਾ ਪਏਗਾ ਕਿ ਪੁਰਾਣੀ ਪਰੰਪਰਾ ਤੋਂ ਕਿਸ ਤਰੀਕੇ ਦੇ ਨਾਲ ਨਵਾਂ ਹੈ, ਉਹਦੇ ਚੋਂ ਕਿਹੜੀ ਗੱਲ ਹੈ ਜਿਹੜੀ ਉਹਨੂੰ ਨਵਾਂ ਬਣਾਉਂਦੀ ਹੈ। ਤੇ ਇਹਦੇ ਲਈ ਉਹਦੀ ਕਵਿਤਾ ਦੇ ਵਿੱਚ ਇਸਤੇਮਾਲ ਕੀਤਾ ਹੋਇਆ ਜਿਹੜਾ ਵਿਟ ਸੀਗਾ, ਆਧਿਕ ਵਿਟ ਸੀ, ਜਿਹੜੀਆਂ ਚੋਟਾਂ ਸੀ, ਜਿਹੜਾ ਬੁੱਧ ਸੀਗਾ, ਜਿਹੜਾ ਰੂਪਕ ਜਿਹੜਾ ਸੀਗਾ, ਜਿਹਨੂੰ ਆਪਾਂ ਕਹਿੰਦੇ ਆ ਬੋਧ ਸੀਗਾ, ਉਹ ਜਿਹੜਾ ਕੰਮ ਕਰਦਾ ਹੁੰਦਾ ਵੇ। ਠੀਕ ਹੈ, ਉਹਨੇ ਪੈਰਾਡੌਕਸ ਦੀ ਵਿਰੋਧਾਭਾਸ ਦੀ ਵੀ ਗੱਲ ਕੀਤੀ ਹੈ। ਸੋ ਨਾਟਕੀ ਚੋਟਾਂ ਤੇ ਵਿਰੋਧਾਭਾਸ ਦਾ ਜਿਹੜਾ ਸੰਕਲਪ ਹੈ ਪੈਰਾਡੌਕਸ ਦਾ, ਕਿ ਕਿਸੇ ਵੀ ਕਵਿਤਾ ਨੂੰ, ਕਿਸੇ ਵੀ ਰਚਨਾ ਨੂੰ ਬਹੁਤ ਹੀ ਖਾਸ ਬਣਾ ਦਿੰਦਾ ਵੇ, ਉਹ ਕਲੀਨਥ ਬਰੁਕਸ ਦਾ ਸੀਗਾ। ਸੋ ਜਦੋਂ ਆਪਾਂ ਕਲੀਨਥ ਬਰੁਕਸ ਦੀ ਗੱਲ ਕਰਾਂਗੇ ਤਾਂ ਇਹਨਾਂ ਸੰਕਲਪਾਂ ਦੀ ਗੱਲ ਕਰਾਂਗੇ, ਤਾਂ ਉਹਦੇ ਨਾਲ ਸਾਡੇ ਇਹ ਜਿਹੜੇ ਛੋਟੇ ਛੋਟੇ ਕੁਐਸਚਨਸ ਨੇ ਇਹਨਾਂ ਵਿੱਚੋਂ ਨਿਕਲ ਸਕਦੇ ਨੇ। ਇਸ ਤੋਂ ਬਾਅਦ ਵਿੱਚੋਂ ਆਰਪੀ ਬਲੈਕਮਰ ਦਾ ਨਾਮ ਆ ਜਾਂਦਾ ਵੇ, ਜਿਸ ਨੂੰ ਨਵ ਆਲੋਚਨਾ ਦਾ ਸਿਧਾਂਤ ਵੇਦਾ ਕਿਹਾ ਜਾਂਦਾ ਵੇ। ਨਵ ਆਲੋਚਨਾ ਦਾ ਸਿਧਾਂਤ ਵੇਦਾ, ਆਰਪੀ ਬਲੈਕਮਰ। ਉਹਨੇ ਭਾਸ਼ਾ ਦੀ ਗੱਲ ਕੀਤੀ ਤੇ ਭਾਸ਼ਾ ਵਿੱਚ ਉਹਨੇ ਜੈਸਚਰਸ ਦੀ ਗੱਲ ਕੀਤੀ। ਉਹਦਾ ਜਿਹੜਾ ਰਚਨਾ ਸੀ ਲੈਂਗੁਏਜ ਐਜ਼ ਏ ਜੈਸਚਰ, ਤਾਂ ਲੈਂਗੁਏਜ ਐਜ਼ ਏ ਜੈਸਚਰ ਦੇ ਵਿੱਚ ਉਹ ਕਹਿੰਦਾ ਹੈ ਵੀ ਜਿਹੜੀ ਭਾਸ਼ਾ ਹੈ, ਜਿਹੜੇ ਸ਼ਬਦ ਨੇ, ਉਹ ਗਤੀ, ਉਹ ਹਰਕਤ, ਜੈਸਚਰਸ ਕੀ ਦਿੰਦੇ ਨੇ, ਉਹ ਜੇ ਕੀ ਸਹਾਇਤਾ ਕਰਦੇ ਆ ਨਾ, ਕੋਈ ਵੀ ਰਚਨਾ ਉਹਦੇ ਉੱਪਰ ਡਿਪੈਂਡ ਕਰਦੀ ਹੈ। ਸੋ ਆਰਪੀ ਬਲੈਕਮਰ ਜੈਸਚਰਸ ਦੇ ਨਾਲ, ਭਾਸ਼ਾ ਦੇ ਨਾਲ ਜੁੜਿਆ ਹੋਇਆ ਇਹ ਇੱਕ ਸੰਕਲਪ ਹੈ। ਸੋ ਇਹ ਰੂਪ ਦੇ ਨਾਲ ਸੰਬੰਧਿਤ ਪ੍ਰਣਾਲੀਆਂ ਸੀਗੀਆਂ। ਹੁਣ ਵਸਤੂ ਦੇ ਨਾਲ ਸੰਬੰਧਿਤ ਪ੍ਰਣਾਲੀ ਦੇ ਵਿੱਚੋਂ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਮਾਰਕਸਵਾਦੀ ਵਿਚਾਰਧਾਰਾ ਸਾਡੇ ਸਾਹਮਣੇ ਆ ਜਾਂਦੀ ਹੈ। ਮਾਰਕਸਵਾਦੀ ਸਾਹਿਤ ਸਿਧਾਂਤ ਸਾਡੇ ਸਾਹਮਣੇ ਆ ਜਾਂਦਾ ਵੇ, ਜੋ ਕਿ ਸਾਹਿਤ ਦਾ ਕਲਾ ਜਿਹੜੀ ਹੈ ਇਹ ਬਹੁਤ ਇੱਕ ਉਪਜਿਆ ਹੋਇਆ ਇੱਕ ਬਹੁਤ ਹੀ ਵੱਡਾ, ਜਿਹਨੂੰ ਅਸੀਂ ਕਵਾਂਗੇ ਕਿ ਕਿਸੇ ਵੀ ਸਾਹਿਤ ਜਾਂ ਕਲਾ ਕਿਸੇ ਵੀ ਸਮਾਜ ਦੇ ਉਸਾਰ ਦਾ ਇੱਕ ਮਹੱਤਵਪੂਰਨ ਅੰਗ ਹੈ। ਮਾਰਕਸਵਾਦੀ ਵਿਚਾਰਧਾਰਾ ਚ ਮੰਨਿਆ ਗਿਆ ਹੈ ਕਿ ਸਾਹਿਤ ਸਿਰਜਣਾ ਦੇਵੀ ਮਿਹਰ ਕਰਕੇ ਨਹੀਂ, ਬਲਕਿ ਇਹ ਵਿਸ਼ਵਾਸ ਕੀਤਾ ਗਿਆ ਹੈ ਕਿ ਮਨੁੱਖ ਆਪਣੇ ਯਤਨਾਂ ਦੇ ਨਾਲ ਜਿਹੜਾ ਸਾਹਿਤ ਹੈ ਉਹ ਸਿਰਜਦਾ ਹੈ। ਇਹ ਚੀਜ਼ ਇਹਦੇ ਵਿੱਚ ਸਭ ਤੋਂ ਜ਼ਿਆਦਾ ਪ੍ਰੋਮੀਨੈਂਟ ਹੋ ਕੇ ਆਉਂਦੀ ਹੈ, ਕਿਉਂਕਿ ਉਹਦੇ ਵਿੱਚ ਉਹਨਾਂ ਨੇ ਸਮਝਾਇਆ ਸਾਨੂੰ ਕਿ ਮਾਰਕਸਵਾਦ ਕਹਿੰਦਾ ਕਿ ਕਿਸੇ ਸਮਾਜ ਦੀ ਬਣਤਰ ਜਿਹੜੀ ਹੈ, ਕਿਸੇ ਸਮਾਜ ਦੀ ਆਰਥਿਕ ਬਣਤਰ ਉਹਦੀ ਨੀਂਹ ਬਣ ਜਾਂਦੀ ਹੈ ਤੇ ਉਹਦੇ ਉੱਪਰ ਉਸਾਰ ਹੁੰਦੇ ਨੇ। ਉਹਦੇ ਵਿੱਚ ਰਾਜਨੀਤੀ, ਧਰਮ, ਨੈਤਿਕਤਾ, ਦਰਸ਼ਨ ਆਉਂਦੇ ਨੇ, ਕਲਾ ਆਉਂਦੀ ਹੈ ਤੇ ਉਸ ਕਲਾ ਦੇ ਵਿੱਚ ਉਹਦੇ ਵਿੱਚ ਹੀ ਸਾਹਿਤ ਆਉਂਦਾ ਹੈ। ਸੋ ਸਾਹਿਤ ਜਿਹੜਾ ਹੈ ਉਹ ਕਿਸੇ ਵੀ ਸਮਾਜ ਦੀ ਬਣਤਰ ਦਾ ਆਧਾਰ ਹੁੰਦਾ ਹੈ। ਇੱਕ ਗੱਲ ਜਿਹੜੀ ਸਭ ਤੋਂ ਜ਼ਿਆਦਾ ਯਾਦ ਰੱਖਣ ਵਾਲੀ ਇਹ ਹੋਏਗੀ ਕਿ ਵੱਖ-ਵੱਖ ਚਿੰਤਕਾਂ ਨੇ ਵੱਖ-ਵੱਖ ਸੋਚ ਸ਼ਾਸਤਰੀ ਸਮੱਸਿਆਵਾਂ ਬਾਰੇ ਚਰਚਾ ਕੀਤੀ, ਜਿਸ ਦੇ ਸੱਚੇ ਵਜੋਂ ਇੱਕ ਐਸੀ ਸਮੀਖਿਆ ਪ੍ਰਣਾਲੀ ਬਾਹਰ ਆਈ ਜਿਹੜੀ ਬਾਹਰਮੁਖੀ ਤੇ ਵਿਗਿਆਨਿਕ ਲੀਆਂ ਉੱਤੇ ਵਿਕਸਿਤ ਹੋਈ। ਤੇ ਇਹ ਬਾਹਰਮੁਖੀ ਤੇ ਵਿਗਿਆਨਿਕ ਲੀਆਂ ਦੇ ਨਾਲ ਜੋ ਸਾਹਿਤ ਨੂੰ, ਜੋ ਕਲਾ ਨੂੰ ਦੇਖਦੀ ਹੈ, ਇਹ ਸੀ ਮਾਰਕਸਵਾਦੀ ਅਧਿਐਨ ਪ੍ਰਣਾਲੀ। ਉਹ ਅਧਿਐਨ ਪ੍ਰਣਾਲੀ, ਉਹ ਆਲੋਚਨਾ ਜੋ ਦਾਰਸ਼ਨਿਕ ਪੱਧਰ ਦੇ ਉੱਤੇ ਕਾਰਲ ਮਾਰਕਸ ਨੂੰ ਆਪਣਾ ਮੂਲ ਦਾਰਸ਼ਨਿਕ ਆਧਾਰ ਵਜੋਂ ਸਥਾਪਿਤ ਕਰਦੀ ਹੈ। ਡਾਕਟਰ ਸੁਰਜੀਤ ਸਿੰਘ ਭੱਟੀ ਮੈਂ ਤੁਹਾਨੂੰ ਦੱਸ ਦਵਾਂ ਕਿ ਕੀ ਕਹਿੰਦੇ ਨੇ ਕਿ ਉਹ ਆਲੋਚਨਾ ਜੋ ਦਾਰਸ਼ਨਿਕ ਰੂਪ ਦੇ ਵਿੱਚ ਦਵੰਦਵਾਦ ਪਦਾਰਥਵਾਦ ਦੀ ਧਾਰਨੀ ਹੈ ਤੇ ਸਾਹਿਤ ਨੂੰ ਇਸ ਦਰਸ਼ਨ ਦੁਆਰਾ ਪ੍ਰਤੀਪਾਦਿਤ ਧਾਰਨਾਵਾਂ ਦੇ ਪ੍ਰਸੰਗ ਵਿੱਚ ਰੱਖ ਕੇ ਵੇਖਣ ਜਾਂ ਸਮਝਣ ਦਾ ਯਤਨ ਕਰਦੀ ਹੈ। ਇਹਨੂੰ ਅਸੀਂ ਮਾਰਕਸਵਾਦੀ ਆਲੋਚਨਾ ਕਹਿੰਦੇ ਆ। ਇਹਦੇ ਵਿੱਚ ਕੁਝ ਨੁਕਤੇ ਨੇ, ਇਹ ਨੁਕਤੇ ਤੁਹਾਨੂੰ ਜ਼ਰੂਰ ਪਤਾ ਹੋਣੇ ਚਾਹੀਦੇ ਨੇ, ਕਿਉਂਕਿ ਇਹ ਤੱਥਾਂ ਦੇ ਉੱਪਰ ਬੇਸ ਜਿਹੜਾ ਕੁਐਸਚਨ ਆ ਸਕਦਾ ਹੈ ਕਿ ਮਾਰਕਸਵਾਦੀ ਆਲੋਚਨਾ ਪ੍ਰਣਾਲੀ ਦਵੰਦਵਾਦ ਪਦਾਰਥਵਾਦ ਤੇ ਧਾਰਨੀ ਹੈ। ਦਵੰਦਵਾਦ ਕੀ ਹੈ, ਇਹਦੇ ਬਾਰੇ ਪਤਾ ਹੋਣਾ ਚਾਹੀਦਾ ਹੈ। ਪ੍ਰਕਿਰਤੀ, ਚਿੰਤਨ ਤੇ ਸਮਾਜ ਵਿਚਲੀ ਗਤੀ ਦੇ ਸਮਾਨਯ ਨਿਯਮਾਂ ਦਾ ਗਿਆਨ ਕਰਾਉਣ ਵਾਲਾ ਗਿਆਨ, ਵਿਗਿਆਨ। ਪ੍ਰਕਿਰਤੀ, ਚਿੰਤਨ ਤੇ ਸਮਾਜ ਵਿਚਲੀ ਗਤੀ ਦੇ ਸਮਾਨਯ ਨਿਯਮਾਂ ਦਾ ਗਿਆਨ ਕਰਾਉਣ ਵਾਲਾ ਵਿਗਿਆਨ।
ਸੋ ਮਾਰਕਸਵਾਦੀ ਪਦਾਰਥਵਾਦੀ ਦ੍ਰਿਸ਼ਟੀਕੋਣ ਉਹ ਦ੍ਰਿਸ਼ਟੀਕੋਣ ਹੈ ਜੋ ਸਮੁੱਚੇ ਸਮਾਜ, ਪ੍ਰਕਿਰਤੀ ਤੇ ਚਿੰਤਨ ਦੀਆਂ ਸਮੱਸਿਆਵਾਂ ਨੂੰ ਇੱਕ ਵਿਸ਼ੇਸ਼ ਪਦਾਰਥਵਾਦੀ ਤੇ ਬਾਹਰਮੁਖੀ ਦ੍ਰਿਸ਼ਟੀਕੋਣ ਤੋਂ ਦਵੰਦਵਾਦੀ ਢੰਗ ਨਾਲ ਸਮਝਣ ਦਾ ਯਤਨ ਕਰਦਾ ਹੈ। ਇਸ ਦਵੰਦਵਾਦ ਨੂੰ ਭੌਤਿਕਵਾਦ ਦਾ ਨਾਮ ਵੀ ਦਿੱਤਾ ਗਿਆ ਹੈ, ਕਿਉਂਕਿ ਦਿਸਦੇ ਜਗਤ ਦੀ ਹਕੀਕਤ ਨੂੰ, ਭੌਤਿਕ ਵਰਤਾਰੇ ਨੂੰ ਇਹਦੇ ਵਿੱਚ ਆਧਾਰ ਬਣਾਇਆ ਗਿਆ ਹੈ। ਇਹਦੇ ਵਿੱਚ ਅਸੀਂ ਇਹ ਮੰਨਦੇ ਹਾਂ ਕਿ ਸਮੁੱਚਾ ਵਰਤਾਰਾ ਵਿਰੋਧ ਵਿਕਾਸ ਦੇ ਨਿਯਮ ਅਧੀਨ ਹੈ। ਸੋ ਵਿਰੋਧ ਵਿਕਾਸ ਦਾ ਨਿਯਮ ਮਾਰਕਸਵਾਦ ਦਾ ਨਿਯਮ ਹੈ ਕਿ ਹਰ ਚੀਜ਼ ਪਹਿਲਾਂ ਵਿਰੋਧ, ਪਰ ਫਿਰ ਹੌਲੀ ਹੌਲੀ ਸਥਾਪਿਤ ਹੁੰਦੀ ਹੈ ਤੇ ਫਿਰ ਵਿਕਾਸ ਹੁੰਦਾ ਹੈ। ਸਮੁੱਚਾ ਵਰਤਾਰਾ ਗਿਣਾਤਮਕ ਤੋਂ ਗੁਣਾਤਮਿਕਤਾ ਤੱਕ ਹੈ, ਇਹ ਵੀ ਮਾਰਕਸਵਾਦ ਦਾ ਸਿਧਾਂਤ ਹੈ। ਗਿਣਾਤਮਕ ਤੋਂ ਗੁਣਾਤਮਕ ਚੀਜ਼ਾਂ पहला गिनती फिर हौली 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 क्वालिटी वाइज। निषेध का निषेध है, हर चीज कोई भी आप कहने किसी भी चीज, हर चीज का यूज होएगा, हर चीज का यूज होएगा। पदार्थ का अहम स्थान है, कभी भी इसका नाश नहीं होता, चेतना दूजे नंबर ते है। और सब तो वड्डी गल ਇਹਦੇ ਵਿੱਚ ਇਤਿਹਾਸਿਕ ਭੌਤਿਕਵਾਦ ਹੁੰਦਾ ਵੈ, ਹਿਸਟੋਰੀਕਲ ਮਟੀਰੀਅਲਿਜ਼ਮ ਹੁੰਦਾ ਵੈ ਇਸ ਪ੍ਰਣਾਲੀ ਵਿੱਚ, ਜਿਹਦੇ ਚ ਅਸੀਂ ਇਹ ਕਹਿੰਦੇ ਆ ਵੀ ਕਿਸੇ ਵੀ ਰਚਨਾ ਦੇ ਵਿੱਚ ਮਨੁੱਖੀ ਸਮਾਜ ਦਾ ਜਿਹੜਾ ਵਿਸ਼ਲੇਸ਼ਣ ਹੈ ਉਹ ਉਸ ਦੇ ਆਰਥਿਕ ਤੇ ਰਾਜਨੀਤਿਕ ਸਥਿਤੀਆਂ ਦੇ ਹਵਾਲੇ ਨਾਲ ਕੀਤਾ ਜਾਂਦਾ ਹੈ। ਇੱਕ ਚੀਜ਼ ਮਾਰਕਸਵਾਦ ਬਾਰੇ ਧਿਆਨ ਦੇਣ ਵਾਲੀ ਗੱਲ ਜੋ ਮੰਨੀ ਜਾਂਦੀ ਹੈ ਕਿ ਮਨੁੱਖ ਦੀ ਚੇਤਨਾ ਉਹਨਾਂ ਦੀ ਹੋਂਦ ਨੂੰ ਨਿਰਧਾਰਿਤ ਨਹੀਂ ਕਰਦੀ, ਸਗੋਂ ਉਹਨਾਂ ਦੀ ਸਮਾਜਿਕ ਹੋਂਦ ਉਹਨਾਂ ਦੀ ਚੇਤਨਾ ਨੂੰ ਨਿਰਧਾਰਿਤ ਕਰਦੀ ਹੈ। ਇਹਦੇ ਵਿੱਚ ਇਹ ਗੱਲ ਬੜੀ ਖਾਸ ਤੌਰ ਤੇ ਆਈ ਹੈ। ਔਰ ਦਾਰਸ਼ਨਿਕ ਜੋ ਹੁਣ ਤੱਕ ਇਹ ਕਹਿ ਰਹੇ ਸੀਗੇ ਕਿ ਸੰਸਾਰ ਦੀ ਉਹਨਾਂ ਨੇ ਵਿਆਖਿਆ ਕੀਤੀ, ਨਾਸ਼ਵਾਨ ਹੈ, ਛਿਨ ਭੰਗਰ ਹੈ, ਥੋੜ ਚਿਰਵਾ ਹੈ, ਪਰ ਉਹ ਕਹਿੰਦੇ ਇਹ ਗੱਲਾਂ ਛੱਡੋ, ਸੰਸਾਰ ਦੀ ਵਿਆਖਿਆ ਕੀਤੀ, ਮਸਲਾ ਤਾਂ ਇਸ ਨੂੰ ਬਦਲਣ ਦਾ ਹੈ। ਸੋ ਮਾਰਕਸਵਾਦ ਬਿਲਕੁਲ ਇੱਕ ਪ੍ਰਾਚੀਨ ਦਰਸ਼ਨਾਂ ਦੇ ਵਿੱਚੋਂ ਇੱਕ ਹੈ, ਪਰ 19ਵੀਂ ਸਦੀ ਦੇ ਅੰਤ ਵਿੱਚ ਕਾਰਲ ਮਾਰਕਸ ਤੇ ਐਂਗਲਸ ਨੇ ਇਸ ਨੂੰ ਇੱਕ ਵਿਗਿਆਨਿਕ ਦਰਸ਼ਨ ਵਜੋਂ ਸਥਾਪਿਤ ਕੀਤਾ। ਇੱਕ ਐਸਾ ਦਰਸ਼ਨ ਜੋ ਮੂਲ ਰੂਪ ਦੇ ਵਿੱਚ ਪਦਾਰਥਵਾਦੀ ਹੈ। ਇਹਦੇ ਵਿੱਚ ਅਸੀਂ ਮੰਨ ਕੇ ਚੱਲਦੇ ਹਾਂ ਕਿ ਸਮੁੱਚਾ ਵਰਤਾਰਾ ਨਿਰੰਤਰ ਗਤੀਸ਼ੀਲ ਵਿਕਾਸ ਕਰ ਰਿਹਾ ਹੈ। ਔਰ ਜਦੋਂ ਅਸੀਂ ਆਦਰਸ਼ਵਾਦ ਵਿੱਚ ਪੜ੍ਹਿਆ ਸੀ ਨਾ ਕਿ ਸੰਸਾਰ ਨੂੰ ਜਾਣਿਆ ਨਹੀਂ ਜਾ ਸਕਦਾ, ਹਰ ਚੀਜ਼ ਨਸ਼ਟ ਹੋ ਜਾਂਦੀ ਹੈ, ਕਹਿੰਦੇ ਨਹੀਂ, ਕੋਈ ਵੀ ਨਸ਼ਟ ਨਹੀਂ, ਹਰ ਚੀਜ਼ ਨੂੰ ਜਾਣਿਆ ਜਾ ਸਕਦਾ ਹੈ, ਸੰਸਾਰ ਨੂੰ ਸਮਝਿਆ ਜਾ ਸਕਦਾ ਹੈ, ਪਰੰਤੂ ਇਹ ਗਿਆਨ ਸਮਾਜਿਕ ਤੇ ਬੌਧਿਕ ਵਿਕਾਸ ਦੀਆਂ ਵਿਸ਼ੇਸ਼ ਪਰਿਸਥਿਤੀਆਂ ਦੇ ਅਨੁਸਾਰ ਹੋਣਾ ਚਾਹੀਦਾ ਹੈ। ਜੇ ਅਸੀਂ ਗੱਲ ਕਰੀਏ ਕਿ ਮਾਰਕਸ ਦੀ ਆਲੋਚਨਾ ਦੂਜੀਆਂ ਆਲੋਚਨਾਵਾਂ ਤੋਂ ਕਿਵੇਂ ਫਰਕ ਹੈ, ਤਾਂ ਮੁੱਖ ਰੂਪ ਦੇ ਵਿੱਚ ਇਹ ਸਮਾਜ ਵਿਗਿਆਨਿਕ ਨਿਯਮਾਂ ਦੇ ਉੱਪਰ ਸਮਾਜ ਦੇ ਲੋਕਾਂ ਦੀ, ਉਹਨਾਂ ਦੀ ਦਸ਼ਾ ਨੂੰ ਸੁਧਾਰਨ ਦੇ ਨਾਲ ਜੁੜਿਆ ਹੋਇਆ ਇੱਕ ਸੰਕਲਪ ਹੈ, ਜਿਹਦੇ ਵਿੱਚ ਅਜਿਹੇ ਸਮਾਜਿਕ ਬੀਮ, ਅਜਿਹਾ ਸਾਹਿਤਿਕ ਬੀਮ ਪੇਸ਼ ਕੀਤਾ ਜਾਂਦਾ ਹੈ, ਉਸ ਨੂੰ ਅਜਿਹੇ ਇਤਿਹਾਸਿਕ ਪਰਿਪੇਖ ਵਿੱਚ ਰੱਖ ਕੇ ਪੇਸ਼ ਕੀਤਾ ਜਾਂਦਾ ਹੈ ਕਿ ਪਾਠਕ ਨੂੰ ਇੱਕ ਨਵੀਂ ਦਿਸ਼ਾ ਤੇ ਨਵੀਂ ਦ੍ਰਿਸ਼ਟੀਕੋਣ ਤੋਂ ਉਸ ਰਚਨਾ ਨੂੰ ਸਮਝਣ ਦਾ ਮੌਕਾ ਮਿਲਦਾ ਜਾਂਦਾ ਹੈ। ਸ਼ੋਸ਼ਿਤ ਵਰਗ, ਅਸ਼ੋਸ਼ਿਤ ਵਰਗ, ਹਨਾ, ਤਾਂ ਇਹਦੇ ਵਿਚਕਾਰ ਦੀ ਜਿਹੜੀ ਲੜਾਈ ਹੈ, ਇਹਦੇ ਰਾਹੀਂ ਸੰਸਾਰ ਦੀ ਵਿਕਾਸ ਦੀ ਗੱਲ ਕੀਤੀ ਜਾਂਦੀ ਹੈ। ਇਹ ਮਾਰਕਸਵਾਦੀ ਦਰਸ਼ਨ ਕੋਈ ਇੱਕ ਦਿਨ ਚ ਨਹੀਂ ਆ ਗਿਆ ਸੀਗਾ, ਇਹਦੇ ਲਈ ਬਹੁਤ ਪ੍ਰਸਥਿਤੀਆਂ ਬਣੀਆਂ ਸੀਗੀਆਂ, ਉਹਦੇ ਕਾਰਨ ਸੀਗੇ। ਉਹਨਾਂ ਕਾਰਨਾਂ ਦੇ ਵਿੱਚੋਂ ਯੂਰਪ ਦੇ ਵਿੱਚ 19ਵੀਂ ਸਦੀ ਵਿੱਚ ਫਰਾਂਸੀਸੀ ਇਨਕਲਾਬ, ਉਦਯੋਗਿਕ ਕ੍ਰਾਂਤੀ, ਜਗੀਰਦਾਰੀ ਪ੍ਰਬੰਧ ਦਾ ਟੁੱਟਣਾ, ਪੂੰਜੀਵਾਦੀ ਪ੍ਰਬੰਧ ਦੀ ਸਥਾਪਨਾ, ਬੁਰਜੂਆ ਤੇ ਪ੍ਰਵਿਰਤੀ ਵਰਗਾਂ ਦਾ ਪੈਦਾ ਹੋਣਾ, ਸੰਘਰਸ਼, ਵਿਰੋਧੀ ਟਕਰਾਅ, ਸਰੀਰਕ ਵਿਗਿਆਨ ਦੀਆਂ ਲੱਭਤਾਂ, ਸੈਲਜ਼ ਐਂਡ ਆਰਗੈਨਿਕ ਯੂਨਿਟੀ ਵਾਲੀ ਜਿਹੜੀ ਥਿਊਰੀ ਸੀਗੀ, ਡਾਰਵਿਨ ਦੀ ਜਿਹੜੀ ਵਿਕਾਸਵਾਦ ਦੀ ਥਿਊਰੀ ਸੀ, ਇਹਨਾਂ ਸਾਰੀਆਂ ਗੱਲਾਂ ਨੇ ਮਿਲ ਕੇ ਪ੍ਰਾਚੀਨ ਆਦਰਸ਼ਵਾਦੀ ਸਿਧਾਂਤਾਂ ਨੂੰ ਬਿਲਕੁਲ ਸਾਈਡ ਉੱਪਰ ਕਰ ਦਿੱਤਾ ਤੇ ਮਾਰਕਸਵਾਦੀ ਦ੍ਰਿਸ਼ਟੀਕੋਣ ਨੂੰ ਇੱਕ ਵਿਗਿਆਨਿਕ ਵਿਸ਼ਵੀ ਦ੍ਰਿਸ਼ਟੀਕੋਣ ਵਜੋਂ ਆਪਣਾ ਆਧਾਰ ਦਿੱਤਾ। ਜੇ ਅਸੀਂ ਇਹਦੇ ਮੁੱਖ ਚਿੰਤਕਾਂ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਮੁੱਖ ਚਿੰਤਕ ਕਾਰਲ ਮਾਰਕਸ, ਫਰੈਡਰਿਕ ਐਂਗਲਸ ਇਹਨਾਂ ਨੇ ਸਥਾਪਿਤ ਕੀਤਾ। ਲੈਨਿਨ, ਸਟਾਲਿਨ ਤੇ ਮਾਓ ਜ਼ੇ ਤੁੰਗ ਨੇ ਇਹਨਾਂ ਨੂੰ ਵਿਕਸਿਤ ਕੀਤਾ। ਲੁਕਾਚ, ਕਾਰਵਿਲ, ਹਾਰਵਰਡ, ਫਾਸ ਤੇ ਰੈਲਫ ਫਾਕਸ ਇਹਨਾਂ ਨੂੰ ਪ੍ਰਚਲਿਤ ਕੀਤਾ। ਟੈਰੀ ਇਗਿਲਟਨ, ਅਲਥਿਊਸਰ, ਪੀਰੇ, ਦੈਰਿਦਾ ਤੇ ਜਕ ਲਾਕਾ ਨੇ ਇਸ ਨੂੰ ਸੂਖਮਤਾ ਤੱਕ ਪਹੁੰਚਾਇਆ। ਜਿੰਨੇ ਵੀ ਹੁਣ ਤੱਕ ਦੇ ਪੇਪਰ ਹੋਏ ਨੇ UGC ਦੇ, ਜਿੰਨੇ ਵੀ ਪੇਪਰ ਆਉਂਦੇ ਰਹੇ ਨੇ, ਉਹਦੇ ਵਿੱਚ ਇਹ ਚਿੰਤਕਾਂ ਦੇ ਨਾਮ ਦੇ ਕੇ ਪੁੱਛਿਆ ਜਾਂਦਾ ਰਿਹਾ ਹੈ ਕਿ ਇਹਨਾਂ ਵਿੱਚੋਂ ਮਾਰਕਸਵਾਦੀ ਚਿੰਤਕ ਕਿਹੜਾ ਸੀ, ਮਾਰਕਸਵਾਦੀ ਚਿੰਤਕ ਕਿਹੜੇ ਚਿੰਤਕ ਨੇ ਇਸ ਨੂੰ ਪ੍ਰਚਲਿਤ ਕੀਤਾ, ਵਿਕਸਿਤ ਕੀਤਾ, ਸਥਾਪਿਤ ਕੀਤਾ, ਇਸ ਨੂੰ ਸੂਖਮਤਾ ਤੱਕ ਪਹੁੰਚਾਇਆ, ਜਾਂ ਇਹ ਚਿੰਤਕ ਦਾ ਸੰਬੰਧ ਕਿਹੜੀ ਪ੍ਰਣਾਲੀ ਦੇ ਨਾਲ ਸੀ। ਸੋ ਸਾਨੂੰ ਇਹ ਚਿੰਤਕਾਂ ਨੂੰ ਯਾਦ ਕਰਨਾ ਪਏਗਾ। ਕਲਾ ਸਮਾਜ ਲਈ ਹੈ ਮਾਰਕਸਵਾਦੀ ਵਿਚਾਰਧਾਰਾ ਦਾ ਮੁੱਖ ਮੰਤਵ ਜਿਹੜਾ ਸੀਗਾ ਇਹਦੇ ਨਾਲ ਜੁੜਿਆ ਹੋਇਆ ਸੀ, ਜਿਹੜਾ ਕਿ ਅਸੀਂ ਵਾਰ-ਵਾਰ ਗੱਲ ਕਰ ਚੁੱਕੇ ਹਾਂ। ਵਸਤੂ ਤੇ ਰੂਪ ਦੇ ਉੱਪਰ, ਵਸਤੂ ਦੇ ਉੱਪਰ ਇਹਨਾਂ ਨੇ ਪੂਰਾ ਪੂਰਾ ਜਿਹੜਾ ਵੈ ਜ਼ੋਰ ਦਿੱਤਾ ਵੈ। ਤੁਸੀਂ ਇਹਦੇ ਸਾਰੇ ਦੇ ਸਾਰੇ ਨੋਟਸ ਵਿੱਚੋਂ ਪੜ੍ਹੋਗੇ ਇਹਨਾਂ ਚੀਜ਼ਾਂ ਦੇ ਵਿੱਚੋਂ ਕਿ ਇਹਨਾਂ ਨੇ ਹਰ ਤਰ੍ਹਾਂ ਦੇ ਨਾਲ ਇਹ ਦੱਸਿਆ ਕਿ ਨਿਸ਼ਚਿਤ ਵਸਤੂ ਆਪਣੇ ਅਨੁਸਾਰੀ ਰੂਪ ਨੂੰ ਨਿਰਧਾਰਿਤ ਕਰਦਾ ਵੈ। ਰੂਪ ਆਪਣੇ ਆਪ ਦੇ ਵਿੱਚ ਕੁਝ ਵੀ ਨਹੀਂ, ਸਗੋਂ ਵਸਤੂ ਦਾ ਰੂਪ ਵਿੱਚ ਹੀ ਰੂਪਾਂਤਰਣ ਹੈ। ਔਰ ਰੂਪ ਵਿਚਲਾ ਜਿਹੜਾ ਨੁਕਸ ਹੈ ਉਹ ਵਸਤੂ ਵਿਚਲੇ ਨੁਕਸ ਤੋਂ ਪੈਦਾ ਹੁੰਦਾ ਵੈ। ਸੋ ਸਾਰੀ ਜਿਹੜੀ ਗੱਲ ਹੈ ਉਹ ਵਸਤੂ ਦੇ ਉੱਪਰੋਂ ਹੀ
ਢੁਕਦੀ ਹੈ, ਵਸਤੂ ਦੇ ਉੱਪਰ ਹੀ ਕਰਦੀ ਹੈ। ਰੂਪ ਵਸਤੂ ਤੋਂ ਪੈਦਾ ਹੁੰਦਾ ਹੈ, ਗੱਲ ਸਮਝ ਲਓ, ਤੇ ਵਸਤੂ ਨੂੰ ਪ੍ਰਭਾਵਿਤ ਕਰਦਾ ਹੈ। ਰੂਪ ਵਸਤੂ ਤੋਂ ਬਿਨਾਂ ਹੋਂਦ ਵਿੱਚ ਨਹੀਂ ਆ ਸਕਦਾ, ਤੇ ਵਸਤੂ ਵੱਖ-ਵੱਖ ਰੂਪਾਂ ਤੋਂ ਬਿਨਾਂ ਹੋਂਦ ਸਥਾਪਿਤ ਨਹੀਂ ਕਰ ਸਕਦਾ। ਰੂਪ ਦਾ ਨਿਰਧਾਰਨ ਵਸਤੂ ਦੀ ਪ੍ਰਕਿਰਤੀ ਦੇ ਆਧਾਰ ਤੇ ਹੁੰਦਾ ਹੈ, ਤੇ ਵਸਤੂ ਵਿੱਚ ਪਰਿਵਰਤਨ ਆ ਜਾਂਦਾ ਹੈ। ਸੋ ਅਹਿਮੀਅਤ ਜਿਹੜੀ ਹੋ ਗਈ ਉਹ ਵਸਤੂ ਦੀ ਹੋ ਗਈ। ਦੂਜਾ ਇਹਦੇ ਜਿਹੜਾ ਕੰਸੈਪਟ ਹੈ ਉਹ ਪ੍ਰਤੀਬੱਧਤਾ ਦਾ ਕੰਸੈਪਟ ਹੈ। ਪ੍ਰਤੀਬੱਧਤਾ ਦਾ ਮਤਲਬ ਇਹ ਹੈ ਕਿ ਲੇਖਕ ਦਾ ਬੁਨਿਆਦੀ ਤੌਰ ਤੇ ਕਿਸੇ ਇੱਕ ਦ੍ਰਿਸ਼ਟੀਕੋਣ ਨਾਲ ਜੁੜਿਆ ਹੋਣਾ, ਮਾਨਵ ਪੱਖੀ ਤੇ ਮਾਨਵ ਵਿਰੋਧੀ। ਤੇ ਜੇ ਅਸੀਂ ਗੱਲ ਕਰੀਏ ਸਮਾਜ ਦੇ ਵਿੱਚ ਇੱਕ ਉਸ ਜਮਾਤ ਜਿਹੜੀ ਉਪਜ ਦੇ ਸਾਧਨਾਂ ਤੇ ਕਾਬਜ ਹੈ, ਦੂਜੀ ਉਹ ਧਿਰ ਜਿਨ੍ਹਾਂ ਕੋਲ ਕੋਈ ਸਾਧਨ ਨਹੀਂ, ਉਹ ਉਹਨਾਂ ਦੇ ਅਧੀਨ ਹੋ ਜਾਂਦੇ ਨੇ। ਤੇ ਫਿਰ शोषण, वो सारी प्रक्रिया जी चलती है, लुट खसुट, तो ये लुट खसुट तद तक चलती रहती है जब तक भाईचारा, सहयोग, मित्रता ते मिलवर्तन ना आ जाए। तो लेखक की प्रतिबद्धता इस जमात के नाल होनी चाहिए है। लेखक की प्रतिबद्धता ये कार्ल मार्क्स कहता है लेखक नूं जीवन ते लिखण योग होने लिए जरूर कमाना चाहिए है, पर उसनूं किसी तरह भी कमान ते जीवन लिए लिखना नहीं चाहिए, अर्थात कोई समझौता नहीं करना चाहिए। कोई बड़ा सोहना हार्बर्ट फास्ट ने समझाया है कि जेकर कोई पशु बनना पसंद कर ले तो मानव जाति दीयां पीड़ा वालों पीठ फेर सकता है, तो सिर्फ अपने हितों का ध्यान रख सकता है। सो लेखक की प्रतिबद्धता समाज की तौर विच काम कर रही प्रगतिशील ताकतां दे नाल होनी चाहिए है, जमातां दे नाल होनी चाहिए है जो समाज नूं उच्चा लिजाण विच, चढ़ाई वाल लिजाण लई यतनशील होण। साहित्यिकता दूजे नंबर पर आ जाती है। प्लेखनोव ने भी यह गल स्पष्ट की है कि समाज कलाकार वास्ते नहीं बनया, सगों कलाकार समाज वास्ते बनया है। सो कला का कर्तव्य है कि मनुख की चेतना के विकास विच समाजिक प्रबंध नूं बेहतर बनाउण विच सहाई होवे। इहदे च एक गल होर बड़ी कमाल दी है कि निरपक्षता ते पक्षपातता। आप आम तौर पर कहते हैं कि निरपक्ष होना चाहिए साहित्य में, पर मार्क्सवादी वाले कहते हैं कि नहीं, साहित्य पक्षपाती होना चाहिए है। तो हर हालत गल इन शोषण जमात, इन्हां दबे कुचले लताड़े हुए लोगों की करनी चाहिए है। सो ये गल सानू इहदे विचों पढ़ के सारी समझ आ जाएगी। नैक्सट गल जिहड़ी है साहित्य विचारधारा की, साहित्य आपसी अंतर संबंधां की, ते ये विचारधारा भी उस शोषित वर्ग के नाल जुड़ी होनी चाहिए है। तो वह लेखक ही महान है जिहड़ा किसी जटिल ते कीमती समाजिक विचार नूं बड़े शक्ति ते कलात्मक ढंग नाल बड़ी सरलता दे नाल पेश करने विच सफल हुंदा है ते लखां लोकां दे दिलां विच उतर जांदा है। और नारेबाजी बिल्कुल नहीं, क्योंकि विचारधारा जिहड़ी नारेबाजी वाली है मार्क्सवादी नूं प्रमाण नहीं करता। कलात्मक मूल जिहड़ा वै वो घट जांदा वै। वो बार बार इक्को गल कहंदे ने कि साहित्य विच निरपक्षता जां निरोध कलात्मकता की गल करन वालियां दी भी एक विचारधारा हुंदी है, पर यह विचारधारा समाज की काबज श्रेणी के हितां की पूर्ति कर रही हुंदी है। सो इन्हां दी विचारधारा जिहड़ी है वो निमन लोकां दे नाल, छोटे हल्के जिहड़े वो लोग दबे हुए ने, जिहड़े कुचले हुए ने, जिहड़े लताड़े हुए ने, उन्हां दे नाल होनी चाहिए है। और फिर गल आती है समाजवादी यथार्थवाद की, जिहदे च असीं कहांगे कि समाजवादी यथार्थवाद का मतलब यह है कि मार्क्सवाद वालियां दा मनना है कि जब तक निजी जायदाद संस्था के ऊपर रोक नहीं लगती, जब तक जिहड़ा है वो एक तरीके दे नाल इनकलाब नहीं ले आंदे, क्रांति नहीं ले आंदे, तब तक समाज विच बदलाव नहीं आ सकता। सो साहित्यकार दा फर्ज बनता है कि शोषित वर्ग नूं इतिहास की आवश्यक चेतना प्रदान करे, शोषित वर्ग नूं उहदे अंदरों चितरे ते विकास की लंबी प्रक्रिया चों लंघांदियां उहदियां खामियां नूं दूर करे। नीत के अनुसार ये दो होर संकल्प ने, किसी समाज के उत्पादन संबंधों का कुल जोड़ किसी समाज का आर्थिक ढांचा इसका आधार जां नींव बनता है, और ये ढांचे के उपर ही समाज का राज, कानून, नैतिकता, राजनीति, धर्म, कला, साहित्य उसरिया हुंदा है। सो नीत के अनुसार वियोग इसका एक बहुत बड़ा संकल्प है। वियोग मार्क्सवाद का, जिहदे विच यह कहा गया है कि कीर्ति कामे अपनियां ही पैदा कीतियां वस्तुआं तो टुटे हुंदे ने, उन्हां वस्तुआं ते उन्हां दा कोई हक जां अधिकार नहीं हुंदा। अजिही दर्द भरी ते मंदभागी अवस्था विरोध ते संघर्ष का कारण बनती है। सो इत्थे वियोग का मतलब यह है। नैक्सट जिहड़ी साडे कोल थ्योरी है वो थ्योरी है संरचनावाद, स्ट्रक्चरलिज्म। संरचनावाद प्राथमिक तौर पर आधुनिक भाषा विज्ञान ते आधारित सिरजी गई एक अध्ययन प्रणाली है। फर्डिनैंड दी सोस्योर भाषा विज्ञानी संरचनावाद का पितामह, भाषा विज्ञान का पितामह मनिया गया। संरचनावाद मूल रूप से भी यथार्थबोध
ਦਾ ਸਾਹਿਤ ਹੈ, ਅਰਥਾਤ ਯਥਾਰਥ ਜਾਂ ਵਿਸ਼ਵ ਸਾਡੀ ਚੇਤਨਾ ਅਤੇ ਬੋਧ ਦਾ ਹਿੱਸਾ ਕਿਸ ਪ੍ਰਕਾਰ ਬਣਦੇ ਨੇ, ਅਸੀਂ ਵਸਤੂਆਂ ਦੇ ਸੱਚ ਨੂੰ ਕਿਵੇਂ ਗ੍ਰਹਿਣ ਕਰਨਾ ਹੈ, ਜਾਂ ਅਰਥਾਂ ਦਾ ਉਤਪਾਦਨ ਕਿਹੜੇ ਆਧਾਰਾਂ ਤੇ ਟਿਕਿਆ ਹੋਇਆ ਹੈ, ਅਰਥਾਂ ਦੀ ਉਤਪਤੀ ਕਿਵੇਂ ਹੋਣੀ ਹੈ। ਇਹ ਜਿਹੜਾ ਸੰਕਲਪ ਹੈ, ਇਹ ਜਿਹੜੀ ਸੰਰਚਨਾ ਹੈ ਕਿ ਹਰ ਚੀਜ਼ ਸਟਰਕਚਰਸ ਉੱਪਰ ਆਧਾਰਿਤ ਹੁੰਦੀ ਹੈ, ਕਿ ਅਰਥ ਸਮਝ ਆਉਂਦੇ ਨੇ ਤਾਂ ਹੀ ਆਉਂਦੇ ਨੇ ਜੇ ਉਹ ਸਾਨੂੰ ਉਸਦਾ ਸਿਸਟਮ ਸਮਝ ਆਏਗਾ, ਉਹਦਾ ਸਟਰਕਚਰ ਸਮਝ ਆਏਗਾ। ਸੋ ਇਹਨਾਂ ਦੀ ਜਿਹੜੀ ਥਿਊਰੀ ਹੈ ਕਿ ਅਰਥਾਂ ਦੀ ਉਤਪਤੀ, ਅਰਥਾਂ ਦਾ ਨਿਸ਼ਚਿਤ ਹੋਣਾ ਕਿਵੇਂ ਹੁੰਦਾ ਵੇ। ਸੋ ਤੁਹਾਨੂੰ ਸਮਝਣਾ ਪਏਗਾ ਕਿ ਸਸਿਊਰ ਜਿਹੜਾ ਹੈ 1857 ਦੇ ਵਿੱਚ ਜਨੇਵਾ ਦੇ ਵਿੱਚ ਪੈਦਾ ਹੋਇਆ ਸੀ। 1906 ਦੇ ਵਿੱਚ ਜਨੇਵਾ ਯੂਨੀਵਰਸਿਟੀ ਵਿੱਚ ਜਨਰਲ ਭਾਸ਼ਾ ਵਿਗਿਆਨ ਪੜ੍ਹਾਉਣ ਦੀ ਇਹਨੂੰ ਜ਼ਿੰਮੇਵਾਰੀ ਸੌਂਪੀ ਗਈ ਸੀ। ਸੋ ਉਹਦਾ ਸਬਜੈਕਟ ਕੀ ਸੀਗਾ, ਕਿਸ ਵਿਸ਼ੇ ਤੋਂ ਉਹਨੇ ਟੀਚਿੰਗ ਸ਼ੁਰੂ ਕੀਤੀ, ਜਨਰਲ ਭਾਸ਼ਾ ਵਿਗਿਆਨ। 3 ਸਾਲ 7, 8, 9 ਤੇ 10, 11 ਵਿੱਚ 3 ਭਾਸ਼ਣ ਜੜੀਆਂ ਪੇਸ਼ ਕੀਤੀਆਂ, ਜੋ ਬਾਅਦ ਵਿੱਚ ਕੋਰਸ ਇਨ ਜਨਰਲ ਲਿੰਗੁਇਸਟਿਕਸ। ਮੈਨੂੰ ਲੱਗਦਾ ਵੀ ਕੋਈ ਵੀ ਪੇਪਰ ਐਸਾ ਹੋਏਗਾ ਜਿਹਦੇ ਵਿੱਚ ਕੋਰਸ ਇਨ ਜਨਰਲ ਲਿੰਗੁਇਸਟਿਕਸ ਬਾਰੇ ਨਾ ਪੁੱਛਿਆ ਜਾਂਦਾ ਹੋਵੇ। ਸੋ ਸਸਿਊਰ ਦੀ ਕਿਤਾਬ ਦੇ ਬਾਰੇ, ਉਸਦੀ ਮੌਤ ਤੋਂ ਬਾਅਦ ਇਹ ਜਿਹੜੀ ਪੁਸਤਕ ਸੀ ਜਿਹਦੇ ਵਿੱਚ ਉਹਦੇ ਸਾਰੇ ਇਹ ਭਾਸ਼ਾਗਤ ਸੰਕਲਪ ਜਿਹੜੇ ਨੇ, ਸਸਿਊਰ ਦੇ ਜਿਹੜਾ ਸਟਰਕਚਰਲਿਜ਼ਮ ਹੈ ਉਹ ਸਾਡੇ ਸਾਹਮਣੇ ਰੱਖਿਆ ਗਿਆ, ਪੇਸ਼ ਕੀਤਾ ਗਿਆ। ਸੋ ਭਾਸ਼ਾ ਦੀ ਸੰਰਚਨਾ, ਭਾਸ਼ਾ ਦੇ ਵਿਭਿੰਨ ਤੱਤਾਂ ਦੇ ਸੰਬੰਧਾਂ ਦੇ ਪ੍ਰਬੰਧ ਉੱਤੇ ਟਿਕੀ ਹੋਈ ਹੈ, ਜਿਹਦੇ ਆਧਾਰ ਤੇ ਭਾਸ਼ਾ ਬੋਲੀ ਤੇ ਸਮਝੀ ਜਾਂਦੀ ਹੈ। ਅਰਥਾਤ ਸਸਿਊਰ ਕਹਿੰਦਾ ਹੈ ਕਿ ਭਾਸ਼ਾ ਦੀ ਸੰਰਚਨਾ ਦਾ ਮਤਲਬ ਇਹ ਹੈ ਕਿ ਭਾਸ਼ਾ ਕੁਝ ਵਿਭਿੰਨ ਤੱਤਾਂ ਦੇ ਨਾਲ ਮਿਲ ਕੇ ਬਣਦੀ ਹੈ। ਉਹ ਵਿਭਿੰਨ ਤੱਤਾਂ ਦੇ ਵਿਚਕਾਰ ਇੱਕ ਸੰਬੰਧ ਹੁੰਦਾ ਹੈ, ਉਹਨਾਂ ਸੰਬੰਧਾਂ ਦੇ ਨਾਲ ਇੱਕ ਪ੍ਰਬੰਧ ਬਣਦਾ ਹੈ। ਉਸ ਪ੍ਰਬੰਧ ਦੇ ਆਧਾਰ ਦੇ ਉੱਤੇ ਹੀ ਭਾਸ਼ਾ ਜਿਹੜੀ ਹੈ ਬੋਲੀ ਜਾਂਦੀ ਹੈ, ਸਮਝੀ ਜਾਂਦੀ ਹੈ, ਅਰਥ ਸਪਸ਼ਟ ਹੁੰਦੇ ਨੇ, ਵਸਤੂਆਂ ਦੀ ਪਛਾਣ ਸੰਭਵ ਹੁੰਦੀ ਹੈ। ਸੋ ਲੀਨਾਰਡੋ ਬਲੂਮਫੀਲਡ ਬੜੀ ਚੰਗੇ ਤਰੀਕੇ ਦੇ ਨਾਲ ਇਸ ਗੱਲ ਨੂੰ ਸਪਸ਼ਟ ਕਰਦੇ ਹੋਏ ਇਹੋ ਗੱਲ ਦੱਸਦੇ ਨੇ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਇਹ ਭਾਸ਼ਾ ਦੇ ਵਿੱਚ ਜਿਹੜੇ ਵੱਖਰੇ ਵੱਖਰੇ ਅੰਸ਼ ਹੁੰਦੇ ਨੇ, ਉਹ ਸਿਸਟਮ ਦੇ ਵਿੱਚ ਬੱਝ ਕੇ, ਰਿਸ਼ਤਿਆਂ ਦੇ ਵਿੱਚ ਬੱਝ ਕੇ ਕਾਰਜ ਕਰਦੇ ਨੇ ਤੇ ਮੂਲਾਂ ਦੇ ਧਾਰਨੀ ਬਣਦੇ ਨੇ, ਅਰਥਾਤ ਅਰਥਾਂ ਦੇ ਧਾਰਨੀ ਬਣਦੇ ਨੇ। ਜੇ ਅਸੀਂ ਗੱਲ ਕਰੀਏ ਤਾਂ ਸਸਿਊਰ ਦਾ ਜਿਹੜਾ ਸਭ ਤੋਂ ਵੱਡਾ ਕਾਰਨਾਮਾ ਇਹ ਸੀਗਾ ਕਿ ਉਸਦੀ ਅੰਤਰਦ੍ਰਿਸ਼ਟੀ ਨੇ ਸਦੀਆਂ ਤੋਂ ਤੁਰੀ ਆ ਰਹੀ ਭਾਸ਼ਾ ਦੀ ਇਸ ਧਾਰਨਾ ਨੂੰ ਰੱਦ ਕਰ ਦਿੱਤਾ ਸੀ ਕਿ ਭਾਸ਼ਾ ਕੋਈ ਸਥੂਲ ਵਸਤੂ ਹੈ ਜਾਂ ਤਾਤਵਿਕ ਵਸਤੂ ਹੈ। ਉਹਨੇ ਕਿਹਾ ਕਿ ਨਹੀਂ, ਭਾਸ਼ਾ ਤਾਂ ਸੰਵੇਦਨਾਤਮਕ ਸੰਕਲਪਨਾ ਹੈ, ਕੁਝ ਤੱਤਾਂ ਦੇ ਆਪਸੀ ਸੰਬੰਧਾਂ ਦੇ ਨਾਲ ਸਾਹਮਣੇ ਆਉਂਦੀ ਹੈ। ਭਾਸ਼ਾ ਨਾਮਾਂ ਦਾ ਪ੍ਰਬੰਧ ਜਾਂ ਵਸਤੂ ਦੁਆਰਾ ਨਾਮ ਦੇਣ ਦਾ ਪ੍ਰਬੰਧ ਨਹੀਂ ਹੈ, ਇਹ ਤੇ ਵਿਭਿੰਨਤਾਵਾਂ ਦਾ ਪ੍ਰਬੰਧ ਹੈ। ਭਾਸ਼ਾ ਇੱਕ ਸਮਕਾਲੀਨ ਸਜੀਵ ਵਸਤੂ ਹੈ, ਸਿਰਫ ਕੋਰੀ ਇਤਿਹਾਸਿਕ ਤੇ ਕਾਲਕ੍ਰਮਿਕ ਵਿਕਾਸ ਦੀ ਪ੍ਰਕਿਰਿਆ ਨਹੀਂ ਹੈ। ਭਾਸ਼ਾ ਦਾ ਅਧਿਐਨ ਮੁੱਖ ਤੌਰ ਤੇ ਮੌਖਿਕ ਭਾਸ਼ਾ ਦਾ ਵੀ ਅਧਿਐਨ ਹੈ, ਲਿਖਤੀ ਪਾਠ ਨਹੀਂ। ਭਾਸ਼ਾ ਦੀ ਸੰਗਠਿਤ ਰੂਪ ਦਾ ਨਿਰੂਪਣ ਕਰਨ ਦੇ ਲਈ ਉਸਦੀ ਅੰਦਰੂਨੀ ਵਿਵਸਥਾ ਦਾ ਵਿਸ਼ਲੇਸ਼ਣ ਕਰਨਾ ਬਹੁਤ ਜ਼ਰੂਰੀ ਹੈ, ਨਾ ਕਿ ਭਾਸ਼ਾ ਦੀ ਪੀੜ੍ਹੀ ਦਰ ਪੀੜ੍ਹੀ ਵਾਕਨਿਕ ਤੁਲਨਾ ਜਾਂ ਤੁਲਨਾਤਮਕ ਪ੍ਰਵਿਰਤੀਆਂ ਦਾ ਵਰਣਨ ਕਰਨਾ। ਔਰ ਜਦੋਂ ਵੀ ਅਸੀਂ ਭਾਸ਼ਾ ਦੇ ਲੱਛਣਾਂ ਦਾ ਅਧਿਐਨ ਕਰਦੇ ਹਾਂ ਤਾਂ ਸਾਨੂੰ ਉਸ ਨੂੰ ਸਮਾਜਿਕ ਪਿਛੋਕੜ ਨੂੰ ਵੇਖਣਾ ਪਏਗਾ। ਸਮਾਜਿਕ ਪਿਛੋਕੜ ਦੇ ਪਿੱਛੇ ਹੀ ਇਹ ਉਹਦੇ ਅੰਤਰਗਤ ਹੀ ਕੋਈ ਭਾਸ਼ਾ ਜਿਹੜੀ ਹੈ ਕਾਰਜ ਕਰਦੀ ਹੈ। ਭਾਸ਼ਾ ਇੱਕ ਸਮਾਜਿਕ ਵਰਤਾਰਾ ਹੈ। ਸੋ ਸਸਿਊਰ ਦੀ ਥਿਊਰੀ ਸਮਝਣ ਦੇ ਲਈ ਸਾਨੂੰ ਇਹਨਾਂ ਤੱਥਾਂ ਨੂੰ ਸਮਝਣਾ ਪਏਗਾ। ਜਿਹੜਾ ਉਹਨੇ ਸਟਰਕਚਰ ਸ਼ਬਦ ਵਰਤਿਆ, ਇਹਦੇ ਬਾਰੇ ਪੁੱਛਿਆ ਜਾਂਦਾ ਆਮ ਤੌਰ ਤੇ ਕਿ ਇਹ ਮੂਲ ਰੂਪ ਦੇ ਵਿੱਚ ਕਿਸ ਸ਼ਬਦ ਤੋਂ ਪੈਦਾ ਹੋਇਆ, ਤੇ ਲੈਟਿਨ ਸ਼ਬਦ ਤੋਂ ਪੈਦਾ ਹੋਇਆ, ਸਟਿਊਰਸ ਤੋਂ, ਜਿਹਦਾ ਅਰਥ ਟੂ ਬਿਲਡ ਹੈ। ਅੰਗਰੇਜ਼ੀ ਵਿੱਚ the way something is constructed or the relation which hold amongst the elements of a given whole ਦੇ ਅਰਥਾਂ ਦਾ ਸੂਚਕ ਹੈ। ਸੋ ਇਹ ਕੁਐਸਚਨ ਸਾਨੂੰ ਪੁੱਛਿਆ ਜਾ ਸਕਦਾ ਹੈ। ਜੇ ਅਸੀਂ ਹੁਣ ਗੱਲ ਕਰੀਏ ਕਿ ਸਸਿਊਰ ਨੇ ਆਪਣਾ ਜਿਹੜਾ ਸਾਡੇ ਸਾਹਮਣੇ ਸੰਰਚਨਾ, ਸਟਰਕਚਰਸ, ਸੰਬੰਧਾਤਮਕ ਸੰਬੰਧਾਂ ਦੀ ਗੱਲ ਕੀਤੀ ਕਿ ਉਹ ਤੱਤ, ਉਹਨਾਂ ਤੱਤਾਂ ਦਾ ਸੰਬੰਧ, ਉਹਨਾਂ ਸੰਬੰਧਾਂ ਤੋਂ ਜੋ ਪ੍ਰਬੰਧ ਬਣਿਆ ਉਹਦੇ ਨਾਲ ਭਾਸ਼ਾ ਸਮਝ ਆਉਂਦੀ ਹੈ, ਤਾਂ ਉਹਦੇ ਵਿੱਚੋਂ ਪਹਿਲੀ ਗਿਲ ਚਿੰਨ, ਚਿੰਨਕ ਤੇ ਚਿੰਨਤ, ਚਿੰਨਕ ਥਿਊਰੀ ਹੈ। ਚਿੰਨ, ਚਿੰਨਕ ਤੇ ਚਿੰਨਤ, ਦੂਜੀ ਲੌਂਗ ਤੇ ਪੈਰੋਲ, ਤੀਜੀ ਕੜੀਦਾਰ ਤੇ ਲੜੀਦਾਰ, ਚੌਥੀ ਇਕਾਲਿਕ ਤੇ ਦੁਕਾਲਿਕ। ਮੈਂ ਤੁਹਾਨੂੰ ਇਹਨਾਂ ਨੂੰ ਬੜੀ ਸੰਖੇਪ ਦੇ ਵਿੱਚ ਸਮਝਾ ਦਿੰਦਾ। ਔਰ ਜਿਹੜੀ ਚਿੰਨਕ ਥਿਊਰੀ ਹੈ, ਇਹਦੀ ਜਿਹੜੀ ਹੈ ਉਹ ਆਪਣੇ ਆਪ ਦੇ ਵਿੱਚ ਉਹਦੇ ਉੱਪਰ ਬਹੁਤ ਜ਼ਿਆਦਾ ਚਰਚਾ ਵੀ ਹੋਈ ਹੈ, ਲੱਗ ਵੀ ਸਾਨੂੰ ਪੁੱਛਿਆ ਜਾਣਾ ਹੈ। ਸੋ ਚਿੰਨ ਦੋ ਇੱਕ ਜਟਿਲ ਇਕਾਈ ਹੈ, ਇੱਕ ਜਟਿਲ ਇਕਾਈ ਜਿਹਦੇ ਦੋ ਹਿੱਸੇ ਨੇ, ਚਿੰਨਕ ਤੇ ਚਿੰਨਤ। ਸਿਗਨੀਫਾਇਰ, ਸਿਗਨੀਫਾਈਡ, ਸਾਊਂਡ ਇਮੇਜ, ਕਨਸੈਪਟ, ਰੈਕਟੋ, ਵਰਸੋ, ਅੱਗਾ ਪਿੱਛਾ। ਇਹ ਸਾਨੂੰ ਯਾਦ ਕਰ ਲੈਣਾ ਪਏਗਾ ਕਿ ਚਿੰਨਕ ਸਿਗਨੀਫਾਇਰ ਹੈ, ਸਾਊਂਡ ਇਮੇਜ ਹੈ, ਰੈਕਟੋ ਹੈ, ਅੱਗਾ ਹੈ, ਤੇ ਜੋ ਚਿੰਨਤ ਹੈ ਉਹ ਸਿਗਨੀਫਾਈਡ ਹੈ, ਕਨਸੈਪਟ ਹੈ, ਵਰਸੋ ਹੈ, ਪਿੱਛਾ ਹੈ, ਮਤਲਬ ਸੰਕਲਪ ਹੈ, ਮਤਲਬ ਅਰਥ ਹੈ। ਮੈਂ ਤੁਹਾਨੂੰ ਇਸ ਨੂੰ ਥੋੜਾ ਡਿਟੇਲ ਸਮਝਾਣਾ ਵਾ ਕਿ ਸਸਿਊਰ ਕਹਿੰਦਾ ਕਿ ਭਾਸ਼ਾ ਚਿੰਨ੍ਹਾਂ ਦਾ ਪ੍ਰਬੰਧ ਹੈ, ਚਿੰਨ੍ਹਾਂ ਦਾ ਅਜਿਹਾ ਪ੍ਰਬੰਧ ਜੋ ਵਿਚਾਰਾਂ ਨੂੰ ਪ੍ਰਗਟਾਉਂਦੇ ਨੇ। ਉਹਨੇ ਦੱਸਿਆ ਕਿ ਚਿੰਨ੍ਹਾਂ ਤੇ ਇਹਨਾਂ ਚਿੰਨ੍ਹਾਂ ਦੇ ਆਪਸੀ ਸੰਬੰਧਾਂ ਦਾ ਅਧਿਐਨ ਕਰਨ ਨਾਲ ਹੀ ਭਾਸ਼ਾ ਵਿਗਿਆਨ ਜਿਹੜਾ ਹੈ ਉਹ ਮੁੱਖ ਰੂਪ ਦੇ ਵਿੱਚ ਕਾਰਜ ਕਰਦਾ ਹੈ।
और चिन्ह सिर्फ एक वस्तु का नाम नहीं है, चिन्ह एक अजिही जटिल इकाई है जिस विच धुनी बिंब अते अर्थ संकल्प का संजोग हुंदा है। भाषिक चिन्ह संकल्प अते धुनी बिंब की संयुक्ति है, मतलब चिन्ह जिहड़ा है उस संकल्प कंसैप्ट अते धुनी बिंब के जोड़ तो बनता है। तो जे असीं इस चिन्ह दीआं विशेषतावां करिए, इहदा अध्ययन करिए, तो यह चिन्ह आप खुदरा है, यदि होंद मनोविज्ञानिक है। ये चिन्ह की जो ये जिहड़ा चिन्ह है ये लकीरी प्रकृति का है, ये बदलणयोग भी है अते अबदल भी है। ਜਦੋਂ ਅਸੀਂ चिन्ह की गल करते हैं कि ये आप खुदरा वे, तो ਇਹਦਾ मतलब ही ਹੁੰਦਾ ਵੇ कि जो भाषिक चिन्ह के जो चिन्हक ते चिन्हत ने ਜਿਹੜੇ दो ਉਹਦੇ हिस्से, ਉਹਨਾਂ ਦਾ जो आपस ਦੇ ਵਿੱਚ संबंध है, जो मेल है, वो कोई खास ਜਾਂ जन्मजात नहीं है, वो दैवी नहीं है, रब्बी नहीं है, सगों संजोगी है। मतलब जिवें फॉर एग्जाम्पल एक कुत्ता शब्द है, अजिहा कोई अंदरूनी कारण नहीं कि ਅਸੀਂ ਉਸਨੂੰ ਕੁੱਤਾ ਹੀ ਕਹੀਏ, ਕਿ ਕੁੱਤਾ ਕਹਿਣਾ ਉਚਿਤ ਹੋਵੇ, ਅਸੀਂ ਉਸਨੂੰ ਗਧਾ ਬਲਦ ਨਾ ਕਹੀਏ, ਅਜਿਹਾ ਬਿਲਕੁਲ ਵੀ ਨਹੀਂ ਹੁੰਦਾ। ਇਹ ਜਿਹੜਾ ਸੰਬੰਧ ਹੈ ਇਹ ਆਪ ਖੁਦਰਾ ਹੈ। ਸੋਸਿਊਰ ਨੇ ਇੱਕ ਮਹੱਤਵਪੂਰਨ ਗੱਲ ਨੂੰ ਇਸ ਤਰੀਕੇ ਨਾਲ ਸਮਝਾਇਆ ਕਿ ਜੇ ਇਹ ਚਿੰਨ੍ਹ ਰੱਬੀ ਹੁੰਦਾ, दैवी ਹੁੰਦਾ, ਤਾਂ ਫਿਰ ਸਾਰੇ ਸੰਸਾਰ ਵਿੱਚ ਇੱਕੋ ਹੀ ਭਾਸ਼ਾ ਹੋਣੀ ਸੀਗੀ। ਫਿਰ ਰੁੱਖ, ਟਰੀ, ਦਰਖਤ, ਬ੍ਰਿਕਸ਼, ਪੇੜ ਇਹ ਅਲੱਗ-ਅਲੱਗ ਸ਼ਬਦ ਨਹੀਂ ਹੋਣੇ ਸੀ। ਔਰ ਇੱਥੇ ਇੱਕ ਇਹ ਵੀ ਗੱਲ ਸਮਝ ਲੈਣੀ ਜ਼ਰੂਰੀ ਹੈ ਕਿ ਜਿਹੜੇ ਚਿੰਨ੍ਹ ਹੁੰਦੇ ਨੇ, ਇਹ ਜਿਹੜੇ ਵੱਖਰੀ-ਵੱਖਰੀ ਭਾਸ਼ਾਵਾਂ ਦੇ ਜਿਹੜੇ ਇਹ ਸਮਾਨਾਰਥਕ ਸ਼ਬਦ ਨੇ, ਇਹ ਚਿੰਨ੍ਹ ਨਹੀਂ ਹੈ, ਇਹਨਾਂ ਨੂੰ ਅਸੀਂ ਚਿੰਨ੍ਹ ਨਹੀਂ ਕਵਾਂਗੇ। ਇਹ ਅਲੱਗ-ਅਲੱਗ ਭਾਸ਼ਾਵਾਂ ਵਿੱਚ ਬੋਲੇ ਜਾਣ ਵਾਲੇ ਅਲੱਗ-ਅਲੱਗ ਚਿੰਨ੍ਹ ਜਿਹੜੇ ਨੇ ਇਹ प्रचलित ने उत्थे। हर भाषा के अपने अपने चिन्हक हुंदे ने ते अपने अपने उन्हां दे नाल चिन्हत भी हुंदे ने। इहदा मतलब ये होया कि भाषा फिर ये जो चिन्ह है ये जन्मजात नहीं है। ये गल समझनी पड़ेगी। जदों असीं ये मान लिया कि हर भाषा का चिन्हक, हुण जिवें गिलास है, अंग्रेजी भाषा दे विच गिलास ते पंजाबी भाषा दे गिलास का चिन्हक सेम नहीं है, असीं मान के चलदे हां। और दूजी गल जे असीं देखीए तां मतलब ये जिहड़े चिन्हक ने, ये उन्हां दे जिहड़े चिन्हत ने, ये समय समय नाल बदलदे जांदे ने। जे ये इक्को ही रब्बी जां दैवी जां ओह हुंदे तां फिर इन्हां ने कदी बदलना ही नहीं सी। हुण तुसीं ये देखो कि जे असीं गल करिए एक शब्द अंग्रेजी भाषा दा सिली, इहदा किसी समय मतलब सी पर्सन, फिर इहदा मतलब हो गया अमीर, फिर हो गया धार्मिक व्यक्ति, ते फिर हुण इह मासूम, ते हुण इह बेसहारा विच प्रचलित है। किन्ने इहदे अर्थ निकल के साडे सामने आ गए, चिन्हत किवें बदलदे रहे। ਹੁਣ ਇਸ ਨੂੰ ਮੂਰਖ ਤੇ ਕੁਝ ਅਰਥਾਂ ਵਿੱਚ ਸਿੱਧੇ ਸਾਦੇ ਬੰਦੇ ਲਈ ਵੀ ਵਰਤ ਲਿਆ ਜਾਂਦਾ ਵੇ। ਇਸੇ ਤਰ੍ਹਾਂ ਖਸਮ ਸ਼ਬਦ ਦਾ ਮੁੱਢਲਾ ਅਰਥ ਦੁਸ਼ਮਣ ਸੀ, ਫਿਰ ਬਦਲ ਕੇ ਮਾਲਕ ਹੋ ਗਿਆ ਤੇ ਹੁਣ ਪਤੀ ਦੇ ਅਰਥਾਂ ਵਿੱਚ ਰੂੜ ਹੋ ਗਿਆ। ਸੋ ਚਿੰਨਤ ਬਦਲਦੇ ਰਹੇ। ਸੋ ਭਾਸ਼ਾ, ਇਹ ਜਿਹੜੇ ਚਿੰਨ੍ਹ ਨੇ ਇਹ ਪਰਿਵਰਤਨਸ਼ੀਲ ਨੇ, ਤੇ ਜੇ ਭਾਸ਼ਾ ਆਪੁਦਰੀ ਨਾ ਹੁੰਦੀ, ਚਿੰਨ੍ਹ ਆਪੁਦਰੀ ਨਾ ਹੁੰਦੇ ਤਾਂ ਚਿੰਨਕ ਪਰਿਵਰਤਨ ਰਹਿਤ ਹੁੰਦੇ। ਦੂਜੀ ਗੱਲ ਇਹਦੀ ਜਿਹੜੀ ਹੋਂਦ ਹੈ ਚਿੰਨ੍ਹ ਦੀ, ਉਹ ਮਨੋਵਿਗਿਆਨਿਕ ਹੈ। ਸੰਕਲਪ ਸਾਡੇ ਅੰਦਰ, ਧੁਨੀ ਬਿੰਬ ਉਹਦੀ ਹੋਂਦ ਵੀ ਮਨੋਵਿਗਿਆਨਿਕ। ਧੁਨੀ ਬਿੰਬ ਕੋਈ ਭੌਤਿਕ ਵਸਤੂ ਨਹੀਂ ਹੈ, ਉਹ ਦਿਮਾਗ ਤੇ ਪਈ ਹੋਈ ਧੁਨੀ ਦੀ ਉਹ ਮਨੋਵਿਗਿਆਨਿਕ ਛਾਪ ਹੈ। ਕਈ ਵਾਰੀ ਅਸੀਂ ਬੋਲਦੇ ਨਹੀਂ, ਅਸੀਂ ਆਪਣੇ ਬੋਲਣ ਦਾ ਜੀਭ ਤੋਂ ਬਿਨਾਂ ਹਿਲਾਏ ਬਿਨਾਂ ਹੀ ਆਪਣੇ ਆਪ ਨਾਲ ਵੀ ਗੱਲਾਂ ਕਰਦੇ ਰਹਿੰਦੇ ਹਾਂ ਦਿਮਾਗੀ ਤੌਰ ਤੇ। ਇਹਦਾ ਮਤਲਬ ਚਿੰਨ੍ਹ ਦੀ ਹੋਂਦ ਮਨੋਵਿਗਿਆਨਿਕ ਹੈ। ਔਰ ਚਿੰਨ੍ਹ ਲਕੀਰੀ ਪ੍ਰਕਿਰਤੀ ਵਾਲਾ ਹੁੰਦਾ ਵੇ। ਕੋਈ ਵੀ ਚਿੰਨ੍ਹਕ ਹੈ ਜਾਂ ਕੋਈ ਵੀ ਚਿੰਨ੍ਹਤ ਹੈ ਜੋ ਸੰਕਲਪ ਸਾਡੇ ਸਾਹਮਣੇ ਆਉਂਦਾ ਹੈ, ਉਹ ਜਿਹੜੀਆਂ ਉਹਦੀਆਂ ਧੁਨੀਆਂ ਨੇ ਉਹ ਇੱਕ ਲਕੀਰ ਵਿੱਚ ਇੱਕ ਦੂਜੇ ਤੋਂ ਪਿੱਛੋਂ ਆਉਂਦੀਆਂ ਨੇ। ਜਰਾ ਵੀ ਧੁਨੀ ਅੱਗੇ ਦੀ ਪਿੱਛੇ ਹੋ ਜਾਏ ਤਾਂ ਅਰਥ ਬਦਲ। ਕਲਮ ਹੈ, कलम जगह ते अगर असी क म ल, अगर असी म ल क धुनी म अगे कर देंगे, ल क पिछे लगा देंगे तो अर्थ बदल जाएगा। सो धुनियां दी उच्चारण वेले, लिखण वेले धुनियां दा एक लकीर दे विच एक दूजे तो पिछों आना जिहड़ा है ना, अपनी जगह ते आना, ये इसदे लीनियर नेचर नाल, लकीरी प्रकृति नाल जुड़िया होया है। इस तो बाद विचों जिहड़े चिन्ह ने वो अबदल ने ते बदलणयोग ने। एक पासे असीं कह रहे हैं कि अबदलने नहीं बदले जा सकते, एक पासे असीं कह रहे हैं कि बदलणयोग ने। सो इत्थे गल सोचण वाली है कि जिहड़े चिन्ह ने वो अबदल ने। अबदल मतलब बदले नहीं जा सकते शॉर्ट पीरियड विच, इसनूं असीं नहीं बदल सकते चिन्हक चिन्हत नूं, लेकिन लंबे पीरियड विच, लॉन्ग पीरियड दे विच हौली हौली टाइम पा के ये बदले जांदे ने, इन्हां विच परिवर्तन हो जांदा है। इस दे नाल ही जिहड़ा है एक गल सानूं समझनी पएगी कि जिहड़ा चिन्ह ते जिहड़ा चिन्ह दा जिहड़ा संबंध है, ये कोई भी किसी भी भाषा दे विच जिहड़ा अर्थ है वो ਇਹਦੇ ਉੱਪਰ ਹੀ ਡਿਪੈਂਡ ਕਰਦਾ ਹੈ। ਹਾਲਾਂਕਿ ਬਾਅਦ ਵਿੱਚੋਂ ਜਿੰਨੀ ਵੀ ਥਿਊਰੀ ਆਈ ਉੱਤਰ ਸੰਰਚਨਾਵਾਦ ਦੇ ਵਿੱਚ, ਉਹਨਾਂ ਨੇ ਇਸ ਸੰਬੰਧਾਂ ਨੂੰ ਉਹਦੇ ਆਧਾਰ ਦੇ ਉੱਪਰ ਇੱਕ ਨਵੀਂ ਡਿਵੈਲਪਮੈਂਟ ਦਿੱਤੀ, ਇੱਕ ਨਵੀਂ ਪੇਸ਼ਕਾਰੀ ਦਿੱਤੀ। ਬਟ ਇੱਥੇ ਅਗਰ ਅਸੀਂ ਦੇਖੀਏ ਤਾਂ ਉਹ ਜਿਹੜਾ ਕੋਡ ਹੈ, ਜਿਹੜਾ ਚਿੰਨਕ ਤੇ ਚਿੰਨਤ ਵਾਲਾ ਹੈ, ਇਹ ਅਮਰੀਕਾ ਦੇ ਵਿੱਚ ਸਿਮਿਓਟਿਕਸ ਤੇ ਸਿਮਿਓਲੋਜੀ ਦੇ ਨਾਮ ਨਾਲ ਬਹੁਤ ਹੀ ਮਸ਼ਹੂਰ ਇੱਕ ਚਿੰਤਨ ਪ੍ਰਣਾਲੀ ਵਜੋਂ ਸਥਾਪਿਤ ਹੋਇਆ ਹੈ। ਇਸ ਦੇ ਨਾਲ ਹੀ ਜਿਹੜੀ ਦੂਜੀ ਗੱਲ ਸੋਸਿਊਰ ਨੇ ਸਾਡੇ ਸਾਹਮਣੇ ਦੂਜੀ ਸੰਕਲਪਨਾ ਰੱਖੀ, ਉਹ ਇਕਾਲਕ ਤੇ ਦੁਕਾਲਕ ਸੀ ਕਿ ਦੋ ਤਰ੍ਹਾਂ ਦਾ ਅਧਿਐਨ ਹੁੰਦਾ ਹੈ, ਦੋ ਤਰ੍ਹਾਂ ਦਾ
ਜਿਹੜਾ ਸਾਹਿਤ ਹੈ, ਦੋ ਤਰ੍ਹਾਂ ਦਾ ਜਿਹੜਾ ਭਾਸ਼ਾ ਹੈ, ਦੋ ਤਰ੍ਹਾਂ ਦੇ ਨਾਲ ਕਿਸੇ ਵੀ ਸਾਹਿਤ ਦਾ ਅਧਿਐਨ ਕਰ ਸਕਦੀ ਹੈ। ਇੱਕ ਇਕਾਲਕ ਸਾਈਕ੍ਰੋਨਿਕ ਸਮਕਾਲੀ ਜਿਹਨੂੰ ਅਸੀਂ ਕਹਿੰਦੇ ਹਾਂ, ਦੂਜਾ ਦੁਕਾਲਿਕ ਜਾਂ ਬਹੁਕਾਲਿਕ ਜਾਂ ਕਾਲਕ੍ਰਮਿਕ। ਇੱਕ ਨੂੰ ਉਹਨੇ ਤਟਮੁਖ ਜ਼ਮੀਨ ਰੇਖਾ ਹੇਠ ਔਰ ਇੱਕ ਨੂੰ ਗਗਨਮੁਖ ਉਸਨੇ ਹੌਰੀਜੈਂਟਲ ਤੇ ਵਰਟੀਕਲ ਇਸ ਤਰ੍ਹਾਂ ਦੇ ਨਾਲ ਉਹਨੇ ਪੇਸ਼ ਕੀਤਾ। ਇਕਾਲਕ ਦੇ ਵਿੱਚ ਉਹ ਇਹ ਕਹਿੰਦਾ ਹੈ ਕਿ ਜਿਹੜਾ ਇਹ ਅਧਿਐਨ ਹੈ ਇਹ ਭਾਸ਼ਾ ਦੀ ਇੱਕ ਕਾਲ ਦੀ ਸਥਿਤੀ ਨਾਲ ਸੰਬੰਧਿਤ ਹੈ। ਕਿਸੇ ਵਿਸ਼ੇਸ਼ ਕਾਲ ਬਿੰਦੂ ਉੱਪਰ ਭਾਸ਼ਾ ਦੀਆਂ ਧੁਨੀਆਂ, ਸ਼ਬਦਾਂ ਤੇ ਵਿਆਕਰਣਿਕ ਆਦਤਾਂ ਅਧਿਐਨ ਇੱਕ ਸਮੇਂ ਉੱਪਰ। ਸੋ ਇਹ ਅਧਿਐਨ ਵਰਣਾਤਮਿਕ ਰੂਪ ਵਾਲਾ ਹੈ, ਸਥਿਰ ਰੂਪ ਵਾਲਾ ਹੈ। ਜਿਵੇਂ ਪੰਜਾਬੀ ਸਾਹਿਤ ਵਿੱਚ ਵਾਰਿਸ ਸ਼ਾਹ ਦੀ ਭਾਸ਼ਾ ਦਾ ਅਧਿਐਨ ਜਾਂ ਆਧੁਨਿਕ ਕਾਵ ਦਾ ਭਾਸ਼ਾ ਦਾ ਅਧਿਐਨ ਜਿਹੜਾ ਹੈ ਉਹ ਇਹਦੇ ਵਿੱਚ ਆ ਜਾਏਗਾ। ਇਸ ਵਿੱਚ ਅਧਿਐਨ ਦੀ ਪ੍ਰਕਿਰਤੀ ਕੁਝ ਇਸ ਤਰ੍ਹਾਂ ਹੋਏਗੀ ਕਿ ਵਾਰਿਸ ਸ਼ਾਹ ਤੋਂ ਪਹਿਲਾਂ ਆਉਣ ਵਾਲੇ ਜਾਂ ਆਧੁਨਿਕ ਕਾਵ ਤੋਂ ਪਹਿਲਾਂ ਸਿੱਖ ਕਾਵ ਜਾਂ ਨਵੀਨ ਸਾਹਿਤ ਦੀ ਭਾਸ਼ਾ ਬਾਰੇ ਕੋਈ ਵਿਚਾਰ ਨਹੀਂ ਕੀਤਾ ਜਾਏਗਾ। ਸੋ ਮੇਨ ਗੱਲ ਕਿ ਇਹ ਅਧਿਐਨ ਵਰਣਾਤਮਿਕ ਤੇ ਸਥਿਰ ਰੂਪ ਵਾਲਾ ਹੈ, ਅਣਇਤਿਹਾਸਿਕ ਹੈ। ਜਦਕਿ ਦੁਕਾਲਕ ਜਿਹੜਾ ਹੈ ਇਹ ਗਤੀਸ਼ੀਲ ਸਥਿਤੀ ਦਾ ਅਧਿਐਨ ਹੈ, ਇਹ ਅਧਿਐਨ ਵਿਕਾਸ ਮੁੱਖ ਰੂਪ ਵਾਲਾ ਹੈ। ਇਸ ਵਿੱਚ ਭਾਸ਼ਾ ਦਾ ਪਰਿਵਰਤਨ ਰੂਪ ਹੀ ਵਿਚਾਰਿਆ ਜਾਂਦਾ ਹੈ ਜਾਂ ਭਾਸ਼ਾ ਵਿੱਚ ਆਈਆਂ ਹੋਈਆਂ ਤਬਦੀਲੀਆਂ ਦਾ ਹੀ ਅਧਿਐਨ ਕੀਤਾ ਜਾਂਦਾ ਹੈ। ਔਰ ਇਹਨਾਂ ਦੋਵਾਂ ਦੇ ਵਿੱਚੋਂ ਸੋਸਿਊਰ ਨੇ ਬੜੇ ਵਿਵੇਕਪੂਰਨ ਢੰਗ ਦੇ ਨਾਲ ਜਿਹੜੀ ਗੱਲ ਹੈ ਉਹ ਕੀਤੀ ਹੈ ਕਿ ਇਕਾਲਕ ਅਧਿਐਨ ਜਿਹੜਾ ਹੈ ਵਧੇਰੇ ਮਹੱਤਵਪੂਰਨ ਹੈ, ਕਿਉਂਕਿ ਇਕਾਲਕ ਦੁਕਾਲਕ ਅਧਿਐਨ ਤੋਂ ਬਿਨਾਂ ਕਦੀ ਸੰਭਵ ਨਹੀਂ ਮੰਨਿਆ ਜਾ ਸਕਦਾ। ਭਾਵ ਦੁਕਾਲਕ ਅਧਿਐਨ ਤੋਂ ਵਧੇਰੇ ਇਕਾਲਕ ਅਧਿਐਨ ਉੱਪਰ ਹੀ ਜ਼ੋਰ ਦਿੱਤਾ ਜਾਂਦਾ ਹੈ। ਜਦੋਂ ਵੀ ਅਸੀਂ ਦੁਕਾਲਕ ਦਾ ਅਧਿਐਨ ਕਰਾਂਗੇ ਤਾਂ ਪਹਿਲਾਂ ਇਕਾਲਕ ਇੱਕ ਅਧਿਐਨ ਸਾਨੂੰ ਕਰਨਾ ਹੀ ਪਏਗਾ। ਇਹਦੇ ਨਾਲ ਹੀ ਉਹਦੀ ਜਿਹੜੀ ਤੀਜੀ ਜਿਹੜੀ ਉਹਦੀ ਧਾਰਨਾ ਸੀ ਉਹ ਕੜੀਦਾਰ ਤੇ ਲੜੀਦਾਰ ਦੀ ਗੱਲ ਆਉਂਦੀ ਹੈ, ਵਿਨਿਆਸਮੂਲਕ। ਜਦੋਂ ਅਸੀਂ ਕੜੀਦਾਰ ਸੰਬੰਧਾਂ ਦੀ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਨੂੰ ਸਮਝਣਾ ਪਏਗਾ ਕਿ ਕੋਈ ਵੀ ਜਿਹੜਾ ਪ੍ਰਵਚਨ ਹੈ ਜਾਂ ਬੋਲ ਹੈ, ਉਹ ਪ੍ਰਵਚਨ ਜਾਂ ਬੋਲ ਵਿੱਚ ਸ਼ਬਦ ਇੱਕ ਅਜਿਹਾ ਸੰਬੰਧ ਗ੍ਰਹਿਣ ਕਰ ਲੈਂਦੇ ਨੇ ਕਿ ਭਾਸ਼ਾ ਦੇ ਰੇਖਾਬੱਧ ਸੁਭਾਅ ਨਾਲ ਜੁੜਿਆ ਹੁੰਦਾ ਹੈ। ਹਰ ਸ਼ਬਦ ਇੱਕ ਸੰਗਲੀ ਜਾਂ ਕੜੀ ਵਾਂਗ ਇੱਕ ਦੂਜੇ ਤੋਂ ਪਿੱਛੋਂ ਆਉਂਦਾ ਹੈ। ਉਚਾਰਨ ਸਮੇਂ ਇਹ ਇਕੱਠੇ ਜਾਂ ਇੱਕ ਗੁੱਟ ਵਿੱਚ ਨਹੀਂ ਆਉਂਦਾ, ਸੋ ਦੂਜੇ ਤੋਂ ਪਿੱਛੋਂ ਤਰਤੀਬ ਦੇ ਵਿੱਚ ਆਉਂਦੇ ਨੇ। ਆਪਣੇ ਤੋਂ ਪਿੱਛੋਂ ਆਉਣ ਵਾਲੇ ਸ਼ਬਦ ਇੱਕ ਦੂਜੇ ਦੀ ਥਾਂ ਨਹੀਂ ਲੈ ਸਕਦੇ। ਇਹ ਹੈ ਕੜੀਦਾਰ ਸੰਬੰਧ। ਜਦਕਿ ਦੂਜੇ ਜਿਹੜੇ ਨੇ ਉਹ ਹੈ ਲੜੀਦਾਰ ਸੰਬੰਧ। ਕਿ ਸੋਸਿਊਰ ਕਹਿੰਦਾ ਹੈ ਕਿ ਵਾਕ ਅੰਦਰ ਹਰ ਸ਼ਬਦ ਦਾ ਸੰਬੰਧ ਕੇਵਲ ਆਪਣੇ ਤੋਂ ਪਹਿਲਾਂ ਜਾਂ ਆਪਣੇ ਤੋਂ ਪਿੱਛੋਂ ਆਉਣ ਵਾਲੇ ਸ਼ਬਦ ਨਾਲ ਹੀ ਨਹੀਂ ਹੁੰਦਾ, ਸਗੋਂ ਅਜਿਹੇ ਸ਼ਬਦਾਂ ਨਾਲ ਵੀ ਹੁੰਦਾ ਹੈ ਜੋ ਵਾਕ ਵਿੱਚ ਹਾਜ਼ਰ ਨਹੀਂ ਹੁੰਦੇ, ਬਟ ਉਹਨਾਂ ਦੇ ਵਾਕ ਵਿੱਚ ਹਾਜ਼ਰ ਹੋਣ ਦੀ ਪੂਰੀ ਗੁੰਜਾਇਸ਼ ਹੁੰਦੀ ਹੈ, ਪੂਰੀ ਸੰਭਾਵਨਾ ਹੁੰਦੀ ਹੈ। ਉਹ ਸ਼ਬਦ ਦੀ ਆਪਣੀ ਇੱਕ ਵਿਸ਼ੇਸ਼ ਲੜੀ ਹੈ, ਉਸ ਨੂੰ ਲੜੀਦਾਰ ਸੰਬੰਧ ਕਿਹਾ ਜਾਂਦਾ ਹੈ। ਜਿਵੇਂ ਅਸੀਂ ਗੀਤ ਕਿਹਾ ਤਾਂ ਸੁਰ ਤਾਲ ਸਾਡੇ ਸਾਹਮਣੇ ਆਪਣੇ ਆਪ, ਤਰਜ਼ ਆਵਾਜ਼ ਧੁਨੀ ਸਾਡੇ ਸਾਹਮਣੇ ਆਪਣੇ ਆਪ ਆ ਗਏ। ਜੋ ਪੰਛੀ ਕਿਹਾ ਤਾਂ ਤੋਤਾ ਚਿੜੀ ਕਾਂ ਕਬੂਤਰ ਮੋਰ ਸਾਡੇ ਸਾਹਮਣੇ ਆਪੇ ਆ ਗਏ। ਸੋ ਸੋਸਿਊਰ ਨੇ ਇਹਨਾਂ ਦੋਹਾਂ ਸ਼ਬਦਾਂ ਦੇ ਵਿੱਚੋਂ ਲੜੀਦਾਰ ਸ਼ਬਦਾਂ ਨੂੰ ਵਧੇਰੇ ਮਹੱਤਤਾ ਦਿੱਤੀ ਹੈ, ਕਿਉਂਕਿ ਉਹ ਭਾਵ ਸੰਚਾਰ ਨਾਲ ਸੰਬੰਧਿਤ ਹੈ ਤੇ ਭਾਸ਼ਾ ਦੇ ਵੱਖ-ਵੱਖ ਪੱਧਰਾਂ ਉੱਤੇ ਇਹ ਜਿਹੜਾ ਪ੍ਰਬੰਧ ਹੈ ਕਾਰਜਸ਼ੀਲ ਹੁੰਦਾ ਹੈ ਤੇ ਭਾਸ਼ਾ ਦੀ ਸੰਰਚਨਾਤਮਕ ਦ੍ਰਿਸ਼ਟੀ ਦੀ ਮੂਲ ਧਾਰਾ ਇਹਦੇ ਉੱਪਰ ਹੀ ਡਿਪੈਂਡ ਕਰਦੀ ਹੈ। ਅਗਲਾ ਜਿਹੜਾ ਸੰਕਲਪ ਹੈ ਉਹ ਲੌਂਗ ਤੇ ਪੈਰੋਲ ਦਾ ਹੈ। ਲੌਂਗ ਭਾਸ਼ਾ ਹੈ, ਪੈਰੋਲ ਉਚਾਰ ਹੈ। ਇਹ ਛੋਟਾ ਕੁਐਸਚਨ, ਲੌਂਗ ਭਾਸ਼ਾ ਤੇ ਪੈਰੋਲ ਉਚਾਰ। ਲੌਂਗ ਕਿਸੇ ਭਾਸ਼ਾ ਰੂਪਾਂ ਦਾ ਸਿਸਟਮ ਹੈ, ਕਿਸੇ ਵਿਅਕਤੀ ਦੁਆਰਾ ਇਕੱਤਰਿਤ ਕੀਤੀ ਹੋਈ ਭਾਸ਼ਾਈ ਸਮੱਗਰੀ ਹੈ ਜੋ ਭਾਸ਼ਾ ਸਿੱਖਣ ਦੌਰਾਨ ਉਹ ਇਕੱਤਰਿਤ ਕਰਦੇ ਨੇ। ਹਰ ਵਕਤਾ ਦੇ, ਹਰ ਸਰੋਤਾ ਦੇ ਦਿਮਾਗ ਦੇ ਵਿੱਚ ਧੁਨੀ ਬਿੰਬ ਦੇ ਛਾਪ ਦੇ ਰੂਪ ਵਿੱਚ ਪਈ ਹੁੰਦੀ ਹੈ। ਲੌਂਗ ਉਸ ਖਜ਼ਾਨੇ ਵਾਂਗ ਹੈ ਜਿਹਦੇ ਵਿੱਚੋਂ ਚੋਣ ਕਰਕੇ ਵਕਤਾ ਆਪਣੀ ਸਮੱਗਰੀ ਵਰਤਦਾ ਹੈ ਤੇ ਸਰੋਤਾ ਇਸ ਖਜ਼ਾਨੇ ਦੀ ਸਹਿਯੋਗ ਦੇ ਨਾਲ ਕਿਸੇ ਵੀ ਗੱਲ ਨੂੰ ਸਮਝਦਾ ਹੈ। ਇੱਕ ਐਸੀ ਡਿਕਸ਼ਨਰੀ ਜਿਸ ਦੀ ਕਾਪੀ ਹੁੰਦੀ ਹੈ। ਸਮਾਜਿਕ ਸੰਸਥਾ ਹੈ, ਕੋਈ ਵਿਅਕਤੀ ਇਹਦੇ ਵਿੱਚ ਅਦਲਾ ਬਦਲੀ ਨਹੀਂ ਕਰ ਸਕਦਾ। ਜਦਕਿ ਪੈਰੋਲ ਉਚਾਰ ਭਾਸ਼ਾ ਦਾ ਅਮਲੀ ਤੇ ਅਸਲੀ ਵਰਤਾਰਾ ਹੈ। ਪੈਰੋਲ ਦੀਆਂ ਕਿਰਿਆਵਾਂ ਲੌਂਗ ਦੁਆਰਾ ਹੀ ਸੰਭਵ ਹੁੰਦੀਆਂ। ਜੇ ਲੌਂਗ ਹੋਏਗਾ ਤਾਂ ਹੀ ਪੈਰੋਲ ਹੋਏਗਾ। ਔਰ ਇਹ ਵੀ ਗੱਲ ਹੈ ਕਿ ਪੈਰੋਲ ਤੋਂ ਬਗੈਰ ਲੌਂਗ ਦੀ ਵੀ ਕੋਈ ਮਹੱਤਤਾ ਨਹੀਂ ਰਹਿ ਜਾਂਦੀ। ਸੋ ਜਿੱਥੇ ਅਸੀਂ ਲੌਂਗ ਦੀ ਗੱਲ ਕੀਤੀ ਸੀਗੀ ਕਿ ਇਹਦਾ ਪੈਟਰਨ ਸਰਬ ਸਾਂਝਾ ਵੇ, ਉੱਥੇ ਪੈਰੋਲ ਸਰਬ ਸਾਂਝਾ ਨਹੀਂ ਹੁੰਦਾ। ਇਹ ਵਿਅਕਤੀਗਤ ਪ੍ਰਗਟਾਵਾ ਹੁੰਦਾ ਵੇ। ਹਰ ਵਿਅਕਤੀ ਦੀ ਚੋਣ ਤੇ ਆਪਣੀ ਨਿੱਜੀ ਹੁੰਦੀ ਹੈ, ਡਿਪੈਂਡਸ ਕਰਦਾ। ਇਹ ਗੱਲ ਸਭ ਤੋਂ ਵੱਡੀ ਸਮਝਣ ਵਾਲੀ ਹੈ ਕਿ ਲੌਂਗ ਭਾਸ਼ਾ ਦਾ ਸਿਸਟਮ ਹੈ ਤੇ ਪੈਰੋਲ ਭਾਸ਼ਾ ਦਾ ਪ੍ਰਗਟਾਵਾ ਹੈ। ਲੌਂਗ ਸਮਾਜਿਕ ਵਸਤੂ ਹੈ ਤੇ ਪੈਰੋਲ ਵਿਅਕਤੀਗਤ ਹੈ। ਲੌਂਗ ਸੂਖਮ ਰੂਪ ਵਾਲੀ ਹੈ, ਪੈਰੋਲ ਸਥੂਲ ਰੂਪ ਵਾਲੀ ਹੈ। ਲੌਂਗ ਅਮੂਰਤ ਹੈ, ਪੈਰੋਲ ਸਮੂਰਤ ਹੈ। ਲੌਂਗ ਮਨੋਵਿਗਿਆਨੀ ਹੈ, ਪੈਰੋਲ ਮਸ਼ੀਨਰੀ ਮਨੋ ਸਰੀਰਕ ਹੈ। ਲੌਂਗ ਨਿਯਮਬੱਧ ਹੈ, ਪੈਰੋਲ ਜਿਹੜੀ ਹੈ ਵਿਅਕਤੀਗਤ ਹੈ। ਲੌਂਗ ਭਾਸ਼ਾ ਦਾ ਸੰਭਾਵੀ ਰੂਪ ਹੈ ਤੇ ਪੈਰੋਲ ਭਾਸ਼ਾ ਦਾ ਅਸਲੀ ਰੂਪ ਹੈ। ਇਹਨੂੰ ਹੀ ਚਮਸਕੀ ਨੇ ਜਿਹੜਾ ਸੀਗਾ ਕੰਪੀਟੈਂਸ ਐਂਡ ਪਰਫਾਰਮੈਂਸ ਦੇ ਤਰੀਕੇ ਨਾਲ ਵੀ ਜਿਹੜੀ